Good morning, ninth class. This is Varun Goyal, your maths teacher. Welcome to my YouTube channel, Way to Maths. So, today we will continue with chapter number 8, Quadrilaterals of class 9th NCERT Maths. So, what about the first questions? Students, मैं ਤੁਹਾਨੂੰ ਇਹਦੀ ਪ੍ਰੋਪਰਟੀਜ਼ ਕੁਐਸਚਨ ਦੇ ਨਾਲ ਮੈਂਸ਼ਨ ਕਰਦਾ ਜਾਊਂਗਾ, ਨਾਲ ਦੱਸਦਾ ਜਾਊਂਗਾ ਵੀ ਕੀ ਪ੍ਰੋਪਰਟੀ ਕਿਹੜੇ ਕੁਐਸਚਨ ਤੇ ਲੱਗ ਰਹੀ ਹੈ ਤੇ ਆਪਾਂ ਕਿਹੜੇ ਕੁਐਸਚਨ ਦੇ ਲਈ ਕੀ ਪ੍ਰੂਵ ਕਰਨਾ ਹੈ, ਠੀਕ ਹੈ। ਤਾਂ ਉੱਥੋਂ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਫਸਟ ਕੁਐਸਚਨ ਦੀ ਗੱਲ ਕਰਦੇ ਹਾਂ। ਕੁਐਸਚਨ ਦੀ ਸਟੇਟਮੈਂਟ you can see in your NCERT books also the angle of a quadrilateral are in ratio 3, 5, 9, 13। देखो quadrilateral ਦੇ angles 3, 5, 9, 13 ਇਸ ਰੇਸ਼ੋ 'ਚ ਆਪਾਂ ਨੂੰ ਦਿੱਤੇ ਹੋਏ ਹੈ। find the measure of all angles, measure of all angles। देखो कोई भी quadrilateral है, quadrilateral ਦਾ मतलब ਹੁੰਦਾ ਵਾ any four sided figure, ਕੋਈ ਵੀ 4 ਸਾਈਡਡ ਫਿਗਰ ਆ ਉਹਨੂੰ ਆਪਾਂ ਕੀ ਬੋਲਦੇ ਹਾਂ, ਕੁਆਡਰੀਲੈਟਰਲ ਬੋਲਦੇ ਹਾਂ। ਤਾਂ ਇੱਥੇ ਆਪਣੇ ਕੋਲ ਕੁਆਡਰੀਲੈਟਰਲ ਦੇਖੋ ਇੱਕ ਚੀਜ਼ ਯਾਦ ਰੱਖਣੀ ਹੈ, ਕੋਈ ਵੀ 4 ਸਾਈਡਡ ਫਿਗਰ ਆ ਸਮ ਆਫ ਆਲ ਇਟਸ ਐਂਗਲਸ ਇਜ਼ ਇਕੁਅਲ ਟੂ 360 ਡਿਗਰੀ, ਠੀਕ ਹੈ ਜੀ। ਮਤਲਬ ਇਹਦੇ ਚਾਰੇ ਐਂਗਲਸ ਨੂੰ ਪਲੱਸ ਕਰਕੇ ਹਮੇਸ਼ਾ ਆਪਣੇ ਕੋਲ ਜੋ ਆਨਸਰ ਹੈ ਉਹ ਕਿੰਨਾ ਆਏਗਾ, 360। ਆਪਾਂ ਰੇਸ਼ੋ ਤੋਂ ਐਂਗਲਸ ਨੂੰ ਸਿੰਪਲ ਕਨਵਰਟ ਕਰਨ ਦੇ ਲਈ ਇਹਨਾਂ ਨੂੰ ਕਿਵੇਂ ਲਿਖਦੇ ਹੁੰਦੇ ਆ, ਕੋਈ ਕੌਨਸਟੈਂਟ ਦੇ ਨਾਲ ਲਿਖਦੇ ਹੁੰਦੇ ਆ, 3x 5x 9x ਐਂਡ 13x। ਉਸ ਤੋਂ ਬਾਅਦ ਸੋਲਿਊਸ਼ਨ ਦੇ ਵਿੱਚ ਦੇਖੋ ਆਪਾਂ ਕੀ ਕਰਾਂਗੇ, ਸਮ ਆਫ ਆਲ ਐਂਗਲਸ ਕਰਾਂਗੇ, 3x 5x 9x ਪਲੱਸ 13x ਇਕੁਅਲ ਟੂ 360 ਡਿਗਰੀ। ਇਹਨਾਂ ਸਾਰਿਆਂ ਨੂੰ ਐਡ ਕਰ ਦਿਓ, ਬਟ ਇਟ ਹੈਜ਼, ਇੱਥੋਂ ਆਪਾਂ ਨੂੰ ਕੀ ਰਿਜ਼ਲਟ ਮਿਲੇਗਾ, ਇਟ ਵਿਲ ਬੀ ਏ 36x ਇਜ਼ ਇਕੁਅਲਸ ਟੂ 30x, ਇਹ ਸਾਰੇ ਪਲੱਸ ਕਰਕੇ 30x ਆਏਗਾ ਇਕੁਅਲ ਟੂ 360 ਡਿਗਰੀ। ਤਾਂ ਇੱਥੋਂ ਆਪਣੇ ਕੋਲ x ਦੀ ਜੋ ਵੈਲਿਊ ਹੈ ਉਹ ਆਏਗੀ ਆਪਣੇ ਕੋਲ 12 ਡਿਗਰੀ। ਹੁਣ ਇਹ x ਦੀ ਵੈਲਿਊ ਤੁਸੀਂ ਇਕੱਲੇ 'ਚ ਪੁੱਟ ਕਰ ਦੇਣੀ ਹੈ, ਮਤਲਬ 3 × 12 ਇਕੁਅਲਸ ਟੂ ਕੋਮਾ 5 × 12 ਕਰ ਦਿਓ, ਜਿੰਨਾ ਆਏਗਾ ਉਹ ਲਿਖ ਦਿਓ, ਕੋਮਾ 9 × 12 ਕਰ ਦਿਓ, ਜਿੰਨਾ ਆਏਗਾ ਉਹ ਲਿਖ ਦਿਓ। ਉਸ ਤੋਂ ਬਾਅਦ 13 × 12 ਕਰ ਦਿਓ, ਜਿੰਨਾ ਆਏਗਾ ਉਹ ਲਿਖ ਦਿਓ। ਤਾਂ ਠੀਕ ਹੈ, 3 × 12 ਜਾਂ ਜੋ ਵੀ ਤੁਸੀਂ ਇੱਥੇ ਕਰੋਗੇ ਹੁਣ ਸਾਰਾ ਚੇਂਜ। ਤਾਂ ਹੁਣ ਆਪਣੇ ਕੋਲ ਜੋ ਮੈਜ਼ਰਮੈਂਟ ਆਉਣੀ ਹੈ ਇੱਕ ਐਂਗਲ ਦੀ, ਇੱਥੇ ਕਿੰਨੇ ਆਏਗੀ 36 ਡਿਗਰੀ, ਇੱਥੇ ਕਿੰਨੀ ਆਏਗੀ ਆਪਣੇ ਕੋਲ 60 ਡਿਗਰੀ, ਇੱਥੇ ਆਪਣੇ ਕੋਲ ਕਿੰਨੀ ਮੈਜ਼ਰਮੈਂਟ ਆ ਜਾਏਗੀ 108 ਡਿਗਰੀ, 108 ਡਿਗਰੀ, ਅਤੇ ਇੱਥੇ ਆਪਣੇ ਕੋਲ ਕਿੰਨੀ ਆਏਗੀ ਮੈਜ਼ਰਮੈਂਟ 156 ਡਿਗਰੀ। ਸੋ ਇੱਥੇ ਤੁਹਾਡਾ ਫਸਟ ਕੁਐਸਚਨ ਹੈ ਜੋ ਕੰਪਲੀਟ ਹੋ ਜਾਂਦਾ। ਤੁਸੀਂ ਇਸ ਕੁਐਸਚਨ ਨੂੰ ਚੈੱਕ ਵੀ ਕਰ ਸਕਦੇ ਹੋ ਆਪਣੇ ਤਰੀਕੇ ਨਾਲ। ਚੈੱਕ ਕਿਵੇਂ ਕਰੋਗੇ ਰਾਜੇ, ਤੁਸੀਂ ਇਹ ਜਿੰਨੇ ਐਂਗਲਸ ਆਏ ਆ ਨਾ ਸਾਰਿਆਂ ਨੂੰ ਪਲੱਸ ਕਰਕੇ ਦੇਖੋ, ਤੁਹਾਡਾ ਆਨਸਰ 360 ਡਿਗਰੀ ਆ ਜਾਊਗਾ। ਸੋ ਇਸ ਤਰੀਕੇ ਨਾਲ ਤੁਸੀਂ ਇਸ ਕੁਐਸਚਨ ਨੂੰ ਚੈੱਕ ਵੀ ਕਰਕੇ ਦੇਖ ਸਕਦੇ ਹੋ, ਠੀਕ ਹੈ ਜੀ। ਆਫਟਰਵਰਡਸ ਲੈਟ ਅਸ ਸੀ ਦਾ ਸੈਕਿੰਡ ਕੁਐਸਚਨ। ਹੁਣ ਆਪਣਾ ਜੋ ਨੈਕਸਟ ਸੈਕਿੰਡ ਕੁਐਸਚਨ ਹੈ ਉਹਦੀ ਆਪਣੇ ਕੋਲ ਡਾਇਗਰਾਮ ਕੁਛ ਇਸ ਤਰ੍ਹਾਂ ਬਣੇਗੀ। ਦੇਖੋ ਕੁਐਸਚਨ ਦੀ ਸਟੇਟਮੈਂਟ ਇਹ ਹੈ NCERT ਬੁੱਕ ਦੇ ਵਿੱਚ, ਇਫ ਦਾ ਡਾਇਗਨਲਸ ਆਫ ਅ ਪੈਰਲੋਗ੍ਰਾਮ ਆਰ ਇਕੁਅਲ, ਜੇ ਡਾਇਗਨਲਸ ਪੈਰਲੋਗ੍ਰਾਮ ਦੇ ਇਕੁਅਲ ਆ ਦੈਨ ਸ਼ੋ ਕਰਨਾ ਵਾ ਇਟ ਇਜ਼ ਅ ਰੈਕਟੈਂਗਲ। ਤਾਂ ਇਹ ਕੀ ਹੋਊਗਾ, ਆਪਣੇ ਕੋਲ ਰੈਕਟੈਂਗਲ ਬਣੂਗਾ। ਰੈਕਟੈਂਗਲ ਦੀ ਪ੍ਰੋਪਰਟੀ ਕੀ ਹੁੰਦੀ ਆ, ਅਤੇ ਆਪਣੇ ਕੋਲ ਜਿਹੜਾ ਹੈਗਾ ਵਾ ਦੂਸਰਾ ਆਪਾਂ ਕੀ ਬੋਲਦੇ ਹੁੰਦੇ ਉਹਨੂੰ, ਰੈਕਟੈਂਗਲ ਦੀ ਪ੍ਰੋਪਰਟੀ ਬਾਰੇ ਗੱਲ ਕਰਾਂਗੇ ਇਸ ਕੁਐਸਚਨ 'ਚ ਆਪਾਂ, ਅਤੇ ਦੂਸਰਾ ਆਪਾਂ ਐਂਗਲ ਦੀ ਮੈਜ਼ਰਮੈਂਟ ਦੀ ਗੱਲ ਕਰਾਂਗੇ, ਠੀਕ ਹੈ। ਤਾਂ ਹੁਣ ਆਪਾਂ ਇੱਥੇ ਕਰਨਾ ਕੀ ਹੈ ਕੁਐਸਚਨ ਦੇ ਵਿੱਚ, ਦੇਖੋ ਰੈਕਟੈਂਗਲ ਸ਼ੋਅ ਕਰਨ ਦੇ ਲਈ ਆਪਾਂ ਨੂੰ ਡਾਇਗਨਲ ਇਕੁਅਲ ਦਿੱਤੇ ਹੋਏ ਉਹਨਾਂ ਨੇ। ਤਾਂ ਆਪਾਂ ਸਿੰਪਲੀ ਜੇ ਆਪਾਂ ਕਿਸੇ ਚੀਜ਼ ਨੂੰ ਰੈਕਟੈਂਗਲ ਨੂੰ ਇਕੁਅਲ ਸ਼ੋਅ ਕਰਨਾ ਤਾਂ ਆਪਾਂ ਕਿਹੜੇ ਦੋ ਐਂਗਲਸ ਇਕੁਅਲ ਸ਼ੋਅ ਕਰਨੇ ਆ, ਆਹ ਜਿਹੜੇ ਐਂਗਲ ਆ ਸਾਈਡ ਵਾਲੇ ਐਂਗਲਸ, ਇਹਨਾਂ ਦੀ ਮੈਜ਼ਰ ਕੀ ਹੋਣੀ ਚਾਹੀਦੀ ਹੈ, ਇਕੁਅਲ। ਕਿਉਂਕਿ ਦੇਖੋ ਪੈਰਲੋਗ੍ਰਾਮ ਦੀ ਪ੍ਰੋਪਰਟੀ ਇਹ ਹੁੰਦੀ ਆ ਆਪੋਜ਼ਿਟ ਸਾਈਡਸ ਆਰ ਇਕੁਅਲ ਐਂਡ ਪੈਰਲਰ, ਠੀਕ ਹੈ। ਅਤੇ ਰੈਕਟੈਂਗਲ ਦੀ ਪ੍ਰੋਪਰਟੀ ਵੀ ਕੀ ਹੁੰਦੀ ਹੈ, ਆਪੋਜ਼ਿਟ ਸਾਈਡਸ ਆਰ ਇਕੁਅਲ ਐਂਡ ਪੈਰਲਰ। ਰੈਕਟੈਂਗਲ ਅਤੇ ਪੈਰਲੋਗ੍ਰਾਮ 'ਚ ਡਿਫਰੈਂਸ ਕੀ ਰਹਿ ਜਾਂਦਾ ਵਾ ਵੀ ਰੈਕਟੈਂਗਲ ਦੇ ਜਿਹੜੇ ਕਾਰਨਰ ਐਂਗਲਸ ਆ ਨਾ ਉਹ 90 ਡਿਗਰੀ ਦੇ ਹੁੰਦੇ ਆ, ਬਟ ਪੈਰਲੋਗ੍ਰਾਮ ਦੇ ਜਿਹੜੇ ਕਾਰਨਰ ਐਂਗਲਸ ਆ ਉਹ 90 ਡਿਗਰੀ ਨਹੀਂ ਹੁੰਦੇ। ਸੋ ਆਪਾਂ 90 ਡਿਗਰੀ ਦਾ ਐਂਗਲ ਪ੍ਰੂਵ ਕਰਨਾ। ਇੱਥੇ ਆਪਾਂ ਲਿਖਾਂਗੇ ਗਿਵਨ ਦੈਟ ਜੋ ਆਪਣੇ ਕੋਲ AB ਹੈ ਉਹ ਇਕੁਅਲ ਹੈ CD ਦੇ, ਐਂਡ ਜੋ ਆਪਣੇ ਕੋਲ BC ਆ ਉਹ ਇਕੁਅਲ ਹੈ ਆਪਣੇ ਕੋਲ AD ਦੇ। ਆਹ ਦੋਨੋਂ ਸਾਈਡਾਂ ਆਪਸ 'ਚ ਕੀ ਨੇ, ਆਪੋਜ਼ਿਟ ਵੀ ਨੇ ਅਤੇ ਇਕੁਅਲ ਵੀ ਨੇ। ਇੰਨਾ ਕੰਮ ਤਾਂ ਹੋ ਹੀ ਗਿਆ ਆਪਣਾ। ਸੋ ਆਪਾਂ ਹੁਣ ਟੂ ਪ੍ਰੂਫ ਕੀ ਕਰਨਾ ਵਾ, ਆਪਾਂ ਟੂ ਪ੍ਰੂਫ ਇਹ ਕਰਨਾ ਵਾ ਵੀ ਐਂਗਲ, ਕੋਈ ਵੀ ਦੋ ਐਂਗਲ ਐਡਜੇਸੈਂਟ, ਮਤਲਬ ਦੋ ਇੱਕ ਸੇਮ ਸਾਈਡ 'ਤੇ ਆਉਣ ਵਾਲੇ ਕੋਈ ਦੋ ਐਂਗਲ ਲੈ ਲਓ। ਐਂਗਲ ABC ਨੂੰ ਕਿਹਦੇ ਇਕੁਅਲ ਪ੍ਰੂਵ ਕਰਨਾ ਆਪਾਂ, ਇਕੁਅਲ ਟੂ ਐਂਗਲ DCB, ਆਹ C ਦੇ ਉੱਪਰ ਜਿਹੜਾ ਐਂਗਲ ਬਣੇਗਾ DCB ਇਕੁਅਲ ਕਿਹਦੇ ਹੋਣਾ ਚਾਹੀਦਾ ਹੈ, 90 ਡਿਗਰੀ ਦੇ। ਤਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਦੋਨਾਂ ਐਂਗਲਸ ਨੂੰ ਇਕੁਅਲ ਪ੍ਰੂਵ ਕਰਨਾ ਆਪਾਂ। ਦੋ ਟਰਾਇੰਗਲਸ ਦੇ ਵਿੱਚ ਕਿਸੇ ਵੀ ਚੀਜ਼ ਨੂੰ ਇਕੁਅਲ ਪ੍ਰੂਵ ਕਰਨਾ ਹੋਵੇ ਤਾਂ ਆਪਾਂ ਉਹਨਾਂ ਦੋਨਾਂ ਟਰਾਇੰਗਲਸ ਨੂੰ ਕੀ ਪ੍ਰੂਵ ਕਰਦੇ ਹੁੰਦੇ ਹਾਂ, ਕੌਨਗਰੂਐਂਟ ਪ੍ਰੂਵ ਕਰਦੇ ਹੁੰਦੇ ਹਾਂ। ਸੋ ਉਸ ਕਨਸੈਪਟ ਨੂੰ ਯੂਜ਼ ਕਰਦੇ ਹੋਏ ਆਪਾਂ ਇਸ ਕੁਐਸਚਨ ਨੂੰ ਸੋਲਵ ਕਰਾਂਗੇ, ਠੀਕ ਹੈ।
ਸੋ ਹੁਣ ਸੋਲਵ ਕਰਨ ਦੇ ਲਈ ਤੁਸੀਂ ਕੀ ਕਰਨਾ, ਤੁਸੀਂ ਟ੍ਰਾਇੰਗਲ ਲੈਣੀ ਹੈ ਵਿਦ ਦਾ ਸੇਮ ਬੇਸ, ਕਿਉਂਕਿ ਦੋ ਐਂਗਲ ਜਿਹੜੇ ਲੈਣੇ ਆ ਨਾ ਆਪਾਂ ਉਹ ਸੇਮ ਬੇਸ 'ਤੇ ਲੈਣੇ। ਇੱਕ ਤਾਂ ਆਪਾਂ ਟ੍ਰਾਇੰਗਲ ਲਵਾਂਗੇ ਆਹ ਵਾਲੀ ਜੋ ਮੈਂ ਦੁਬਾਰਾ ਡਾਰਕ ਕਰਤੀ, ਠੀਕ ਹੈ, ਅਤੇ ਇੱਕ ਆਪਾਂ ਟ੍ਰਾਇੰਗਲ ਲਵਾਂਗੇ ABC। ਤਾਂ ਆਪਾਂ ਇੱਥੇ ਲਿਖਾਂਗੇ ਇਨ ਟ੍ਰਾਇੰਗਲ ABC ਐਂਡ ਟ੍ਰਾਇੰਗਲ BCD। ਦੇਖੋ ABC ਟ੍ਰਾਇੰਗਲ ਅਤੇ BCD ਟ੍ਰਾਇੰਗਲ, ਦੋਨਾਂ ਟ੍ਰਾਇੰਗਲਾਂ 'ਚ BC ਕਾਮਨ, BC ਇਜ਼ ਇਕੁਅਲ ਟੂ BC। ਪਹਿਲੀ ਚੀਜ਼, ਡਾਇਗਨਲਸ ਆਪਾਂ ਨੂੰ ਇਕੁਅਲ ਦਿੱਤੇ ਹੋਏ ਆ, ਮਤਲਬ AC ਇਜ਼ ਇਕੁਅਲਸ ਟੂ BD, ਇਹ ਇਕੁਅਲ ਦਿੱਤੇ ਹੋਏ, ਇਹ ਕਾਮਨ ਹੈ, ਠੀਕ ਹੈ, ਅਤੇ ਇਹ ਆਪਾਂ ਨੂੰ ਇਕੁਅਲ ਗਿਵਨ ਹੈ, ਠੀਕ ਹੈ। ਅਤੇ ਤੀਸਰੀ ਚੀਜ਼ ਆਪਾਂ ਹੁਣ ਇਹਦੇ 'ਚ ਕੀ ਲਿਖਾਂਗੇ, AB ਜੋ ਹੈ ਉਹ ਕਿਹਦੇ ਇਕੁਅਲ ਹੈ, CD ਦੇ। ਇੱਥੇ ਆਪਾਂ ਲਿਖਿਆ ਨਾ AB ਇਜ਼ ਇਕੁਅਲ ਟੂ CD, ਇਹ ਵੀ ਬਾਈ ਆਪਾਂ ਨੂੰ ਗਿਵਨ ਹੀ ਮਿਲਿਆ ਵਾ, ਠੀਕ ਹੈ ਜੀ। ਤਿੰਨ ਚੀਜ਼ਾਂ ਹੋ ਗਈਆਂ। ਤਾਂ ਬਾਈ ਸਾਈਡ ਕ੍ਰਾਈਟੀਰੀਆ, ਸਾਈਡ ਕ੍ਰਾਈਟੀਰੀਆ ਇੰਪਲਾਈਜ਼ ਟ੍ਰਾਇੰਗਲ ABC ਇਜ਼ ਟੂ ਬੀ ਕੌਨਗਰੈਂਟ ਵਿਦ ਟ੍ਰਾਇੰਗਲ BCD। ਇਹ ਦੋਨੋਂ ਟ੍ਰਾਇੰਗਲਸ ਆਪਸ 'ਚ ਕੀ ਹੋ ਗਈਆਂ, ਕੌਨਗਰੈਂਟ ਹੋ ਗਈਆਂ। ਅਤੇ ਜੇ ਦੋ ਟ੍ਰਾਇੰਗਲਸ ਆਪਸ 'ਚ ਕੌਨਗਰੈਂਟ ਹੋ ਜਾਂਦੀਆਂ ਨੇ ਫਿਰ ਆਪਣੇ ਕੋਲ ਬਾਈ CPCTC ਕੀ ਹੁੰਦਾ, CPCTC ਇੰਪਲਾਈਜ਼, ਕੀ ਇੰਪਲਾਈਜ਼ ਹੋਊਗਾ ਆਪਣੇ ਕੋਲ, ਐਂਗਲ ABC ਇਜ਼ ਇਕੁਅਲ ਟੂ ਐਂਗਲ DCB। ਇਹ ਦੋਨੋਂ ਐਂਗਲ ਇਕੁਅਲ ਸ਼ੋ ਕਰਤੇ, ਬਟ 90 ਨਹੀਂ ਹਜੇ ਸ਼ੋ ਕੀਤੇ। ਹੁਣ ਤੁਸੀਂ ਨਾ ਇਹਨਾਂ ਦੋਨੋਂ ਐਂਗਲਸ ਦੀ ਡਾਇਗਰਾਮ ਬਣਾ ਲਓ। ਆਹ ਦੋ ਲਾਈਨਸ ਆਪਸ 'ਚ ਪੈਰਲਰ ਨੇ ਅਤੇ ਆਹ ਵਾਲੀ ਕੀ ਹੈ, ਇੱਕ ਟਰਾਂਸਵਰਸਲ ਹੈ, ਠੀਕ ਹੈ। ਤਾਂ ਇਹਦੇ ਜਿਹੜੇ ਆਹ ਵਾਲੇ ਐਂਗਲਸ ਹੁੰਦੇ ਆ ਕੋਰਸਪੋਂਡਿੰਗ ਐਂਗਲਸ ਹੁੰਦੇ ਆ, ਠੀਕ ਹੈ। ਇਹਨਾਂ ਦਾ ਸਮ ਕਿੰਨਾ ਹੁੰਦਾ ਹੈ, ਸਪਲੀਮੈਂਟਰੀ ਹੁੰਦੇ ਆ। ਹੁਣ ਆਪਾਂ ਇੱਥੇ ਲਿਖਾਂਗੇ ਵੀ ਨੋ ਦੈਟ, ਸਾਨੂੰ ਪਤਾ ਹੈ ਐਂਗਲ ABC ਪਲਸ ਐਂਗਲ DCB ਇਕੁਅਲ ਟੂ 180, ਬਟ ਇਹ ਦੋਨੋਂ ਐਂਗਲਸ ਆਪਸ 'ਚ ਕੀ ਨੇ, ਇਕੁਅਲ। ਤਾਂ ਮਤਲਬ ਐਂਗਲ ABC ਪਲਸ ਇੱਥੇ ਵੀ ਮੈਂ ਐਂਗਲ ABC ਲਿਖ ਸਕਦਾ ਕਿਉਂਕਿ ਇਹ ਐਂਗਲ ਇਹਦੇ ਇਕੁਅਲ ਹੈ, ਇਕੁਅਲ ਟੂ 180, ਟਵਾਈਸ ਆਫ ਐਂਗਲ ABC ਇਕੁਅਲ ਟੂ 180। ਤਾਂ ਐਂਗਲ ABC ਜੋ ਹੈ ਉਹਦੀ ਮੈਜ਼ਰ ਆਪਣੇ ਕੋਲ ਕਿੰਨੀ ਆ ਜਾਊਗੀ, 90 ਡਿਗਰੀ। ਜੇ ABC 90 ਹੈ ਤਾਂ DBC ਵੀ ਕਿੰਨਾ ਹੋ ਗਿਆ, 90 ਡਿਗਰੀ ਹੋ ਗਿਆ। ਸੋ ਇੱਥੋਂ ਆਪਾਂ ਕਹਿ ਦਾਂਗੇ ਵੀ ਜੋ ਅਬਵ ਫਿਗਰ ਆ ਉਹ ਪੈਰਲੋਗ੍ਰਾਮ ਨਹੀਂ ਹੈ, ਉਹ ਕੀ ਆ ਆਪਣੇ ਕੋਲ ਇੱਕ ਰੈਕਟੈਂਗਲ ਆ। ਸੋ ਹੇਅਰ ਯੂਅਰ ਸੈਕਿੰਡ ਕੁਐਸਚਨ ਇਜ਼ ਟੂ ਬੀ ਕੰਪਲੀਟਡ। ਲੈਟ ਅਸ ਸੀ ਦਾ ਨੈਕਸਟ ਵਨ। ਥਰਡ ਕੁਐਸਚਨ ਦੀ ਸਟੇਟਮੈਂਟ ਤੁਹਾਡੀ ਬੁੱਕ ਦੇ ਵਿੱਚ ਇਹ ਹੈ, ਸ਼ੋ ਦੈਟ ਇਫ ਦਾ ਡਾਇਗਨਲਸ ਆਫ ਅ ਕੁਆਡੀਲੈਟਰਲ ਬਾਈਸੈਕਟ ਈਚ ਅਦਰ ਐਟ ਰਾਈਟ ਐਂਗਲਸ। ਜੇ ਡਾਇਗਨਲਸ ਜਿਹੜੇ ਕੁਆਡੀਲੈਟਰਲ ਦੇ ਆ ਇੱਕ ਦੂਜੇ ਨੂੰ ਬਾਈਸੈਕਟ ਕਰਦੇ ਪਏ ਆ ਐਟ ਰਾਈਟ ਐਂਗਲਸ ਦੇ ਉੱਪਰ। ਬਾਈਸੈਕਟ ਦਾ ਮਤਲਬ ਆ ਵੀ ਆਹ ਚੀਜ਼ ਜਿਹੜੀ ਹੈ ਉਹ ਇਹਦੇ ਇਕੁਅਲ ਹੈ, ਆਹ ਵਾਲਾ ਪੋਰਸ਼ਨ ਇਹਦੇ ਇਕੁਅਲ ਹੈ, ਅਤੇ ਰਾਈਟ ਐਂਗਲ ਦੇ ਉੱਪਰ ਹੈ। ਤਾਂ ਮਤਲਬ ਆ ਜਿਹੜੇ ਸੈਂਟਰ 'ਤੇ ਜਿੰਨੇ ਵੀ ਐਂਗਲ ਬਣ ਰਹੇ ਆ ਚਾਰ ਐਂਗਲਸ, ਇਹ ਸਾਰੇ ਕੀ ਹੋਣਗੇ, ਮੇਜ਼ਰ 90 ਡਿਗਰੀ ਦੇ ਹੋਣਗੇ ਆਪਣੇ ਕੋਲੇ। ਤਾਂ ਆਪਾਂ ਸ਼ੋਅ ਕਰਨਾ ਵਾ ਵੀ ਇਹ ਫਿਗਰ ਰੋਮਬਸ ਆ। ਰੋਮਬਸ ਸ਼ੋਅ ਕਰਨ ਦੇ ਲਈ ਕਿਸੇ ਵੀ ਫਿਗਰ ਨੂੰ ਆਪਾਂ ਇਹ ਪ੍ਰੂਵ ਕਰਨਾ ਹੁੰਦਾ ਵਾ ਵੀ ਇਟਸ ਆਲ ਸਾਈਡਸ ਆਰ ਟੂ ਬੀ ਇਕੁਅਲ ਟੂ ਈਚ ਅਦਰ। ਸਾਰੀਆਂ ਸਾਈਡਸ ਕੀ ਨੇ, ਇੱਕ ਦੂਜੇ ਦੇ ਇਕੁਅਲ ਨੇ। ਹਾਂਜੀ, ਫਿਰ ਆਪਾਂ ਹੁਣ ਸਾਰੀਆਂ ਸਾਈਡਸ ਇਕੁਅਲ ਸ਼ੋਅ ਕਰਨ ਦੇ ਲਈ ਕੀ ਚੂਜ਼ ਕਰਾਂਗੇ ਉਹ ਦੇਖੋ। ਹੁਣ ਟੂ ਪ੍ਰੂਵ ਕਰਨਾ ABCD ਆਪਾਂ ਰੋਮਬਸ, ਆਪਾਂ ਟ੍ਰਾਇੰਗਲ ਚੂਜ਼ ਕਰਾਂਗੇ ਇੱਕ AOD ਅਤੇ ਇੱਕ BOC, ਠੀਕ ਹੈ। ਇੱਕ ਆਪਾਂ ਦੇਖੋ ਇਹਨੂੰ ਨੇਮ ਦੇ ਦਿੰਦੇ ਹਾਂ, ਆਈ ਰਾਈਟ ਹੇਅਰ A, ਆਈ ਰਾਈਟ ਹੇਅਰ B, ਇੱਥੇ C ਅਤੇ ਇੱਥੇ D। ਆਹ ਜਿਹੜਾ ਸੈਂਟਰ ਹੈ ਇਹਨੂੰ O ਨਾਮ ਦੇ ਦਿੰਦੇ ਆਪਾਂ। ਦੇਖੋ ਕਦੇ ਵੀ ਤੁਸੀਂ ਕਿਸੇ ਦੀਆਂ ਸਾਰੀਆਂ ਸਾਈਡਸ ਇਕੁਅਲ ਸ਼ੋਅ ਕਰਨੀਆਂ ਨੇ ਨਾ ਤਾਂ ਪਹਿਲਾਂ ਅਪੋਜ਼ਿਟ ਸਾਈਡਸ ਦੀ ਗੱਲ ਕਰ ਲਾਂਗੇ ਆਪਾਂ ਵੀ ਅਪੋਜ਼ਿਟ ਸਾਈਡਸ ਇਕੁਅਲ ਨੇ। ਬਾਅਦ 'ਚ ਆਪਾਂ ਦੋ ਐਡਜੇਸੈਂਟ ਸਾਈਡਸ ਚੂਜ਼ ਕਰਕੇ ਟ੍ਰਾਇੰਗਲਸ ਨੂੰ ਆਪਸ 'ਚ ਕੀ ਪ੍ਰੂਵ ਕਰ ਦਾਂਗੇ ਵੀ ਇਹਦੀਆਂ ਜਿਹੜੀਆਂ ਦੂਸਰੀਆਂ ਸਾਈਡਸ ਨੇ ਉਹ ਵੀ ਕੀ ਨੇ, ਇਕੁਅਲ। ਹੁਣ ਤੁਸੀਂ ਟ੍ਰਾਇੰਗਲ AOB ਵੀ ਲੈ ਸਕਦੇ ਹੋ ਅਤੇ COD ਇਹਦੇ ਸਾਹਮਣੇ ਵਾਲੀ ਇਹ ਵੀ ਚੂਜ਼ ਕਰ ਸਕਦੇ ਹੋ, BOC ਵੀ ਲੈ ਸਕਦੇ ਹੋ, AOD ਵੀ ਲੈ ਸਕਦੇ ਹੋ, ਠੀਕ ਹੈ। ਤਾਂ ਜਿਹੜੀ ਵੀ ਤੁਸੀਂ ਟ੍ਰਾਇੰਗਲ ਚੂਜ਼ ਕਰਨੀ ਹੈ ਉਹ ਕਰ ਸਕਦੇ ਹੋ। ਆਪਾਂ ਇੱਥੇ ਟ੍ਰਾਇੰਗਲ ਚੂਜ਼ ਕਰ ਲੈਂਦੇ ਹਾਂ ਇਨ ਟ੍ਰਾਇੰਗਲ AOB ਐਂਡ COD। ਸੋ ਹੇਅਰ ਇਨ ਟ੍ਰਾਇੰਗਲ AOB ਆਪਾਂ ਟ੍ਰਾਇੰਗਲ ਦੀ ਗੱਲ ਕਰਾਂਗੇ AOB ਐਂਡ ਟਰਾਇੰਗਲ ਕਿਹੜੀ ਦੀ ਗੱਲ ਕਰਾਂਗੇ, COD। ਦੇਖੋ AOB ਟ੍ਰਾਇੰਗਲ ਹੈ ਅਤੇ COD ਟ੍ਰਾਇੰਗਲ ਹੈ। ਇਹਦੇ ਵਿੱਚ OAOC ਦੇ ਇਕੁਅਲ ਹੈ, ਇਹ ਗਿਵਨ ਆ ਆਪਾਂ ਨੂੰ, ਠੀਕ ਹੈ। ਅਤੇ ਉਸੇ ਤਰ੍ਹਾਂ ਹੀ OBOD ਦੇ ਇਕੁਅਲ ਹੈ, OB ਇਜ਼ ਇਕੁਅਲਸ ਟੂ OD। ਇਸ ਟ੍ਰਾਇੰਗਲ 'ਚ ਵੀ ਇੱਕ 90 ਦਾ ਐਂਗਲ ਹੈ, ਇਸ ਟ੍ਰਾਇੰਗਲ 'ਚ ਵੀ ਐਂਗਲ COD ਇਜ਼ ਇਕੁਅਲਸ ਟੂ ਐਂਗਲ AOB, ਉਹ ਕਿੰਨਾ ਕਿੰਨਾ ਵਾ, 90 ਡਿਗਰੀ। ਤਾਂ ਬਾਈ ਰਾਈਟ ਹੈਂਡ ਕੰਗਰੂਐਂਸ ਰੂਲ ਇੰਪਲਾਈਜ਼ ਟ੍ਰਾਇੰਗਲ AOB ਜੋ ਹੈ ਉਹ ਕੌਨਗਰੈਂਟ ਹੋ ਜੂਗੀ ਆਪਣੇ ਕੋਲ ਟ੍ਰਾਇੰਗਲ COD ਦੇ। ਅਤੇ ਜੇ ਦੋ ਟ੍ਰਾਇੰਗਲਸ ਕੌਨਗਰੈਂਟ ਹੋ ਗਈਆਂ ਤਾਂ CPCTC ਇੰਪਲਾਈਜ਼, CPCT ਤੋਂ ਕੀ ਇੰਪਲਾਈਜ਼ ਹੋ ਜੂਗਾ ਵੀ ਜੋ AB ਆ ਉਹ CD ਦੇ ਕੀ ਆ, ਇਕੁਅਲ ਆਪਾਂ ਨੂੰ ਦਿੱਤੀ ਹੋਈ ਹੈ। ਮਤਲਬ ਆਪਾਂ ਇਹ ਪ੍ਰੂਵ ਕਰਤਾ ਵੀ ਆਹ ਜਿਹੜੀ ਸਾਈਡ ਆ ਉਹ ਇਹਦੇ ਇਕੁਅਲ ਹੈ। ਸਿਮਿਲਰਲੀ ਪਾ ਕੇ ਤੁਸੀਂ ਲਿਖ ਦੋਗੇ ਜਦੋਂ ਆਹ ਦੋ ਟ੍ਰਾਇੰਗਲਸ ਪਿਕ ਕਰੋਗੇ, ਸਿਮਿਲਰਲੀ
ਜਿਹੜੀ BC ਹੈ ਉਹ ਵੀ ਕਿਹਦੇ ਇਕੁਅਲ ਪ੍ਰੂਵ ਕਰ ਦੋਗੇ ਤੁਸੀਂ AD ਦੇ। ਇਹ ਜਸਟ ਆਪਾਂ ਲਿਖਣਾ ਹੀ ਹੈ ਵੀ ਆਹ। ਬਟ ਹੁਣ ਰੋਮਬਸ ਦੀ ਪ੍ਰੋਪਰਟੀ ਇਹ ਹੁੰਦੀ ਹੈ ਵੀ ਆਲ ਸਾਈਡਸ ਆਰ ਇਕੁਅਲ। ਇੱਥੇ ਪਰ ਮੈਂ ਕੀ ਸ਼ੋ ਕਰਤਾ ਵੀ ਜਿਹੜੇ ਟ੍ਰਾਇੰਗਲਸ ਕੀ ਆ ਆਪਣੇ ਕੋਲੇ ਅਪੋਜ਼ਿਟ ਸਾਈਡਸ ਆਰ ਇਕੁਅਲ ਨੇ। ਤਾਂ ਹੁਣ ਆਪਾਂ ਨੂੰ ਦੋ ਐਡਜੇਸੈਂਟ ਟ੍ਰਾਇੰਗਲਸ ਚੂਜ਼ ਕਰਨੀਆਂ ਪੈਣੀਆਂ। ਚਾਹੇ ਤਾਂ ਆਹ ਨੀਚੇ ਵਾਲੀਆਂ ਦੋ ਚੂਜ਼ ਕਰ ਲਓ, ਚਾਹੇ ਆਹ ਨੀਚੇ ਵਾਲੀ ਤੇ ਇੱਕ ਉੱਪਰਲੀ ਚੂਜ਼ ਕਰ ਲਓ, ਚਾਹੇ ਦੋਨੋਂ ਉੱਪਰਲੀ ਚੂਜ਼ ਕਰ ਲਓ, ਚਾਹੇ ਇੱਕ ਉੱਪਰ ਵਾਲੀ ਤੇ ਇੱਕ ਨੀਚੇ ਵਾਲੀ ਚੂਜ਼ ਕਰ ਲਓ। ਇਟ ਇਜ਼ ਅਪ ਟੂ ਯੂ, ਤੁਹਾਡੀ ਚੁਆਇਸ ਹੈ ਪੇਪਰ ਦੇ ਵਿੱਚ ਤੁਸੀਂ ਕਿਹੜੀ ਟ੍ਰਾਇੰਗਲ ਚੂਜ਼ ਕਰੋਗੇ, ਗਲਤ ਕੋਈ ਵੀ ਨਹੀਂ ਹੋਏਗੀ। ਠੀਕ ਹੈ, ਸੋ ਆਪਾਂ ਟ੍ਰਾਇੰਗਲ ਚੂਜ਼ ਕਰ ਲੈਂਦੇ ਹਾਂ AOB BOC। ਇਨ ਟ੍ਰਾਇੰਗਲ AOB ਐਂਡ ਟ੍ਰਾਇੰਗਲ BOC, ਆਹ ਦੋ ਟ੍ਰਾਇੰਗਲਸ ਆਪਾਂ ਪਿਕ ਕੀਤੀਆਂ AOB ਤੇ BOC। OB ਇਜ਼ ਇਕੁਅਲ ਟੂ OB ਤੇ OB ਆਪਸ ਇਕੁਅਲ ਹੋ ਜਾਣਗੇ, ਕਾਮਨ। ਠੀਕ ਹੈ, ਦੂਸਰੀ ਚੀਜ਼ ਕੀ ਹੈ OA ਇਜ਼ ਇਕੁਅਲਸ ਟੂ OC। OA ਇਜ਼ ਇਕੁਅਲਸ ਟੂ OC, ਇਹ ਆਪਾਂ ਨੂੰ ਗਿਵਨ। ਤੀਸਰੀ ਚੀਜ਼ ਇਹ 'ਚ ਵੀ 90 ਦਾ ਐਂਗਲ, ਇਹ 'ਚ ਵੀ 90 ਦਾ ਐਂਗਲ ਹੈ। ਐਂਗਲ AOB ਇਜ਼ ਇਕੁਅਲ ਟੂ ਐਂਗਲ BOC ਇਕੁਅਲ ਟੂ 90 ਡਿਗਰੀ। ਤਾਂ ਰਾਈਟ ਹੈਂਡ ਕਨਗਰੈਂਸ ਰੂਲ ਇੰਪਲਾਈਜ਼ ਟ੍ਰਾਇੰਗਲ AOB ਜੋ ਹੈ ਉਹ ਕਨਗਰੈਂਟ ਹੋ ਜੂਗੀ ਟ੍ਰਾਇੰਗਲ BOC ਦੇ। ਜਦੋਂ ਆਹ ਦੋ ਟ੍ਰਾਇੰਗਲਸ ਕਨਗਰੈਂਟ ਹੋ ਗਈਆਂ, ਇਹਦਾ ਮਤਲਬ ਜਿਹੜੀ AB ਆ ਉਹ ਕਿਹਦੇ ਇਕੁਅਲ ਹੋ ਜੂਗੀ BC ਦੇ। CPCTC। ਹੁਣ AB BC ਦੇ ਇਕੁਅਲ ਹੈ, ਬਟ ਮੈਂ ਇੱਥੇ ਕਿਹਾ ਸੀਗਾ ਵੀ AB CD ਦੇ ਵੀ ਇਕੁਅਲ ਹੈ। ਠੀਕ ਹੈ, ਤਾਂ ਇਹਨਾਂ ਦੋਨਾਂ ਤੋਂ ਆਪਾਂ ਨੂੰ ਕੀ ਇੰਪਲਾਈਜ਼ ਹੋ ਗਿਆ ਵੀ ਜਿਹੜੀ AB ਹੈ ਉਹ BC ਦੇ ਇਕੁਅਲ ਹੈ, AB ਜਿਹੜੀ ਹੈਗੀ ਆ ਉਹ CD ਦੇ ਇਕੁਅਲ ਹੈ, ਅਤੇ ਜਿਹੜੀ CD ਸੀ ਉਹ ਕਿਹਦੇ ਇਕੁਅਲ ਸੀ ਆਪਣੇ ਕੋਲ, ਜਿਹੜੀ ਹੈ CD ਹੈ ਉਹ AB ਦੇ ਇਕੁਅਲ ਸੀਗੀ। ਇਸ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ AB ਇਕੁਅਲ ਟੂ BC, BC ਇਕੁਅਲ ਟੂ CD, ਅਤੇ CD ਇਜ਼ ਇਕੁਅਲਸ ਟੂ ਜੋ BC ਹੈ ਉਹ DA ਦੇ ਵੀ ਇਕੁਅਲ ਹੈ ਆਪਣੇ ਕੋਲ। ਠੀਕ ਹੈ ਜੀ, ਸੋ ਉਸ ਰਿਜ਼ਲਟ ਦੇ ਕ੍ਰਾਈਟੀਰੀਆ ਅਕੋਰਡਿੰਗ ਇਹਦੀਆਂ ਆਲ ਸਾਈਡਸ ਕੀ ਹੋ ਗਈਆਂ ਆਪਣੇ ਕੋਲ, ਇਕੁਅਲ ਹੋ ਗਈਆਂ ਆਪਣੇ ਕੋਲ ਆਲ ਸਾਈਡਸ। ਸੋ ਜਦੋਂ ਆਲ ਸਾਈਡਸ ਇਕੁਅਲ ਹੋ ਜਾਣ, ਡਾਇਗਨਲ ਇੱਕ ਦੂਜੇ ਨੂੰ 90 ਡਿਗਰੀ ਦੇ ਐਂਗਲ 'ਤੇ ਬਾਈਸੈਕਟ ਕਰਦੇ ਹੋਣ, ਤਾਂ ਉਹ ਪ੍ਰੋਪਰਟੀਜ਼ ਮਿਲ ਕੇ ਕੀ ਬਣਾਉਂਦੀਆਂ ਨੇ, ਰੋਮਬਸ। ਕੁਐਸਚਨ ਨੰਬਰ 4 ਇਜ਼ ਯੂਅਰ ਹੋਮਵਰਕ ਕੁਐਸਚਨ। ਬਹੁਤ ਸਿੰਪਲ ਕੁਐਸਚਨ ਆ, ਉਹ ਤੁਹਾਡਾ ਹੋਮਵਰਕ ਕੁਐਸਚਨ ਹੈ। ਲੈਟ ਅਸ ਸੀ ਆਫਟਰ ਦਿਸ ਕੁਐਸਚਨ ਨੰਬਰ 5। ਕੁਐਸਚਨ ਨੰਬਰ 5 ਕਰਾਂਗੇ, ਦੇਖਦੇ ਹਾਂ ਉਹਦੀ ਸਟੇਟਮੈਂਟ ਕੀ ਹੈ। So students, question number 5 statement is in front of you all from your NCERT book. That statement is, show that if diagonals of a quadrilateral are equal and bisect each other at right angles। देखो diagonals ਇਹਦੇ ਕੀ ਨੇ, ਆਪਸ ਇਕੁਅਲ ਨੇ ਤੇ ਇੱਕ ਦੂਜੇ ਨੂੰ ਕੀ ਕਰਦੇ ਪਏ ਨੇ, ਬਾਈਸੈਕਟ ਕਰਦੇ ਪਏ ਨੇ। ਮਤਲਬ ਆਹ ਡਾਇਗਨਲ ਤੇ ਆਹ ਇੰਨਾ ਹਿੱਸਾ ਇਕੁਅਲ ਹੈ, ਆਹ ਦੋਨੋਂ ਆਪਸ ਇਕੁਅਲ ਹੈ, ਅਤੇ ਜਿੰਨੇ ਕਾਰਨਰ ਐਂਗਲਸ ਇਹਦੇ ਸੈਂਟਰ 'ਤੇ ਬਣ ਰਹੇ ਨੇ ਉਹ ਸਾਰੇ ਕੀ ਨੇ, ਮੈਜ਼ਰ 90 ਡਿਗਰੀ। ਇਹਨੂੰ O ਦਾ ਨਾਮ ਦੇ ਦਿੰਦੇ ਆਪਾਂ ਪੁਆਇੰਟ ਨੂੰ। ਠੀਕ ਹੈ, ਇਕੁਅਲ ਐਂਡ ਬਾਈਸੈਕਟ ਐਟ ਰਾਈਟ ਐਂਗਲ। ਅੱਗੇ ਆਪਾਂ ਕੀ ਸ਼ੋਅ ਕੀਤਾ ਸੀ ਵੀ ਇਹ ਜੇ ਇੱਦਾਂ ਦੀ ਕੰਡੀਸ਼ਨ ਆਪਾਂ ਨੂੰ ਮਿਲਦੀ ਆ, ਥਰਡ ਕੁਐਸਚਨ 'ਚ ਆਪਾਂ ਇਹ ਸ਼ੋਅ ਕੀਤਾ ਸੀ ਵੀ ਜੇ ਇੱਦਾਂ ਦੀ ਕੰਡੀਸ਼ਨ ਮਿਲਦੀ ਹੈ ਤਾਂ ਆਲ ਸਾਈਡਸ ਆਰ ਇਕੁਅਲ, ਤਾਂ ਉਹ ਰੋਮਬਸ ਸੀ। ਤਾਂ ਹੁਣ ਇਹ ਆਪਾਂ ਨੂੰ ਕੀ ਕਹਿ ਰਿਹਾ ਵੀ ਸ਼ੋਅ ਕਰੋ ਇਹ ਸਕੁਆਇਰ ਹੈ। ਹੁਣ ਰੋਮਬਸ ਅਤੇ ਸਕੁਆਇਰ ਦੇ ਵਿੱਚ ਕੀ ਫਰਕ ਆ, ਰੋਮਬਸ ਦੇ ਵਿੱਚ ਸਿਰਫ ਆਪਣਾ ਇੰਨਾ ਕੰਮ ਸਰ ਗਿਆ ਸੀ ਵੀ ਆਪਾਂ ਪ੍ਰੂਵ ਕੀਤਾ ਸੀ ਵੀ ਆਲ ਸਾਈਡਸ ਆਰ ਇਕੁਅਲ। ਆਪਾਂ ਰੋਮਬਸ 'ਚ ਇਹ ਚੀਜ਼ ਕਹਿ ਕੇ ਆਏ ਨਾ ਵੀ ਆਲ ਸਾਈਡਸ ਆਰ ਇਕੁਅਲ। ਇਹਦੇ 'ਚ ਆਪਾਂ ਨੂੰ ਹੁਣ ਹੋਰ ਕੀ ਸ਼ੋਅ ਕਰਨਾ ਪਏਗਾ, ਇਹਦੇ 'ਚ ਆਪਾਂ ਨੂੰ ਸ਼ੋਅ ਕਰਨਾ ਪਏਗਾ ਵੀ ਜਿਹੜੇ ਇਹਦੇ ਕਾਰਨਰ ਐਂਗਲਸ ਨੇ ਸਕੁਆਇਰ ਦੇ, ਤਾਂ ਉਹ ਵੀ ਕੀ ਹੋਣਗੇ ਆਪਸ ਦੇ ਵਿੱਚ 90 ਡਿਗਰੀ ਹੋਣਗੇ। ਮਤਲਬ ਐਕਸਟਰਾ ਸਿਰਫ ਇੰਨਾ ਹੀ ਕੰਮ ਹੈ ਆਪਣਾ ਵੀ ਆਪਾਂ ਜਿਹੜੇ ਇਹਦੇ ਕਾਰਨਰ ਐਂਗਲਸ ਨੇ ਉਹਨਾਂ ਨੂੰ ਕੀ ਸ਼ੋਅ ਕਰਨਾ ਵਾ, ਦੈਟ ਦ ਐਂਗਲਸ ਆਰ ਆਫ 90 ਡਿਗਰੀ। ਮਤਲਬ ਆਪਾਂ ਕਾਰਨਰ ਐਂਗਲਸ ਨੂੰ 90 ਡਿਗਰੀ ਲੈ ਕੇ ਆਵਾਂਗੇ। ਸੋ ਉਹ ਕਿਵੇਂ ਲੈ ਕੇ ਆਉਂਦੇ ਆ ਉਹ ਦੇਖਦੇ ਹਾਂ। ਸੋ ਦੇਖੋ, ਪਹਿਲਾਂ ਤਾਂ ਤੁਸੀਂ ਇਹ 'ਚ ਜਿਹੜਾ ਕੁਐਸਚਨ ਨੰਬਰ 3 ਹੈ ਉਹਦਾ ਸਾਰਾ ਦਾ ਸਾਰਾ ਪ੍ਰੂਫ ਇੱਥੇ ਰਿਪੀਟ ਕਰੋਗੇ। ਸਾਈਡਾਂ ਸਾਰੀਆਂ ਇਕੁਅਲ ਤੁਸੀਂ ਖੁਦ ਸ਼ੋਅ ਕਰੋਗੇ ਵੀ ਆਲ ਸਾਈਡਸ ਆਰ ਇਕੁਅਲ ਕਿਵੇਂ ਆਈਆਂ। ਠੀਕ ਹੈ, ਪਹਿਲਾਂ ਤਾਂ ਤੁਸੀਂ ਤੁਹਾਡਾ ਕੰਮ ਸਿਰਫ ਇੰਨਾ ਵਾ ਵੀ ਤੁਸੀਂ ਇਹਦੀਆਂ ਆਲ ਸਾਈਡਸ ਨੂੰ ਇਕੁਅਲ ਸ਼ੋਅ ਕਰਨਾ। ਸੋ ਬਾਈ ਕੁਐਸਚਨ ਨੰਬਰ 3 3 ਕੁਐਸਚਨ ਤੋਂ ਤੁਹਾਡੇ ਕੋਲ ਕੀ ਇੰਪਲਾਈਜ਼ ਹੋ ਜਾਊਗਾ, ਆਲ ਸਾਈਡਸ ਆਰ ਇਕੁਅਲ। ਉਹ ਸਾਰੀਆਂ ਸਾਈਡਸ ਕੀ ਹੋ ਗਈਆਂ ਆਪਣੇ ਕੋਲ, ਇਕੁਅਲ ਹੋ ਗਈਆਂ। ਮਤਲਬ ਆਪਣੇ ਕੋਲ ਜੋ AB ਆ ਉਹ BC ਦੇ ਇਕੁਅਲ ਹੋ ਗਈ, ਅਤੇ ਜੋ BC ਆ ਉਹ CD ਦੇ ਇਕੁਅਲ ਹੋ ਗਈ, ਅਤੇ ਜੋ CD ਆ ਉਹ AD ਜਾਂ DA ਦੇ ਇਕੁਅਲ ਹੋ ਗਈ। ਇਹ ਆਪਾਂ ਪ੍ਰੂਵ ਕਰ ਚੁੱਕੇ ਹਾਂ। ਹੁਣ ਆਪਾਂ 90 ਡਿਗਰੀ ਵਾਲਾ ਕੰਸੈਪਟ ਕਰਨਾ ਵਾ ਵੀ 90 ਡਿਗਰੀ ਦਾ ਐਂਗਲ। 90 ਡਿਗਰੀ ਵਾਲਾ ਕੰਸੈਪਟ ਕਰਨ ਦੇ ਲਈ ਆਪਾਂ ਦੋ ਟ੍ਰਾਇੰਗਲ ਚੂਜ਼ ਕਰਦੇ ਹੁੰਦੇ, ਇੱਕ ਤਾਂ ਆਪਾਂ ABD ਟ੍ਰਾਇੰਗਲ ਅਤੇ ਇੱਕ ਆਪਾਂ ABC ਟ੍ਰਾਇੰਗਲ। ਤਾਂ ਆਪਾਂ ਇੱਥੇ ਲਿਖਾਂਗੇ ਇਨ ਟ੍ਰਾਇੰਗਲ ABC ਐਂਡ ਟ੍ਰਾਇੰਗਲ ABD। ਆਹ ਦੋ ਟ੍ਰਾਇੰਗਲਸ ਪਿਕ ਕੀਤੀਆਂ ਇੱਥੋਂ ਆਪਾਂ। ਠੀਕ ਹੈ, ਤਾਂ ਇਹਦੇ ਵਿੱਚ ਆਪਣੇ ਕੋਲ ਜੋ AB ਆ ਉਹ AB ਦੇ ਇਕੁਅਲ ਹੋਊਗਾ, ਕਾਮਨ ਪਹਿਲੀ ਚੀਜ਼। ਦੂਸਰੀ ਚੀਜ਼ ਆਪਣੇ ਕੋਲ ਇਹਦੇ 'ਚ ਕੀ ਆਊਗੀ, AB ਦੇ ਇਕੁਅਲ ਹੋ ਚੁੱਕਾ ਇੱਥੇ ਆਪਣੇ ਕੋਲ। ਹੁਣ ਆਪਣੇ ਕੋਲ ਦੂਸਰੀ ਚੀਜ਼ ਜੋ ਆਉਣੀ ਹੈ ਇਹਦੇ 'ਚ ਉਹ ਕੀ ਆਏਗੀ ਆਪਣੇ ਕੋਲ, AD ਇਜ਼ ਇਕੁਅਲਸ ਟੂ BC। AD ਜੋ ਹੈ ਉਹ BC ਦੇ ਵੀ ਇਕੁਅਲ ਹੈ ਕਿਉਂਕਿ ਆਪੋਜ਼ਿਟ ਸਾਈਡਸ ਨੇ, ਇਹ ਗਿਵਨ ਆ ਆਪਾਂ ਨੂੰ। ਤੀਸਰੀ ਚੀਜ਼ ਉਹਨੇ ਕਿਹਾ ਸੀ ਡਾਇਗਨਲਸ ਆਰ ਇਕੁਅਲ, ਮਤਲਬ ਜੋ AC ਆ ਉਹ ਕਿਹਦੇ ਇਕੁਅਲ ਹੈ, BD। ਤਾਂ ਬਾਈ ਸਾਈਡ ਕ੍ਰਾਈਟੀਰੀਆ ਟ੍ਰਾਇੰਗਲ ABC ਇਜ਼ ਕੌਨਗਰੈਂਟ ਟੂ ਟ੍ਰਾਇੰਗਲ AB
डी। ट्रायंगल ए बी सी जो है ਤੁਹਾਡੇ ਕੋਲੇ ਉਹ ट्रायंगल ए बी डी ਦੇ ਕੀ ਹੋ ਜਾਏਗੀ, ਕੌਨਗਰੈਂਟ ਪ੍ਰੂਵ ਹੋ ਜਾਏਗੀ ਆਪਣੇ ਕੋਲੇ। ਤੇ ਜੇ ਇਹ ਦੋ ਟ੍ਰਾਇੰਗਲਸ ਆਪਸ 'ਚ ਕੌਨਗਰੈਂਟ ਪ੍ਰੂਵ ਹੋ ਗਈਆਂ ਇਹਦਾ ਮਤਲਬ ਫਿਰ ਮੈਂ ਕੀ ਲਿਖ ਸਕਦਾ ਵੀ ਐਂਗਲ बी ए डी इज़ इक्वल टू एंगल, देखो बी ए डी मतलब ए तो एंगल आ गया, तो उस तो बाद केड़ा एंगल आएगा ए बी सी। ये दोनों एंगल्स आपस की हो जाएंगे इक्वल, क्योंकि आपां नूं दिता होया वा भी ये जिहड़े क्वाड्रीलैटरल आपां नूं दित्ती हुई है, क्वाड्रीलैटरल ऑल साइड्स आर इक्वल आपां इहने प्रूव कर चुके हैं, ठीक है। तो आपां नूं ये पता वा भी जे ऑल साइड्स आर इक्वल एंड पैरलर होण किसी भी क्वाड्रीलैटरल दियां, जे ये पैरलोग्राम नूं रिप्रजेंट कर रही होण तो आपां नूं पता वा भी नाउ जो आप उस क्वेश्चन कीता सी एंगल डी ए बी मतलब बी ए डी प्लस एंगल ए बी सी, यदी मेजर कितनी होएगी अपने को 180 डिग्री। यदी मेजर ये दोनों एंगल्स आपस की ने इक्वल, मतलब एंगल बी ए डी प्लस एंगल बी ए डी इज़ इक्वल टू 180 डिग्री। ट्वाइस ऑफ एंगल बी ए डी जो है वो किदे इक्वल आ जाएगा अपने को 180 डिग्री। तो एंगल बी ए डी जो है वो कितना आएगा अपने को इतों 90 डिग्री। जे बी ए डी एंगल 90 डिग्री है, आह वाला 90 हो गया, तो आह वाला एंगल ये इक्वल सी, तो यह भी कितना हो जाऊगा 90। एक पैरलोग्राम के आपां नूं ये पता हुंदा, देखो पैरलोग्राम मैं क्यों कह रहा मैं दोबारा क्लीयर कर देना, क्योंकि सब तो पहला आपां ये प्रूव किया सी भी अपोजिट साइड्स आर इक्वल। जे अपोजिट साइड्स के पेयर इक्वल होंगे आ तो आपां नूं पता वा भी इक्वल एंड पैरलर कंडीशन किहदे लई हुंदी है, पैरलोग्राम के लिए हुंदी है। ਤਾਂ ਕਰਕੇ ਆਪਾਂ ਇੱਥੇ ਆ ਰਿਜ਼ਲਟ ਅਪਲਾਈ ਕਰਤਾ, ਤਾਂ ਬੀ ਏ ਡੀ ਐਂਗਲ ਵੀ ਕਿੰਨਾ ਆ ਗਿਆ 90। ਪੈਰਲੋਗ੍ਰਾਮ ਦੇ ਆਪੋਜ਼ਿਟ ਐਂਗਲਸ ਕੀ ਹੁੰਦੇ ਨੇ ਆਪਸ ਇਕੁਅਲ, ਦਾ ਮਤਲਬ ਐਂਗਲ ਸੀ ਤੇ ਐਂਗਲ ਡੀ ਵੀ ਕਿੰਨਾ ਆ ਜਾਊਗਾ 90 90 ਆ ਜਾਊਗਾ। ਤਾਂ ਇੱਥੋਂ ਆਪਾਂ ਨੂੰ ਇਹ ਪ੍ਰੂਵ ਹੋ ਗਿਆ ਵੀ ਸਾਰੇ ਐਂਗਲਸ ਕਿੰਨੇ ਨੇ 90 ਡਿਗਰੀ। ਸੋ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਦਿਸ ਡਾਇਗਰਾਮ ਰੀਪ੍ਰਜੈਂਟਡ ਹੇਅਰ ਆ ਸਕੁਅਰ। ਵੀ ਜਿਹੜੀ ਇਹ ਡਾਇਗਰਾਮ ਆਪਣੇ ਕੋਲ ਦਿੱਤੀ ਹੋਈ ਇਹ ਕਿਹਨੂੰ ਰੀਪ੍ਰਜੈਂਟ ਕਰ ਰਹੀ ਹੈ, ਸਕੁਅਰ ਨੂੰ ਰੀਪ੍ਰਜੈਂਟ ਕਰ ਰਹੀ ਹੈ। ਇਸ ਤੋਂ ਬਾਅਦ ਰਾਜੇ ਆਪਾਂ ਚੱਲਦੇ ਹਾਂ ਕੁਐਸਚਨ ਨੰਬਰ 6 ਤੇ। क्वेश्चन नंबर 6 ਉਹਦੀ स्टेटमेंट देखो अपनी अपनी बुक ਦੇ ਵਿੱਚ। स्टेटमेंट की है, डायगनल ए सी ऑफ अ पैरलोग्राम ए बी सी डी बाइसेक्ट एंगल ए। ਜਿਹੜਾ डायगनल है ए सी ऑफ अ पैरलोग्राम, पैरलोग्राम ड्रॉ कर लीजिए। कुछ इस तरीके की पैरलोग्राम दी हुई है, तो इस तो बाद एक आपां नूं डायगनल दिता है उन्होंने ए सी। ए सी इज़ अ डायगनल ऑफ दिस पैरलोग्राम, तो एंगल दिता होया 1, इत्थे 2 लिख लेने, इत्थे आपां लिखांगे इधर 3 तो इत्थे 4। ये बाइसैक्टड एंगल्स ने, बाइसैक्टड मतलब 1 एंगल 2 के इक्वल है, तो एंगल 3 एंगल 4 के इक्वल है। कहता डायगनल ए सी ऑफ अ पैरलोग्राम ए बी सी डी बाइसैक्ट एंगल ए शो दैट इट बाइसैक्ट्स एंगल सी ऑल्सो। पहली चीज़ आपां की शो करनी है भी एंगल सी भी की हो रहा वा बाइसैक्टड हो रहा वा, इससे नहीं। एंगल सी बाइसैक्टड का मतलब की है भी मैं ये शो करना वा भी एंगल 3 तो एंगल 4 भी आपस की ने इक्वल ने। ਹੁਣ ਦੇਖੋ ਆਪਾਂ ਇਹ ਚੀਜ਼ ਪੜ੍ਹ ਕੇ ਆਏ ਹਾਂ ਵੀ ਜੇ ਦੋ ਲਾਈਨਸ ਪੈਰਲਰ ਹੋਣ ਅਤੇ ਉਹਨਾਂ ਵਿੱਚ ਕੋਈ ਟਰਾਂਸਵਰਸਲ ਹੋਵੇ ਤਾਂ ਜਿਹੜਾ ਆਹ ਐਂਗਲ ਹੁੰਦਾ ਉਹ ਇਹਦੇ ਇਕੁਅਲ ਹੁੰਦਾ। ਇਹ ਐਂਗਲ ਕਿੰਨਾ ਵਾ 2 ਅਤੇ ਇਹ ਵਾਲਾ ਐਂਗਲ ਕਿੰਨਾ ਵਾ 4, ਠੀਕ ਹੈ। ਤਾਂ ਇਹਨੂੰ ਆਪਾਂ ਨਾਮ ਦੇ ਦਿੰਦੇ ਏ ਬੀ ਸੀ ਡੀ। ਹੁਣ ਆਪਾਂ ਇੱਥੇ ਲਿਖਾਂਗੇ ਏ ਡੀ ਲਾਈਨ ਇਜ਼ ਪੈਰਲਰ ਟੂ ਬੀ ਸੀ, ਏ ਡੀ ਲਾਈਨ ਪੈਰਲਰ ਟੂ ਬੀ ਸੀ ਆ, ਐਂਡ ਏ ਸੀ ਕੀ ਆ, ਏ ਸੀ ਇਜ਼ ਅ ਟਰਾਂਸਵਰਸਲ, ਏ ਸੀ ਇਜ਼ ਅ ਟਰਾਂਸਵਰਸਲ। तो फिर अपने को रिजल्ट की आऊगा, रिजल्ट अपने को यही आऊगा भी एंगल जो 2 है वो एंगल 4 दे की हो जाऊगा इक्वल हो जाऊगा, ठीक है जी। ये चीज़ आ गई। सिमिलरली हुण आप जो गल करिए आह लाइनस की, हुण देखो हुण मैं आह वाली लाइनस की गल कर रहा, तो ट्रांसवर्सल अपने को सेम ही है, तो अपने को जो आह एंगल है ये इक्वल आ जाऊगा। मतलब हुण आप लिखांगे ए बी जो है वो पैरलर की है सी डी दे, एंड ए सी की है ट्रांसवर्सल। जे ए सी ट्रांसवर्सल है तो एंगल 1 की इक्वल हो जाएगा एंगल 3 दी। देखो एंगल 1 तो एंगल 2 आपस इक्वल सी, आप ये चीज़ कह के आए ना भी आपस इक्वल ने, तो फिर आ वाली साइडा भी की होनी है आपस इक्वल। दिस इंप्लाइज एंगल 3 जो है वो एंगल की इक्वल हो गया 4 दे इक्वल हो गया। तो इतों आप प्रूव करता भी ये एंगल्स की ने आपस इक्वल ने। हुण अपने को जो रिजल्ट उन्हें पूछा वा वो कहता अगला की है ए बी सी डी इज़ अ रोम्बस। आप ए बी सी डी की शो करना वा भी ए बी सी डी इज़ अ रोम्बस। रोम्बस शो करने के लिए प्रॉपर्टी की होंगी अपने को ਵੀ ਇਹਦੀਆਂ ਆਲ ਸਾਈਡਸ ਆਰ ਕੀ ਹੋਣ ਇਕੁਅਲ ਹੋਣ, ਠੀਕ ਹੈ। ਤਾਂ ਹੁਣ ਆਲ ਸਾਈਡਸ ਆਰ ਇਕੁਅਲ ਸ਼ੋ ਕਰਨ ਲਈ ਪਹਿਲੀ ਗੱਲ ਤਾਂ ਇਹ ਪੈਰਲੋਗ੍ਰਾਮ ਦਿੱਤਾ ਹੋਇਆ ਤਾਂ ਆਪੋਜ਼ਿਟ ਸਾਈਡਸ ਆਰ ਇਕੁਅਲ, ਆਹ ਸਾਈਡ ਇਹਦੇ ਇਕੁਅਲ ਹੈ ਅਤੇ ਆਹ ਵਾਲੀ ਸਾਈਡ ਇਹਦੇ ਇਕੁਅਲ ਹੈ। ਇਹ ਤਾਂ ਆਪਾਂ ਨੂੰ ਇਕੁਅਲ ਦਿੱਤੀਆਂ ਹੀ ਹੋਈਆਂ ਨੇ, ਠੀਕ ਹੈ। ਅਤੇ ਹੁਣ ਆਪਾਂ ਕੀ ਸ਼ੋ ਕਰਨਾ ਵਾ ਵੀ ਇਹਦੀਆਂ ਆਲ ਸਾਈਡਸ ਕੀ ਨੇ ਆਪਸ 'ਚ ਇਕੁਅਲ ਨੇ। ਤਾਂ ਆਲ ਸਾਈਡਸ ਇਕੁਅਲ ਸ਼ੋ ਕਰਨ ਦੇ ਲਈ ਹੁਣ ਕੀ ਕਰਾਂਗੇ, ਦੇਖੋ ਐਂਗਲ 1
ਜਿਹੜਾ ਐਂਗਲ 1 ਹੈ ਉਹ ਐਂਗਲ 4 ਦੇ ਇਕੁਅਲ ਹੈ। ਜੇ ਐਂਗਲ ਇਕੁਅਲ ਹੁੰਦੇ ਆ ਸੈਕਿੰਡ ਪਾਰਟ 'ਚ ਇੱਕ ਆਪਾਂ ਪ੍ਰੋਪਰਟੀ ਪੜ੍ਹੀ ਸੀ, ਇਫ ਟ੍ਰਾਇੰਗਲ ਵਾਲੇ ਚੈਪਟਰ 'ਚ ਪ੍ਰੋਪਰਟੀ ਪੜ੍ਹੀ ਸੀ, ਇਫ ਟੂ ਐਂਗਲਸ ਆਰ ਇਕੁਅਲ then their opposite sides are also equal. If in a triangle two angles are equal, ਜੇ ਦੋ angles ਆਪਸ equal ਨੇ then their opposite sides are equal, ਤਾਂ ਉਹਨਾਂ ਦੇ opposite sides ਕੀ ਹੁੰਦੀਆਂ equal। ਹੁਣ ਐਂਗਲ 1 ਜੋ ਹੈ ਉਹ ਐਂਗਲ ਕਿਹਦੇ ਇਕੁਅਲ ਹੈ 4 ਦੇ। ਐਂਗਲ 1 ਤੇ ਐਂਗਲ 4 ਆਪਸ ਇਕੁਅਲ ਨਹੀਂ, ਪ੍ਰੂਵ ਕਰਕੇ ਆਏ ਆ ਆਪਾਂ, ਠੀਕ ਹੈ ਜੀ। ਐਂਗਲ 1 ਇਜ਼ ਇਕੁਅਲ ਟੂ ਐਂਗਲ 4, ਕਿਉਂਕਿ 1 ਐਂਗਲ ਜਿਹੜਾ ਸੀ 2 ਦੇ ਇਕੁਅਲ ਹੈ, 2 4 ਦੇ ਇਕੁਅਲ ਹੈ ਤਾਂ 1 ਵੀ 4 ਦੇ ਇਕੁਅਲ ਤਾਂ ਹੋਊਗਾ ਹੀ ਹੋਊਗਾ, ਠੀਕ ਹੈ ਨਾ। ਆਹ ਦੋਨੋਂ ਇਕੁਅਲ, ਆਹ ਦੋਨੋਂ ਵੀ ਇਕੁਅਲ ਹੈ ਤਾਂ ਮਤਲਬ ਸਾਰੇ ਆਪਸ ਇਕੁਅਲ ਹੋਣਗੇ ਐਂਗਲਸ ਤਾਂ। ਚਲੋ ਐਂਗਲ 1 ਐਂਗਲ 4 ਦੇ ਕੀ ਆ ਆਪਣੇ ਕੋਲ ਇਕੁਅਲ ਹੈ। ਜੇ ਐਂਗਲ 1 ਐਂਗਲ 4 ਦੇ ਇਕੁਅਲ ਹੈ ਤਾਂ 1 ਦੇ ਆਪੋਜ਼ਿਟ ਸਾਈਡ ਆ ਰਹੀ ਹੈ BC ਅਤੇ 4 ਦੇ ਇਕੁਅਲ ਆ ਰਹੀ ਹੈ ਸਾਈਡ ਆਪਣੇ ਕੋਲ AC, ਤਾਂ AB ਜਿਹੜੀ ਹੈ ਉਹ ਕਿਹਦੇ ਇਕੁਅਲ ਹੋ ਜੂਗੀ BC ਦੀ। ਬਸ ਠੀਕ ਹੈ, ਫਿਰ ਹੋ ਗਿਆ ਕੰਮ ਆਪਣਾ। ਐਡਜੇਸੈਂਟ ਸਾਈਡਸ ਇਕੁਅਲ ਹੋ ਗਈਆਂ। ਸਿਮਿਲਰਲੀ 2 ਤੇ 3 ਵੀ ਇਕੁਅਲ ਆ ਤਾਂ ਆਹ ਸਾਈਡ ਇਹਦੇ ਇਕੁਅਲ ਹੋ ਜਾਣੀ ਹੈ, ਪਰ ਐਕਚੁਅਲ 'ਚ ਚਾਰੇ ਆਪਸ ਕੀ ਹੋ ਜਾਣਗੇ ਇਕੁਅਲ। ਦਿਸ ਇੰਪਲਾਈ ਸਿੱਧਾ ਹੀ ਲਿਖ ਦਿਓ ਇੱਥੇ AB ਇਜ਼ ਇਕੁਅਲਸ ਟੂ BC ਇਜ਼ ਇਕੁਅਲ ਟੂ CD ਇਜ਼ ਇਕੁਅਲਸ ਟੂ DA, ਵੀ ਆਲ ਸਾਈਡਸ ਆਰ ਇਕੁਅਲ ਹੇਅਰ, ਠੀਕ ਹੈ। ਤਾਂ ਇਹ ਚੀਜ਼ ਆ ਜੂਗੀ ਰਿਜ਼ਲਟ। ਨੈਕਸਟ ਜੋ ਕੁਐਸਚਨ ਹੈ ਕੁਐਸਚਨ ਨੰਬਰ 7, ਉਹ ਦੇਖਦੇ ਹਾਂ। ਕੁਐਸਚਨ ਨੰਬਰ 7 ਦੀ ਸਟੇਟਮੈਂਟ ਤੁਸੀਂ ਆਪਣੀ ਬੁੱਕ 'ਚ ਦੇਖ ਸਕਦੇ ਹੋ। ਉਹਨਾਂ ਨੇ ਆਪਾਂ ਨੂੰ ਦਿੱਤਾ ਹੋਇਆ ABCD ਇਜ਼ ਅ ਰੋਮਬਸ, ABCD, this diagram is known as a rhombus, show that the diagonals AC bisect angle A as well as angle diagonal ਜਿਹੜੀ ਹੈਗਾ ਵਾ AC ਉਹ ਐਂਗਲ A ਨੂੰ ਵੀ ਬਾਈਸੈਕਟ ਕਰ ਰਿਹਾ ਵਾ ਅਤੇ ਐਂਗਲ C ਨੂੰ ਵੀ ਕੀ ਕਰ ਰਿਹਾ ਬਾਈਸੈਕਟ। ਮਤਲਬ ਆਹ ਐਂਗਲ ਨੂੰ ਆਪਾਂ ਇਹਦੇ ਇਕੁਅਲ ਸ਼ੋ ਕਰਨਾ ਵਾ ਪਹਿਲੀ ਚੀਜ਼, ਅਤੇ ਫਿਰ ਆਪਾਂ ਕਹਿ ਰਹੇ ਹਾਂ ਵੀ ਐਜ਼ ਵੈਲ ਐਜ਼, ਮਤਲਬ ਆਹ ਵਾਲੇ ਐਂਗਲ ਨੂੰ ਆਪਾਂ ਇਹਦੇ ਇਕੁਅਲ ਸ਼ੋ ਕਰਨਾ। ਸਿਮਿਲਰਲੀ ਆਪਾਂ ਸ਼ੋ ਕਰਾਂਗੇ ਵੀ ਆਹ ਜਿਹੜਾ ਐਂਗਲ ਆ ਉਹ ਇਹਦੇ ਇਕੁਅਲ ਹੈ ਅਤੇ ਆਹ ਵਾਲਾ ਐਂਗਲ ਜਿਹੜਾ ਹੈਗਾ ਵਾ ਉਹ ਇੱਧਰਲੇ ਐਂਗਲ ਦੇ ਇਕੁਅਲ ਹੈ। ਤਾਂ ਹੁਣ ਇਹ ਪ੍ਰੋਪਰਟੀਆਂ ਅਪਲਾਈ ਕਰਨ ਤੋਂ ਪਹਿਲਾਂ ਹੁਣ ਰਾਜੇ ਤੁਹਾਡੇ ਸਾਹਮਣੇ ਆ ਵੀ ਇਹ ਰੋਮਬਸ ਆ। ਰੋਮਬਸ ਦੀ ਪ੍ਰੋਪਰਟੀ ਕੀ ਹੁੰਦੀ ਹੈ ਵੀ ਡਾਇਗਨਲਸ ਇੱਕ ਦੂਜੇ ਨੂੰ ਕੀ ਕਰਦੇ ਆ ਬਾਈਸੈਕਟ ਕਰਦੇ ਆ, ਮਤਲਬ ਆਹ ਡਾਇਗਨਲਸ ਆਪਸ ਕੀ ਨੇ ਇਕੁਅਲ, ਅਤੇ ਇਹਦੀਆਂ ਆਲ ਸਾਈਡਸ ਕੀ ਹੁੰਦੀਆਂ ਨੇ ਰੋਮਬਸ ਦੀਆਂ, ਇਹ ਵੀ ਆਪਸ ਕੀ ਹੁੰਦੀਆਂ ਇਕੁਅਲ ਹੁੰਦੀਆਂ ਨੇ। ਸੋ ਇਹਨਾਂ ਪ੍ਰੋਪਰਟੀਆਂ ਨੂੰ ਯੂਜ਼ ਕਰਦੇ ਹੋਏ ਆਪਾਂ ਇਹ ਕੁਐਸਚਨ ਸੋਲਵ ਕਰਾਂਗੇ। ਸੋ ਹੁਣ ਰਾਜੇ ਇਸ ਕੁਐਸਚਨ ਨੂੰ ਸੋਲਵ ਕਰਨਾ ਕਿਵੇਂ ਹੈ, ਕੀ ਕੀ ਆਪਾਂ ਨੂੰ ਕ੍ਰਾਈਟੀਰੀਆ ਚਾਹੀਦਾ ਕੁਐਸਚਨ ਦੇ ਲਈ, ਉਹ ਦੇਖਦੇ ਹਾਂ ਆਪਾਂ। ਸੋ ਕ੍ਰਾਈਟੀਰੀਆ ਦੇ ਅਕੋਰਡਿੰਗ ਆਪਾਂ ਇਹ ਸ਼ੋ ਕਰਨਾ ਵਾ ਵੀ ਆਹ ਐਂਗਲ ਇਹਦੇ ਇਕੁਅਲ ਹੈ, ਆਹ ਜਿਹੜਾ ਐਂਗਲ ਆ ਉੱਪਰਲੀ ਟ੍ਰਾਇੰਗਲ 'ਚ ਆ ਰਿਹਾ, ਆਹ ਜਿਹੜਾ ਐਂਗਲ ਆ ਨੀਚੇ ਵਾਲੀ ਟ੍ਰਾਇੰਗਲ 'ਚ ਆ ਰਿਹਾ। ਫਿਰ ਆਪਾਂ ਟ੍ਰਾਇੰਗਲਸ ਪਿਕ ਕਰ ਲਓ ਸਿੱਧੀਆਂ, ਤਾਂ ਆਪਾਂ ਕੀ ਲਿਖਾਂਗੇ ਇੱਥੇ ਇਨ ਟ੍ਰਾਇੰਗਲ AOD, ਆਹ ਸੈਂਟਰ ਪੁਆਇੰਟ ਨੂੰ O ਨਾਮ ਦੇ ਦਿਓ, ਐਂਡ ਟ੍ਰਾਇੰਗਲ AOB, ਆਹ ਦੋ ਟ੍ਰਾਇੰਗਲਸ ਪਿਕ ਕੀਤੀਆਂ ਮੈਂ ਉੱਪਰ ਨੀਚੇ ਵਾਲੀਆਂ। AD ਜਿਹੜੀ ਹੈਗੀ AB ਦੇ ਇਕੁਅਲ ਹੈ, ਠੀਕ ਹੈ। ਉਸ ਤੋਂ ਬਾਅਦ OA ਜਿਹੜੀ ਹੈਗੀ ਆ ਉਹ OA ਦੇ ਇਕੁਅਲ ਹੈ, ਕਾਮਨ ਸਾਈਡਡ ਹੋ ਗਈ। ਉਸ ਤੋਂ ਬਾਅਦ ਐਂਗਲ AOD ਜੋ ਹੈ ਉਹ ਇਜ਼ ਇਕੁਅਲ ਹੈ ਐਂਗਲ AOB ਦੇ, ਮਤਲਬ ਉਹਦੀ ਮੇਜਰ ਕਿੰਨੀ ਹੈ 90 ਡਿਗਰੀ। ਤਾਂ ਫਿਰ ਆਪਣੇ ਕੋਲੇ ਸਾਈਡ ਐਂਗਲ ਸਾਈਡ ਇੰਪਲਾਈਜ਼ ਟ੍ਰਾਇੰਗਲ AOD ਜੋ ਹੈ ਉਹ ਕਨਗਰੈਂਟ ਕਿਹਦੀ ਹੋ ਗਈ ਟ੍ਰਾਇੰਗਲ AOB ਦੀ। ਜੇ ਕਨਗਰੈਂਟ ਹੋ ਗਈਆਂ ਦਿਸ ਇੰਪਲਾਈਜ਼ ਜਿਹੜੇ ਐਂਗਲ ਤੱਕ ਆਪਾਂ ਨੂੰ ਮਤਲਬ ਆ OAD ਐਂਗਲ OAD ਜਿਹੜਾ A 'ਤੇ ਐਂਗਲ ਬਣਦਾ ਉਹ ਇਕੁਅਲ ਹੋਊਗਾ ਐਂਗਲ OAB ਦੇ, ਹੋ ਗਏ ਇਕੁਅਲ। ਇਹੀ ਇਕੁਅਲ ਪ੍ਰੂਵ ਕਰਨੇ ਸੀ ਆਪਾਂ। ਸਿਮਿਲਰਲੀ ਆਪਾਂ ਇਸ ਪਾਰਟ ਦੇ ਵਿੱਚ ਸਿਮਿਲਰਲੀ ਵਰਡ ਯੂਜ਼ ਕਰਕੇ ਆਪਾਂ ਕੀ ਲਿਖ ਦਾਂਗੇ ਐਂਗਲ OCD ਇਜ਼ ਇਕੁਅਲ ਟੂ ਐਂਗਲ OCB। ਸਿਮਿਲਰਲੀ ਆਪਾਂ ਇਹ ਚੀਜ਼ ਇੱਥੇ ਲਿਖ ਸਕਦੇ ਹਾਂ, ਠੀਕ ਹੈ ਵੀ OCD ਜਿਹੜਾ ਐਂਗਲ ਆ ਆਪਣੇ ਕੋਲੇ ਉਹ ਕਿਹਦੇ ਇਕੁਅਲ ਐਂਗਲ OCB ਦੇ ਇਕੁਅਲ ਹੈ। ਸੋ ਆਹ ਦੋ ਚੀਜ਼ਾਂ ਆਪਾਂ ਲਿਖ ਲਈਆਂ ਇੱਥੇ, ਆਹ ਐਂਗਲ ਇਹਦੇ ਇਕੁਅਲ ਸ਼ੋ ਕਰਤਾ। ਅਗਲੀ ਵਾਰ ਤੁਸੀਂ ਆਹ ਐਂਗਲ ਨੂੰ ਇਹਦੇ ਇਕੁਅਲ ਸ਼ੋ ਕਰਨਾ ਅਤੇ ਆਹ ਵਾਲੇ ਐਂਗਲ ਨੂੰ ਇਹਦੇ ਇਕੁਅਲ। ਤਾਂ ਇਹਦਾ ਸੈਕਿੰਡ ਪਾਰਟ ਦੇ ਵਿੱਚ ਕੀ ਕਰੋਗੇ ਤੁਸੀਂ ਟ੍ਰਾਇੰਗਲ ਲਓਗੇ AOD ਐਂਡ ਟ੍ਰਾਇੰਗਲ COD, AOD ਅਤੇ COD, OD ਕਾਮਨ ਹੈ, OD ਇਜ਼ ਇਕੁਅਲ ਟੂ OD, ਇਹ ਕਾਮਨ ਸਾਈਡ ਹੋ ਗਈ ਆਪਣੇ ਕੋਲ। OA ਜਿਹੜੀ ਹੈਗੀ ਆ ਉਹ OC ਦੇ ਇਕੁਅਲ ਹੈ, ਇਹ ਗਿਵਨ ਦਿੱਤੀ ਹੋਈ ਹੈ ਆਪਾਂ ਨੂੰ। ਉਸ ਤੋਂ ਬਾਅਦ ਆਪਣੇ ਕੋਲ ਤੀਸਰੀ ਚੀਜ਼ ਕੀ ਹੈ ਵੀ ਜਿਹੜੀ AC ਹੈ ਉਹ ਕਿਹਦੀ ਇਕੁਅਲ ਹੈ CD ਦੇ। ਤਾਂ ਸਾਈਡ ਇੰਪਲਾਈਜ਼ ਸਾਈਡ ਤੋਂ ਕੀ ਇੰਪਲਾਈਜ਼ ਹੋ ਜਾਊਗਾ ਐਂਗਲ ADO ਇਜ਼ ਇਕੁਅਲਸ ਟੂ ਐਂਗਲ CDO, ਜਿਹੜੇ D 'ਤੇ ਦੋ ਐਂਗਲਸ ਬਣ ਰਹੇ ਹੋ ਆਪਸ ਕੀ ਹੋ ਗਏ ਇਕੁਅਲ। ਸਿਮਿਲਰਲੀ ਨੀਚੇ ਵਾਲੀ ਦੋ ਟ੍ਰਾਇੰਗਲਸ ਲਈ ਆਪਾਂ ਲਿਖਾਂਗੇ ਐਂਗਲ ABO ਇਜ਼ ਇਕੁਅਲ ਟੂ ਐਂਗਲ CBO, ਇਹ ਵੀ ਇਕੁਅਲ ਹੋ ਗਏ। ਬਸ ਇਹੀ ਚੀਜ਼ਾਂ ਆਪਾਂ ਸ਼ੋਅ ਕਰਨੀਆਂ ਸੀ ਵੀ ਜਿਹੜੇ ਇਹ ਐਂਗਲਸ ਨੇ ਉਹ ਕੀ ਨੇ ਆਪਸ 'ਚ ਇਕੁਅਲ ਆ ਰਹੇ ਨੇ। ਤਾਂ ਐਟ ਦਾ ਐਂਡ ਆਪਾਂ ਸਾਰਾ ਕੁਐਸਚਨ ਕੰਪਲੀਟ ਕਰਨ ਤੋਂ ਬਾਅਦ ਲਿਖਾਂਗੇ ਹੈਂਸ
AC bisect angle A and angle C, BD bisect angle B and angle D। ਤਾਂ ਇਹ ਜਿਹੜੀਆਂ ਲਾਈਨਸ ਨੇ ਇਹ ਇਹਨਾਂ ਨੂੰ ਕੀ ਕਰਦੀਆਂ ਪਈਆਂ ਨੇ, ਬਾਈਸੈਕਟ ਕਰਦੀਆਂ ਪਈਆਂ ਨੇ। 7th ਕੁਐਸਚਨ ਯੂਅਰ ਹੇਅਰ ਇਜ਼ ਕੰਪਲੀਟਡ। ਆਫਟਰਵਰਡਸ 8th ਕੁਐਸਚਨ ਇਜ਼ ਯੂਅਰ ਹੋਮਵਰਕ ਕੁਐਸਚਨ। ਬੇਟਾ ਇਹਦੇ ਨਾਲ ਦਾ ਕੁਐਸਚਨ ਆਪਾਂ ਕਰ ਚੁੱਕੇ ਹਾਂ, ਠੀਕ ਹੈ। ਸੋ ਲੈਟ ਅਸ ਕੰਟੀਨਿਊ ਵਿਦ 9th ਕੁਐਸਚਨ। ਕੁਐਸਚਨ ਨੰਬਰ 9 ਦੀ ਸਟੇਟਮੈਂਟ ਆ, ਇਨ ਅ ਪੈਰਲੋਗ੍ਰਾਮ ABCD। ਦੇਖੋ ABCD ਆਪਾਂ ਨੂੰ ਕੀ ਦਿੱਤਾ ਹੋਇਆ, ਪੈਰਲੋਗ੍ਰਾਮ। ਜਦੋਂ ABCD ਪੈਰਲੋਗ੍ਰਾਮ ਆ, ਇਹਦਾ ਮਤਲਬ ਜੋ AB ਹੈ ਉਹ CD ਦੇ ਇਕੁਅਲ ਹੋਏਗੀ ਐਂਡ ਪੈਰਲਰ ਹੋਏਗੀ, ਅਤੇ ਜੋ AD ਆ ਉਹ BC ਦੇ ਇਕੁਅਲ ਵੀ ਹੋਏਗੀ ਅਤੇ BC ਦੇ ਪੈਰਲਰ ਵੀ ਹੋਏਗੀ ਆਪਣੇ ਕੋਲ। ABCD ਇਜ਼ ਅ ਪੈਰਾਗ੍ਰਾਮ। 2 points P and Q ਆਰ ਟੇਕਨ ਔਨ ਦ ਡਾਇਗੋਨਲ BD। ਆ BD ਡਾਇਗੋਨਲ ਆ, ਇਹਦੇ ਆਪਾਂ 2 ਪੁਆਇੰਟ ਲੈਣੇ ਆ P ਤੇ Q, ਸੱਚ ਦੈਟ DP ਤੇ BQ ਆਪਸ 'ਚ ਕੀ ਨੇ, ਇਕੁਅਲ ਨੇ। ਮਤਲਬ ਆਹ ਜਿਹੜਾ DP ਹੈ, ਆਹ ਜਿਹੜਾ BQ ਹੈ, ਡਿਸਟੈਂਸ ਇੰਨਾ ਇੰਨਾ ਕੁ ਡਿਸਟੈਂਸ, ਇਹ ਦੋਨੋਂ ਵੀ ਆਪਸ 'ਚ ਕੀ ਦਿੱਤੇ ਹੋਏ ਨੇ, ਇਕੁਅਲ ਦਿੱਤੇ ਹੋਏ ਨੇ ਆਪਾਂ ਨੂੰ, ਠੀਕ ਹੈ। ਤਾਂ ਸ਼ੋ ਦੈਟ ਟ੍ਰਾਇੰਗਲ APD, ਪਹਿਲਾ ਕੰਮ ਕੀ ਹੈ ਆਪਣਾ, ਵੀ ਟ੍ਰਾਇੰਗਲ APD, ਆਹ ਟ੍ਰਾਇੰਗਲ ਜਿਹਦੇ ਉੱਪਰ ਡਾਟ ਲਗਾਈ ਹੈ, ਐਂਡ ਟ੍ਰਾਇੰਗਲ CQB, ਆਹ ਵਾਲੇ ਟ੍ਰਾਇੰਗਲਸ, ਇਹ ਟ੍ਰਾਇੰਗਲਸ ਆਪਸ ਦੇ ਵਿੱਚ ਕੀ ਨੇ, ਇਕੁਅਲ ਨੇ। ਦੇਖੋ ਰਾਜੇ, ਆਹ ਲਾਈਨ ਤੇ ਆਹ ਲਾਈਨ ਆਪਸ 'ਚ ਪੈਰਲਰ ਆ ਅਤੇ ਆਹ ਟਰਾਂਸਵਰਸਲ ਹੈ, ਤਾਂ ਇਹਦਾ ਜਿਹੜਾ ਆਹ ਐਂਗਲ ਹੋਊਗਾ ਇਹ ਟ੍ਰਾਇੰਗਲ ਦਾ, ਉਹ ਆਹ ਵਾਲੇ ਐਂਗਲ ਦੇ ਇਕੁਅਲ ਹੋਊਗਾ। ਉਸੇ ਤਰ੍ਹਾਂ ਹੀ ਫਿਰ ਜੇ ਮੈਂ ਗੱਲ ਕਰਾਂ, ਆਹ ਲਾਈਨ ਇਹਦੇ ਪੈਰਲਰ ਹੈ, ਠੀਕ ਹੈ। ਚਲੋ ਉਹ ਐਂਗਲ ਦੀ ਆਪਾਂ ਜਦੋਂ ਰਿਕੁਆਇਰਮੈਂਟ ਹੋਊਗੀ ਉਦੋਂ ਗੱਲ ਕਰ ਲਾਂਗੇ। ਤਾਂ ਹੁਣ ਆਪਣੇ ਕੋਲ ਰਿਜ਼ਲਟ ਕੀ ਆ, ਉਹਦੇ ਅਕੋਰਡਿੰਗ ਆਪਾਂ ਯੂਜ਼ ਕਰਦੇ ਹਾਂ। ਟ੍ਰਾਇੰਗਲਸ ਕੌਨਗਰੂਐਂਟ ਤਾਂ ਦਿਖ ਹੀ ਰਹੀਆਂ ਨੇ ਆਪਾਂ ਨੂੰ, ਹੈ ਨਾ। ਸੋ ਲਿਖਣਾ ਹੀ ਹੈ ਸਿਰਫ। ਫਸਟ ਪਾਰਟ ਕੀ ਹੈ ਆਪਣੇ ਕੋਲ, ਟ੍ਰਾਇੰਗਲ APD, ਇਹਨੂੰ ਕੌਨਗਰੂਐਂਟ ਸ਼ੋ ਕਰਨਾ ਵਾ ਆਪਾਂ ਟ੍ਰਾਇੰਗਲ CQB ਦੇ। ਦੇਖੋ DP ਤੇ BQ ਇਕੁਅਲ ਦਿੱਤੇ ਹੋਏ ਹੈ, ਪਹਿਲੀ ਚੀਜ਼। ਦੂਸਰਾ AD ਜਿਹੜੀ ਹੈਗੀ ਆ ਉਹ BC ਦੇ ਇਕੁਅਲ ਹੈ, ਦੂਸਰੀ ਚੀਜ਼। ਤੀਸਰੀ ਚੀਜ਼ ਕੀ ਹੈ, ਐਂਗਲ PDA, ਐਂਗਲ PDA ਇਜ਼ ਇਕੁਅਲ ਟੂ ਐਂਗਲ QBC। ਤਿੰਨ ਚੀਜ਼ਾਂ ਇਕੁਅਲ ਹੋ ਗਈਆਂ, ਤਾਂ ਸਾਈਡ ਐਂਗਲ ਸਾਈਡ ਇੰਪਲਾਈਜ਼ ਟ੍ਰਾਇੰਗਲ APD ਜੋ ਹੈ ਉਹ ਕੌਨਗਰੂਐਂਟ ਹੋਗੀ ਟ੍ਰਾਇੰਗਲ CQB ਦੇ, ਠੀਕ ਹੈ। ਤਾਂ CPCTC ਇੰਪਲਾਈਜ਼, CPCTC ਤੋਂ ਕੀ ਇੰਪਲਾਈਜ਼ ਹੋ ਸਕਦਾ ਵੀ ਆਪਣੇ ਕੋਲ ਆਹ ਟ੍ਰਾਇੰਗਲ ਦੀ ਜਿਹੜੀ ਸਾਈਡ ਹੈ AP, ਉਹ CQ ਦੇ ਕੀ ਹੋ ਜੂਗੀ, ਆਹ ਵਾਲੀ ਸਾਈਡ ਅਤੇ ਆਹ ਵਾਲੀ ਸਾਈਡ ਆਪਸ ਕੀ ਹੋ ਜੂ, ਇਕੁਅਲ। AP ਇਜ਼ ਇਕੁਅਲ ਟੂ CQ। CPCT ਤੋਂ ਆਪਾਂ ਇਹ ਲਿਖ ਸਕਦੇ ਹਾਂ। ਸੈਕਿੰਡ ਪਾਰਟ ਕੀ ਹੈ ਇਸ ਕੁਐਸਚਨ ਦਾ, ਆਪਾਂ ਇਹ ਸ਼ੋ ਕਰਨਾ ਵਾ ਵੀ AP ਜਿਹੜੀ ਹੈਗੀ ਆ ਉਹ CQ ਦੀ ਕੀ ਆ, ਇਕੁਅਲ ਆ। ਤਾਂ ਉਹ ਕੀ ਹੋਊਗਾ ਬਾਈ ਫਸਟ ਪਾਰਟ। ਆਪਾਂ ਫਸਟ ਪਾਰਟ 'ਚ ਇਹ ਚੀਜ਼ ਨੂੰ ਆਲਰੇਡੀ ਪ੍ਰੂਵ ਕਰਕੇ ਆ ਚੁੱਕੇ ਹਾਂ, ਸੋ ਉੱਥੋਂ ਆਪਾਂ ਇਹਨੂੰ ਮੈਂਸ਼ਨ ਕਰ ਦਾਂਗੇ ਇੱਥੇ। ਅਗਲੀ ਵਾਰ ਆਪਾਂ ਥਰਡ ਪਾਰਟ 'ਚ ਕੀ ਕਰਨਾ ਵਾ, AQ ਇਜ਼ ਕੌਨਗਰੂਐਂਟ ਟੂ AQB ਟ੍ਰਾਇੰਗਲ। ਦੇਖੋ AQB ਆਹ ਵਾਲੀ ਜਿੱਥੇ ਮੈਂ ਡਾਟ ਲਗਾਇਆ, ਇਜ਼ ਕੌਨਗਰੂਐਂਟ ਟੂ, ਇਹਨੂੰ ਕਿਹਦੇ ਕੌਨਗਰੂਐਂਟ ਸ਼ੋ ਕਰਨਾ ਆਪਾਂ, ਇਹਨੂੰ ਆਪਾਂ ਕੌਨਗਰੂਐਂਟ ਸ਼ੋ ਕਰਨਾ CPD ਦੇ, CPD ਦੇ ਆਹ ਵਾਲੇ ਟ੍ਰਾਇੰਗਲ ਦੇ ਆਪਾਂ ਇਹਨੂੰ ਕੌਨਗਰੂਐਂਟ ਸ਼ੋ ਕਰਨਾ। ਤਾਂ ਥਰਡ ਪਾਰਟ ਦੇਖੋ, AQB ਇਜ਼ ਕੌਨਗਰੂਐਂਟ ਟੂ ਟਰਾਇੰਗਲ CPD। ਤਾਂ ਉਹਦੇ ਲਈ ਵੀ ਆਪਣੇ ਕੋਲ ਤਿੰਨ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਆਪਾਂ ਨੂੰ। ਪਹਿਲਾਂ ਤਾਂ ਪਹਿਲੀ ਗੱਲ BQ ਜੋ ਹੈ ਉਹ PD ਦੇ ਇਕੁਅਲ ਹੈ, ਪਹਿਲੀ ਚੀਜ਼। ਦੂਸਰੀ ਗੱਲ ਜੋ ਆਪਣੇ ਕੋਲ AB ਲਾਈਨ ਹੈ ਉਹ CD ਲਾਈਨ ਦੇ ਇਕੁਅਲ ਹੈ, ਠੀਕ ਹੈ ਜੀ। ਦੂਸਰੀ ਚੀਜ਼ ਹੋ ਗਈ ਆਪਣੇ ਕੋਲ। ਤੀਸਰੀ ਚੀਜ਼ ਆਪਣੇ ਕੋਲ ਇਹਦੇ ਵਿੱਚ ਕੀ ਇਕੁਅਲ ਹੈ, ABQ ਐਂਗਲ। ABQ ਮਤਲਬ ਆਹ ਜਿਹੜਾ ਐਂਗਲ ਹੈ, ਧਿਆਨ ਨਾਲ ਦੇਖੋ, ਜੇ ਆਹ ਲਾਈਨ ਅਤੇ ਆਹ ਲਾਈਨ ਪੈਰਲਰ ਹੈ ਅਤੇ ਆਹ ਟਰਾਂਸਵਰਸਲ ਹੈ, ਤਾਂ ਆਹ ਜਿਹੜਾ ਐਂਗਲ ਆ ਉਹ ਕਿਹਦੇ ਇਕੁਅਲ ਹੋਊਗਾ, ਆਹ ਵਾਲੇ ਐਂਗਲ ਦੇ ਇਕੁਅਲ। ਤਾਂ ਮਤਲਬ ਐਂਗਲ ABQ ਇਜ਼ ਇਕੁਅਲ ਟੂ ਐਂਗਲ ADP। ਦੋਨੋਂ ਐਂਗਲਸ ਆਪਸ 'ਚ ਕੀ ਹੋ ਗਏ, ਇਹ ਇਕੁਅਲ ਹੋ ਗਏ, ਠੀਕ ਹੈ ਜੀ। ਤਾਂ ਤਿੰਨ ਚੀਜ਼ਾਂ ਹੋ ਗਈਆਂ। ਦਿਸ ਇੰਪਲਾਈਜ਼ ਆਪਣੇ ਕੋਲ ਰਿਜ਼ਲਟ ਕੀ ਆਊਗਾ, ਸਾਈਡ ਐਂਗਲ ਸਾਈਡ ਇੰਪਲਾਈਜ਼, ਇੱਥੇ ਕੌਮਾ ਲਿਖ ਲੈਂਦੇ, ਸਾਈਡ ਐਂਗਲ ਸਾਈਡ ਇੰਪਲਾਈਜ਼ ਟ੍ਰਾਇੰਗਲ AQB ਇਜ਼ ਕੌਨਗਰੂਐਂਟ ਟੂ ਟ੍ਰਾਇੰਗਲ CPD। ਇਹ ਦੋਨੋਂ ਟ੍ਰਾਇੰਗਲਸ ਆਪਸ 'ਚ ਕੀ ਹੋ ਗਈਆਂ, ਕੌਨਗਰੂਐਂਟ ਹੋ ਗਈਆਂ। ਜੇ ਦੋਨੋਂ ਟ੍ਰਾਇੰਗਲਸ ਕੌਨਗਰੂਐਂਟ ਹੋ ਗਈਆਂ ਤਾਂ ਕੀ ਮੈਂ ਇਹ ਗੱਲ ਕਹਿ ਸਕਦਾ ਵਾਂ CPCT ਤੋਂ ਵੀ ਜਿਹੜੀ AQ ਲਾਈਨ ਹੈ ਉਹ ਕਿਹਦੇ ਇਕੁਅਲ ਹੈ, CP ਦੀ। AQ ਇਜ਼ ਇਕੁਅਲ ਟੂ CP। ਧਿਆਨ ਨਾਲ ਦੇਖੋ, ਫੋਰਥ ਪਾਰਟ 'ਚ ਆਪਾਂ ਇਹੀ ਚੀਜ਼ ਪ੍ਰੂਵ ਕਰਨੀ ਹੈ। ਸੋ ਫੋਰਥ ਪਾਰਟ ਨੂੰ ਕੀ ਲਿਖੋਗੇ ਤੁਸੀਂ, ਫੋਰਥ ਪਾਰਟ ਨੂੰ ਲਿਖੋਗੇ ਬਾਈ ਥਰਡ ਪਾਰਟ। ਥਰਡ ਪਾਰਟ ਆਪਾਂ ਉਹਨੂੰ ਪ੍ਰੂਵ ਕਰ ਚੁੱਕੇ ਹਾਂ। ਹੁਣ ਆਪਾਂ ਕੀ ਪ੍ਰੂਵ ਕਰਨਾ, APCQ ਇਜ਼ ਅ ਪੈਰਲੇਲੋਗ੍ਰਾਮ। ਪੈਰਲੇਲੋਗ੍ਰਾਮ 'ਚ ਕੀ ਪ੍ਰੂਵ ਕਰਨਾ ਹੁੰਦਾ ਵੀ ਆਪੋਜ਼ਿਟ ਸਾਈਡਸ ਆਰ ਇਕੁਅਲ।
ਇਹੀ ਪ੍ਰੂਵ ਕਰਨਾ ਹੁੰਦਾ ਆਪੋਜ਼ਿਟ ਸਾਈਡ ਆਫ ਅ ਕੁਆਡਰੀਲੇਟਰਲ ਜੇ ਇਕੁਅਲ ਹੋ ਜਾਣ, ਠੀਕ ਹੈ, ਤਾਂ ਆਪਾਂ ਕੀ ਕਹਿੰਦੇ ਹੁੰਦੇ ਆ ਵੀ ਉਹ ਕੀ ਹੋ ਜਾਂਦੀ ਹੈ, ਪੈਰਲੋਗ੍ਰਾਮ ਹੋ ਜਾਂਦੀ ਹੈ ਆਪਣੇ ਕੋਲੇ। ਸੋ ਆਪਣੇ ਕੋਲ ਜੋ 5th ਪਾਰਟ ਹੈ ਉਹ ਪਾਰਟ ਆਪਾਂ ਕਿਵੇਂ ਕਰਾਂਗੇ, ਬਾਈ ਜਿਹੜੇ ਪਾਰਟ ਆਪਾਂ ਸੈਕਿੰਡ ਪਾਰਟ ਅਤੇ 4th ਪਾਰਟ, ਬਾਈ 5th ਪਾਰਟ 'ਚ ਆਪਾਂ ਲਿਖਾਂਗੇ ਸੈਕਿੰਡ ਪਾਰਟ ਐਂਡ 4th ਪਾਰਟ ਇੰਪਲਾਈ। ਸੈਕਿੰਡ ਪਾਰਟ 'ਚ ਕੀ ਪ੍ਰੂਵ ਕੀਤਾ ਸੀ ਵੀ ਏ ਪੀ ਜਿਹੜੀ ਹੈਗੀ ਉਹ ਸੀ ਕਿ ਉਹਦੇ ਇਕੁਅਲ ਹੈ, ਐਂਡ 4th ਪਾਰਟ ਦੇ ਵਿੱਚ ਆਪਾਂ ਕੀ ਇੰਪਲਾਈਜ਼ ਕੀਤਾ ਸੀ ਵੀ ਆਪਣੇ ਕੋਲੇ ਜਿਹੜਾ ਏ ਕਿਊ ਆ ਉਹ ਪੀ ਸੀ ਦੇ ਇਕੁਅਲ ਹੈ, ਆਪੋਜ਼ਿਟ ਸਾਈਡਸ ਆਰ ਇਕੁਅਲ। ਹੈਂਸ ਇੱਥੇ ਆਪਾਂ ਕੀ ਲਿਖਾਂਗੇ, ਹੈਂਸ ਏ ਪੀ ਸੀ ਕਿਊ ਇਜ਼ ਅ ਪੈਰਲੇਲੋਗ੍ਰਾਮ, ਠੀਕ ਹੈ ਜੀ। ਤਾਂ ਇਹ ਪੈਰਲੇਲੋਗ੍ਰਾਮ ਹੋ ਗਈ ਆਪਣੇ ਕੋਲ। ਇੱਥੇ ਆ ਕੇ ਆਪਣਾ 9th ਕੁਐਸਚਨ ਵੀ ਕੀ ਹੈ, ਕੰਪਲੀਟ ਹੋ ਜਾਂਦਾ। 9th ਕੁਐਸਚਨ ਕੰਪਲੀਟ ਹੋਣ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ, ਗੱਲ ਕਰਾਂਗੇ ਕੁਐਸਚਨ ਨੰਬਰ 10 ਦੀ। ਕੁਐਸਚਨ ਨੰਬਰ 10 statement is ABCD is a parallelogram and AP and CQ are perpendiculars from the vertices A and C on the diagonal BD। ABCD ਇੱਕ ਪੈਰਲੋਗ੍ਰਾਮ ਆ, ਮਤਲਬ AB ਜੋ ਹੈ ਉਹ CD ਦੇ ਇਕੁਅਲ ਹੋਊਗਾ ਅਤੇ BC ਜੋ ਹੈ ਉਹ AD ਦੇ ਕੀ ਹੋਊਗਾ, ਇਕੁਅਲ। ਉਸ ਤੋਂ ਬਾਅਦ ਉਹ ਕਹਿੰਦਾ AP ਅਤੇ CQ ਇਹ ਆਪਾਂ ਦੋ ਪਰਪੈਂਡੀਕੂਲਰਸ ਡਰਾ ਕੀਤੇ ਆ। ਕਿਹਦੇ ਉੱਪਰ ਡਰਾ ਕੀਤੇ ਨੇ ਪਰਪੈਂਡੀਕੂਲਰ, ਡਾਇਗਨਲ BD ਦੇ ਉੱਪਰ ਡਰਾ ਕੀਤੇ ਆ। ਸ਼ੋ ਕਰਨਾ ਟ੍ਰਾਇੰਗਲ APB। ਆ ਨੀਚੇ ਵਾਲੀ ਟ੍ਰਾਇੰਗਲ ਇਜ਼ ਕੌਨਗਰੂਐਂਟ ਟੂ ਟ੍ਰਾਇੰਗਲ CQD। ਕੌਨਗਰੈਂਸੀ ਪ੍ਰੂਵ ਕਰਨ ਦੇ ਲਈ ਦੇਖੋ ਹੁਣ ਆਪਾਂ ਨੂੰ ਕਰਨਾ ਕੀ ਪਏਗਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਆਹ ਲਾਈਨ ਅਤੇ ਆਹ ਲਾਈਨ ਪੈਰਲਰ ਹੈ, ਤਾਂ ਇਹਦਾ ਮਤਲਬ ਇਹ Z ਬਣਾ ਰਹੀ ਹੈ, ਤਾਂ ਆਹ ਜਿਹੜਾ ਐਂਗਲ 1 ਹੈ ਉਹ ਐਂਗਲ 2 ਦੇ ਇਕੁਅਲ ਹੋ ਜਾਊਗਾ। ਦੂਜੀ ਗੱਲ AB ਅਤੇ CD ਆਪਸ ਕੀ ਦਿੱਤੇ ਹੋਏ ਆਪਾਂ ਨੂੰ, ਇਕੁਅਲ ਦਿੱਤੇ ਹੋਏ ਨੇ। ਕਿਉਂਕਿ ਹੁਣ ਇਸ ਤੋਂ ਬਾਅਦ ਇਹ ਚੀਜ਼ਾਂ ਹੋ ਗਈਆਂ ਆਪਣੇ ਕੋਲ। ਤੀਸਰੀ ਚੀਜ਼ ਆਪਾਂ ਇੱਥੇ ਕੀ ਲਿਖਾਂਗੇ ਟ੍ਰਾਇੰਗਲ ਦੇ ਵਿੱਚ, ਐਂਗਲ APB। ਦੇਖੋ ਐਂਗਲ APB ਆਹ ਐਂਗਲ 90 ਦਾ ਬਣ ਰਿਹਾ ਇਸ ਟ੍ਰਾਇੰਗਲ 'ਚ, ਅਤੇ ਇਸ ਟ੍ਰਾਇੰਗਲ ਦੇ ਵਿੱਚ ਐਂਗਲ CQD ਆਹ ਐਂਗਲ ਵੀ ਕੀ ਆ 90 ਦਾ ਬਣ ਰਿਹਾ। ਸੋ ਤਿੰਨ ਚੀਜ਼ਾਂ ਆਪਾਂ ਲਿਖਣ ਜਾ ਰਹੇ ਹਾਂ। ਆਪਾਂ ਪ੍ਰੂਵ ਕਰਨਾ ਫਸਟ ਪਾਰਟ ਦੇ ਵਿੱਚ, ਕੀ ਪ੍ਰੂਵ ਕਰਨਾ ਮੈਂ ਦੁਬਾਰਾ ਦੱਸ ਦਿੰਦਾ, APB ਟ੍ਰਾਇੰਗਲ ਇਜ਼ ਕੌਨਗਰੂਐਂਟ ਟੂ CQD। ਤਾਂ ਹੁਣ ਇਹਨੂੰ ਕਿਵੇਂ ਕੌਨਗਰੂਐਂਟ ਪ੍ਰੂਵ ਕਰਾਂਗੇ। AB ਜੋ ਹੈ ਆਪਣੇ ਕੋਲੇ ਉਹ CD ਦੇ ਇਕੁਅਲ ਹੈ, ਪਹਿਲੀ ਚੀਜ਼ AB ਇਜ਼ ਇਕੁਅਲ ਟੂ CD। ਦੂਸਰੀ ਗੱਲ ਕੀ ਹੈ ਵੀ ਐਂਗਲ ਜਿਹੜਾ 1 ਹੈ ਉਹ ਐਂਗਲ 2 ਦੇ ਇਕੁਅਲ ਹੈ। ਤੀਸਰੀ ਚੀਜ਼ ਆਪਣੇ ਕੋਲ ਕੀ ਰਿਜ਼ਲਟ ਆ ਰਿਹਾ ਇੱਥੇ, ਐਂਗਲ CQD ਇਜ਼ ਇਕੁਅਲ ਟੂ ਐਂਗਲ APB। ਅਤੇ ਇਹਨਾਂ ਦੀ ਮੈਜ਼ਰਮੈਂਟ ਕਿੰਨੀ ਹੈ, 90 ਡਿਗਰੀ, ਠੀਕ ਹੈ ਜੀ। ਤਾਂ ਐਂਗਲਸ ਕਿੰਨੇ ਆਪਣੇ ਕੋਲ 90 ਡਿਗਰੀ ਦੇ ਹੈ। ਤਾਂ ਇਹ ਤਿੰਨ ਚੀਜ਼ਾਂ ਤੋਂ ਆਪਣੇ ਕੋਲ ਕੀ ਇੰਪਲਾਈਜ਼ ਹੋ ਜਾਊਗਾ, ਟ੍ਰਾਇੰਗਲ APB ਇਜ਼ ਕੌਨਗਰੂਐਂਟ ਟੂ ਟ੍ਰਾਇੰਗਲ CQD। ਅਤੇ ਜੇ ਇਹ ਦੋ ਟ੍ਰਾਇੰਗਲਸ ਆਪਸ ਦੇ ਵਿੱਚ ਕੌਨਗਰੂਐਂਟ ਹੋ ਜਾਂਦੀਆਂ ਨੇ ਤਾਂ ਇੱਥੋਂ ਆਪਣੇ ਕੋਲ ਰਿਜ਼ਲਟ 'ਚ ਕੀ ਇੰਪਲਾਈਜ਼ ਹੁੰਦਾ ਵਾ, ਇਫ ਟੂ ਟ੍ਰਾਇੰਗਲਸ ਆਰ ਕੌਨਗਰੂਐਂਟ ਦਿਸ ਇੰਪਲਾਈਜ਼। ਤਾਂ ਜੋ ਆਪਾਂ ਚੀਜ਼ ਪ੍ਰੂਵ ਕਰਨੀ ਹੈ, ਦੇਖੋ ਆਹ ਜਿਹੜੀ ਲਾਈਨ ਹੈ ਟ੍ਰਾਇੰਗਲ ਦੀ ਉਹ ਇਹਦੇ ਇਕੁਅਲ ਹੋ ਜੂਗੀ, ਮਤਲਬ AP ਜਿਹੜੀ ਹੈ ਉਹ ਕਿਹਦੇ ਇਕੁਅਲ ਹੋ ਜੂਗੀ, CQ ਦੇ। ਇਹ CPCTC ਤੋਂ ਲਿਖ ਦਾਂਗੇ ਆਪਾਂ, ਠੀਕ ਹੈ ਜੀ। ਤਾਂ ਇਹੀ ਇਹਦਾ ਸੀਗਾ ਸੈਕਿੰਡ ਪਾਰਟ। ਸੋ ਕੁਐਸਚਨ ਨੰਬਰ 10 ਇਜ਼ ਕੰਪਲੀਟਡ ਹੇਅਰ। ਆਫਟਰਵਰਡਸ ਲੈਟ ਅਸ ਸੀ ਦ ਨੈਕਸਟ ਕੁਐਸਚਨ ਨੰਬਰ 11। ਉਹਦੀ ਡਾਇਗਰਾਮ ਵੀ ਤੁਹਾਡੀ ਬੁੱਕ ਦੇ ਵਿੱਚ ਗਿਵਨ ਹੈ, ਤੁਸੀਂ ਉਹ ਡਾਇਗਰਾਮ ਸਿਰਫ ਬੁੱਕ 'ਚੋਂ ਦੇਖੋਗੇ। ਆਈ ਐਮ ਨਾਟ ਗੋਇੰਗ ਟੂ ਡਰਾ ਦੈਟ ਡਾਇਗਰਾਮ। ਹਾਂ ਡਾਇਗਰਾਮ ਦੇ ਜਿਹੜੇ ਪੋਰਸ਼ਨਸ ਨੇ ਜਾਂ ਜਿਹੜੇ ਪਾਰਟਸ ਨੇ ਉਹ ਮੈਂ ਜ਼ਰੂਰ ਡਰਾ ਕਰੂੰਗਾ, ਠੀਕ ਹੈ। ਤਾਂ ਉਹ ਹੁਣ ਆਪਣੇ ਕੋਲ ਡਾਇਗਰਾਮ ਹੈ ਕੀ, ਉਹ ਕਹਿੰਦਾ ਇਨ ਟ੍ਰਾਇੰਗਲ ABC, ਤੁਹਾਨੂੰ ਦਿਖ ਰਿਹਾ ਹੋਣਾ ਡਾਇਗਰਾਮ 'ਚ ਇੱਕ ਸਾਈਡ ਵਾਲੀ ਟ੍ਰਾਇੰਗਲ ABC ਹੈ ਐਂਡ ਟ੍ਰਾਇੰਗਲ DEF, ਇੱਕ ਟ੍ਰਾਇੰਗਲ DEF ਆ, ਉਹਦੇ 'ਚ AB ਜੋ ਹੈ ਉਹ DE ਦੇ ਇਕੁਅਲ ਹੈ। AB ਸਾਈਡ ਜਿਹੜੀ ਹੈਗੀ ਆ ਉਹ ਸਾਈਡ DE ਦੇ ਕੀ ਆ, ਇਕੁਅਲ। ਆਹ ਤੁਹਾਡੇ ਕੋਲ ਸਾਈਡ AB ਦਿੱਤੀ ਹੋਈ ਹੈ ਅਤੇ ਆਹ ਤੁਹਾਡੇ ਕੋਲ ਸਾਈਡ DE ਦਿੱਤੀ ਹੋਈ ਹੈ ਡਾਇਗਰਾਮ 'ਚ। ਇਹ ਦੋਨੋਂ ਕੀ ਨੇ ਆਪਸ 'ਚ ਇਕੁਅਲ, ਐਂਡ AB ਅਤੇ DE ਆਪਸ 'ਚ ਕੀ ਨੇ, ਪੈਰਲਰ ਵੀ ਨੇ। BC ਜੋ ਹੈ ਆਪਣੇ ਕੋਲ BC ਉਹ EF ਦੇ ਇਕੁਅਲ ਹੈ। BC ਜਿਹੜੀ ਲਾਈਨ ਹੈ ਉਹ ਕੁਛ ਇਸ ਤਰ੍ਹਾਂ ਦੀ ਲਾਈਨ ਹੈ, ਠੀਕ ਹੈ, B ਤੋਂ C ਤੱਕ, ਅਤੇ ਉਹ ਕਿਹਦੇ ਇਕੁਅਲ ਹੈ ਆਪਣੇ ਕੋਲ, EF ਦੇ। ਇੱਥੇ B ਹੈ, ਇੱਥੇ C ਹੈ, ਇੱਥੇ ਕੀ ਹੈ E ਅਤੇ ਇੱਥੇ ਕੀ ਹੈ F। ਅਤੇ ਇਹ ਦੋਨੋਂ ਲਾਈਨਾਂ ਇਕੁਅਲ ਵੀ ਨੇ ਅਤੇ ਆਪਸ 'ਚ ਕੀ ਨੇ, ਪੈਰਲਰ ਵੀ ਨੇ। ਇਹਨਾਂ ਨੂੰ ਜੁਆਇਨ ਕਰ ਦਈਏ, ਕੁਛ ਇਸ ਤਰ੍ਹਾਂ ਨਾਲ ਜੁਆਇਨ ਹੋਣਗੀਆਂ ਇਹ, ਹਾਂਜੀ ਠੀਕ ਹੈ ਜੀ। ਤਾਂ ਆਪਾਂ ਇਹਨਾਂ ਨੂੰ ਜੁਆਇਨ ਵੀ ਕਰਤਾ। vertices ABC join to the vertices D, E and F respectively, see figure। ਕਹਿੰਦਾ ਉਹਨਾਂ ਨੂੰ vertices ਨੂੰ ਜੁਆਇਨ ਕਰਕੇ ਇੱਕ ਦੂਜੇ ਦੇ ਕੀ ਕੀਤਾ ਹੋਇਆ, ਜੁਆਇਨ ਕਰਨ ਤੋਂ ਬਾਅਦ ਇੱਕ ਡਾਇਗਰਾਮ ਬਣਾਈ। ਉਹ ਡਾਇਗਰਾਮ ਤੁਸੀਂ ਬੁੱਕ 'ਚ ਦੇਖ ਸਕਦੇ ਹੋ। ਪਹਿਲਾ ਪਾਰਟ ਕੀ ਹੈ, ਸ਼ੋ ਦੈਟ ਕੁਆਡਰੀਲੈਟਰਲ
ABED इज अ पैरलोग्राम, ABED इज अ पैरलोग्राम, ਇਹਨੂੰ ਕੁਆਡਰੀਲੇਟਰਲ ਨੂੰ ਪੈਰਲੋਗ੍ਰਾਮ ਸ਼ੋ ਕਰਨਾ। ਦੇਖੋ ਇਹਦੇ 'ਚ ਆਪਾਂ ਨੂੰ ਕੀ ਦਿੱਤਾ ਹੋਇਆ ਸੀ ਵੀ ਆਹ ਦੋਨੋਂ ਸਾਈਡਸ ਆਪਸ 'ਚ ਇਕੁਅਲ ਵੀ ਨੇ ਤੇ ਆਪਸ 'ਚ ਕੀ ਨੇ, ਪੈਰਲਰ। ਬਸ ਠੀਕ ਹੈ, ਫਿਰ ਉੱਥੋਂ ਆਪਣਾ ਕੰਮ ਹੋ ਗਿਆ ਫਸਟ ਪਾਰਟ ਦਾ। ਆਪਾਂ ਲਿਖਾਂਗੇ ਵੀ AB ਇਜ਼ ਇਕੁਅਲ ਟੂ DE ਐਂਡ AB ਜਿਹੜੀ ਹੈਗੀ ਆ ਉਹ ਪੈਰਲਰ ਵੀ ਕਿਹਦੇ ਆ, DE ਦੇ। ਦਿਸ ਇੰਪਲਾਈਜ਼ ABDE ਇਜ਼ ਅ ਪੈਰਲੋਗ੍ਰਾਮ। ਤੇ ਜੇ ਇਹ ਪੈਰਲੋਗ੍ਰਾਮ ਹੋ ਜਾਂਦੀ ਆ ਉੱਥੋਂ ਕੀ ਇੰਪਲਾਈਜ਼ ਹੋ ਜਾਊਗਾ ਵੀ ਜਿਹੜੀ ਆਹ ਸਾਈਡਸ ਨੇ ਇਹ ਵੀ ਆਪਸ 'ਚ ਕੀ ਹੋ ਜਾਣਗੀਆਂ, ਇਕੁਅਲ। ਮਤਲਬ AD ਇਜ਼ ਇਕੁਅਲ ਟੂ BE ਐਂਡ AD ਜਿਹੜੀ ਹੈਗੀ ਆ ਉਹ ਪੈਰਲਰ ਵੀ ਕਿਹਦੇ ਹੋ ਜੂਗੀ ਆਪਣੇ ਕੋਲ ਇੱਥੇ, BE ਦੇ। ਸੋ ਆਪਾਂ ਇਕੁਅਲ ਤੇ ਪੈਰਲਰ ਨੂੰ ਸ਼ੋ ਕਰਤਾ ਇੱਥੇ। ਅਗਲੀ ਵਾਰ ਆਪਾਂ ਕੀ ਸ਼ੋ ਕਰਨਾ ਵਾ, ਕੁਆਡਰੀਲੇਟਰਲ BEFC ਆਹ ਵਾਲੀ ਜਿਹੜੀ ਬਣੀ ਹੋਈ ਹੈ ਇਹ ਵੀ ਕੀ ਹੈ ਆਪਣੇ ਕੋਲੇ, ਪੈਰਲੋਗ੍ਰਾਮ ਹੈ। ਪੈਰਲੋਗ੍ਰਾਮ ਪ੍ਰੂਵ ਕਰਨ ਦੇ ਲਈ ਆਪਾਂ ਨੂੰ ਆਹ ਚੀਜ਼ ਇਹਦੇ ਇਕੁਅਲ ਦਿੱਤੀ ਹੋਈ ਹੈ। ਪਹਿਲੀ ਗੱਲ ਤਾਂ ਇਹ ਦੋਨੋਂ ਆਪਸ 'ਚ ਪੈਰਲਰ ਵੀ ਆਪਾਂ ਨੂੰ ਕੀ ਹੈ ਸਟੇਟਮੈਂਟ 'ਚ ਗਿਵਨ ਆ। ਸੋ ਜੋ ਗਿਵਨ ਆ ਉਹ ਲਿਖਣਾ ਆਪਾਂ, BC ਇਜ਼ ਇਕੁਅਲ ਟੂ EF ਐਂਡ BC ਇਜ਼ ਪੈਰਲਰ ਟੂ EF। ਜੇ ਕੋਈ ਦੋ ਆਪੋਜ਼ਿਟ ਸਾਈਡਸ ਇਕੁਅਲ ਹੋਣ ਤੇ ਪੈਰਲਰ ਹੋਣ, ਦਿਸ ਇੰਪਲਾਈਜ਼ BCEF ਇਜ਼ ਏ ਪੈਰਲੋਗ੍ਰਾਮ। ਇਹ ਪੈਰਲੋਗ੍ਰਾਮ ਹੋ ਜੂਗੀ ਐਂਡ ਜੇ ਇਹ ਪੈਰਲੋਗ੍ਰਾਮ ਹੋਊਗੀ ਤਾਂ ਉੱਥੋਂ ਕੀ ਰਿਜ਼ਲਟ ਆਊਗਾ ਵੀ BE ਇਜ਼ ਇਕੁਅਲਸ ਟੂ CF। ਇਹ ਦੋਨੋਂ ਆਪਸ ਇਕੁਅਲ ਵੀ ਹੋਣਗੀਆਂ ਐਂਡ ਜਿਹੜੀ BE ਆ ਉਹ ਪੈਰਲਰ ਵੀ ਕਿਹਦੇ ਹੋ ਜੂਗੀ, CF ਦੇ। ਤਾਂ ਇੱਥੋਂ ਆਪਣੇ ਕੋਲ ਰਿਜ਼ਲਟ ਆ ਗਿਆ ਵੀ ਆਹ ਜਿਹੜੀ ਚੀਜ਼ ਆ ਉਹ ਇਹਦੇ ਕੀ ਆ, ਇਕੁਅਲ ਵੀ ਆ ਅਤੇ ਐਜ਼ ਵੈਲ ਐਜ਼ ਇਹਦੇ ਕੀ ਆ, ਪੈਰਲਰ ਵੀ ਆ। ਥਰਡ ਆਪਾਂ ਪਾਰਟ 'ਚ ਕੀ ਪ੍ਰੂਵ ਕਰਨਾ ਹੈ, AD ਇਜ਼ ਪੈਰਲਰ ਟੂ CF। AD ਜੋ ਹੈ ਉਹ ਪੈਰਲਰ ਕਿਹਦੇ ਹੈ, CF ਦੇ ਪੈਰਲਰ ਹੈ। ਇਹ ਚੀਜ਼ ਆਪਾਂ ਸ਼ੋਅ ਕਰਨੀ ਹੈ ਥਰਡ ਪਾਰਟ ਦੇ ਵਿੱਚ। ਦੇਖੋ ਥਰਡ ਪਾਰਟ ਦੇ ਵਿੱਚ ਇਹ ਚੀਜ਼ ਸ਼ੋਅ ਕਰਨ ਦੇ ਲਈ BECF ਕੀ ਸੀ, ਹਾਂਜੀ ਥਰਡ ਪਾਰਟ ਦੇ ਵਿੱਚ ਆਪਣੇ ਕੋਲ ਜਸਟ ਅ ਮਿੰਟ ਆਪਾਂ ਹਾਂ ਥਰਡ ਪਾਰਟ ਕਰ ਰਹੇ ਹਾਂ। ਥਰਡ ਪਾਰਟ ਦੇ ਵਿੱਚ ਆਪਣੇ ਕੋਲ ਕੀ ਹੈ, CE ਅਤੇ BE ਇਜ਼ ਇਕੁਅਲ ਨੇ, ਆਹ ਚੀਜ਼ਾਂ ਇਕੁਅਲ ਨੇ। ਦੇਖੋ ਇੱਥੋਂ ਆਹ ਦੋਨੋਂ ਇਕੁਅਲ ਨੇ ਅਤੇ ਇੱਥੇ ਮੈਂ ਆਹ ਚੀਜ਼ ਕਹਿ ਕੇ ਆਇਆ, ਆਹ BE ਲਾਈਨ ਅਤੇ ਆਹ BE ਲਾਈਨ ਦੋਨੋਂ ਸੇਮ ਚੀਜ਼ਾਂ ਨੇ। ਜੇ BE AD ਦੇ ਵੀ ਇਕੁਅਲ ਆ ਅਤੇ ਜੇ BE CF ਦੇ ਵੀ ਇਕੁਅਲ ਆ ਤਾਂ AD ਅਤੇ CF ਆਪਸ ਦੇ ਵਿੱਚ ਵੀ ਕੀ ਹੋਣਗੇ, ਇਕੁਅਲ ਹੋ ਜਾਣਗੇ। ਤਾਂ ਆਪਾਂ ਆਹ ਸੈਕਿੰਡ ਪਾਰਟ ਹੋ ਗਿਆ ਆਪਣਾ। ਥਰਡ ਪਾਰਟ ਦੇ ਲਈ ਆਪਾਂ ਕੀ ਲਿਖਾਂਗੇ, ਥਰਡ ਪਾਰਟ 'ਚ ਆਪਾਂ ਲਿਖਾਂਗੇ ਵੀ BE ਜੋ ਹੈ, BE ਇਜ਼ ਇਕੁਅਲ ਟੂ AD ਅਤੇ ਜਿਹੜੀ BE ਆ ਉਹ ਆਲਸੋ ਇਕੁਅਲ ਕਿਹਦੇ ਹੈ, CF ਦੇ। ਦਿਸ ਇੰਪਲਾਈਜ਼ ਜਿਹੜਾ AD ਆ ਉਹ ਕਿਹਦੇ ਇਕੁਅਲ ਹੋ ਜਾਊਗਾ, CF ਦੇ। ਅਤੇ BE ਅਤੇ AD ਆਪਸ 'ਚ ਕੀ ਸੀ, ਪੈਰਲਰ। ਅਤੇ BE ਅਤੇ CF ਵੀ ਆਪਸ 'ਚ ਕੀ ਸੀ, ਪੈਰਲਰ। ਐਂਡ ਇੱਥੋਂ ਕੀ ਇੰਪਲਾਈਜ਼ ਹੋ ਜਾਊਗਾ ਵੀ AD ਇਜ਼ ਪੈਰਲਰ ਟੂ CF ਆਲਸੋ। ਸੋ ਇਹੀ ਆਪਾਂ ਕੀ ਸੀ ਥਰਡ ਪਾਰਟ 'ਚ ਪ੍ਰੂਵ ਕਰਨਾ। ਹੁਣ ਆਪਾਂ ACFD ਨੂੰ ਕੀ ਪ੍ਰੂਵ ਕਰਨਾ ਵਾ, ਪੈਰਲੋਗ੍ਰਾਮ ਪ੍ਰੂਵ ਕਰਨਾ। ਫੋਰਥ ਪਾਰਟ ਦੇ ਵਿੱਚ ਆਪਾਂ ਪ੍ਰੂਵ ਕਰਨਾ ਵਾ ACFD ਇਜ਼ ਪੈਰਲੋਗ੍ਰਾਮ। ਦੇਖੋ ਆਪਾਂ ਕਹਾਂਗੇ ਬਾਈ ਥਰਡ ਪਾਰਟ ਆਪਾਂ ਕੀ ਪ੍ਰੂਵ ਕਰਕੇ ਆਏ ਹਾਂ ਵੀ AD ਜਿਹੜੀ ਹੈਗੀ ਉਹ CF ਦੇ ਕੀ ਆ, ਇਕੁਅਲ ਆ ਐਂਡ AD ਜਿਹੜੀ ਹੈਗੀ ਆ ਉਹ ਪੈਰਲਰ ਵੀ ਕਿਹਦੀ ਆ, CF ਦੇ। ਦਿਸ ਇੰਪਲਾਈਜ਼ ADCF ਇਜ਼ ਆਲਸੋ ਆ ਪੈਰਲੋਗ੍ਰਾਮ। ADCF ਵੀ ਕੀ ਹੋ ਗਿਆ ਆਪਣੇ ਕੋਲੇ, ਪੈਰਲੋਗ੍ਰਾਮ। ਅਤੇ ਜੇ ਇਹ ਪੈਰਲੋਗ੍ਰਾਮ ਹੋ ਗਿਆ ADCF, ਆਹ ਜੇ ਪੈਰਲੋਗ੍ਰਾਮ ਹੋ ਚੁੱਕਾ ਆਪਣੇ ਕੋਲੇ, ਡਾਇਗਰਾਮ ਤੁਸੀਂ ਦੇਖ ਸਕਦੇ ਹੋ। ਤਾਂ ਬਾਕੀ ਜਿਹੜੀਆਂ ਸਾਈਡਾਂ ਨੇ ਉਹਨਾਂ ਦਾ ਕੀ ਹੋਏਗਾ, AD ਇਜ਼ ਪੈਰਲਰ ਟੂ CF ਐਂਡ AD ਇਜ਼ ਇਕੁਅਲ ਟੂ CF। ਤਾਂ ਇਹਦਾ ਮਤਲਬ AC ਅਤੇ DF ਵੀ ਕੀ ਹੋ ਜਾਣਗੇ ਆਪਸ 'ਚ, AC ਇਜ਼ ਇਕੁਅਲ ਟੂ DF ਐਂਡ AC ਜਿਹੜੀ ਹੈਗੀ ਉਹ ਪੈਰਲਰ ਵੀ ਕਿਹਦੇ ਹੋ ਜਾਏਗੀ ਆਪਣੇ ਕੋਲ, DF ਦੀ। ਸੋ ਇਹ ਚੀਜ਼ ਇੱਥੋਂ ਆਪਣੀ ਕਵਰ ਹੋ ਜਾਂਦੀ ਹੈ। ਆਫਟਰਵਰਡਸ ਲਾਸਟ ਪਾਰਟ ਆ ਵੀ ਦੋ ਟਰਾਇੰਗਲਸ ਆਪਾਂ ਕੌਨਗਰੂਐਂਟ ਪ੍ਰੂਵ ਕਰਨੀ ਹੈ। ਦੇਖੋ ਰਾਜੇ ਜਦੋਂ ਡਾਇਗਰਾਮ ਤੁਸੀਂ ਆ ਸਾਰੇ ਰਿਜ਼ਲਟ ਅਪਲਾਈ ਕਰ ਦੋਗੇ ਨਾ ਵੀ ਆ ਇਹਦੇ ਇਕੁਅਲ ਆ ਉਹਦੇ ਇਕੁਅਲ ਆ, ਤਾਂ ਟਰਾਇੰਗਲ ਸਾਈਡ ਕਰਾਈਟੀਰੀਆ ਦੇ ਥਰੂ ਤੁਸੀਂ ਇਕੁਅਲ ਪ੍ਰੂਫ ਈਜ਼ੀਲੀ ਕਰ ਸਕਦੇ ਹੋ। ਸੋ ਉੱਥੋਂ ਤੁਸੀਂ ਟਰਾਇੰਗਲਸ ਨੂੰ ਇਕੁਅਲ ਪ੍ਰੂਵ ਕਰਕੇ ਇਹਦਾ ਆਂਸਰ ਸੋਲਵ ਕਰੋਗੇ। ਆਫਟਰਵਰਡਸ ਲਾਸਟ ਕੁਐਸਚਨ ਆਫ ਦਿਸ ਐਕਸਰਸਾਈਜ਼ ਦੈਟ ਇਜ਼ ਕੁਐਸਚਨ ਨੰਬਰ 12। ਲੈਟ ਅਸ ਸੀ ਦੈਟ ਕੁਐਸਚਨ। So in the last question of this exercise what we have to do, statement ਕੀ ਹੈ, ABCD is a trapezium। ABCD ਇੱਕ ਆਪਾਂ ਨੂੰ trapezium ਦਿੱਤਾ ਹੋਇਆ ਇਸ ਕੁਐਸਚਨ ਦੇ ਐਂਡ ਤੇ, ਠੀਕ ਹੈ। ਅਤੇ ਆਪਾਂ ਇਸ ਕੁਐਸਚਨ ਦੇ ਵਿੱਚ ਪ੍ਰੂਫ ਕੀ ਕਰਨਾ ਵਾ, ਉਹ ਕਹਿੰਦਾ ABCD is a trapezium in which AB is parallel to CD। ABCD ਦੇ ਪੈਰਲਰ ਆ, ਇਕੁਅਲ ਦੀ ਗੱਲ ਨਹੀਂ ਕੀਤੀ ਉਹਨੇ। ਐਂਡ AD is equal to, ਆ ਜੋ AD ਆ ਉਹ ਕਿਹਦੇ ਇਕੁਅਲ ਆਪਣੇ ਕੋਲ, BC ਦੇ ਇਕੁਅਲ ਆਪਾਂ ਨੂੰ ਦਿੱਤਾ ਹੋਇਆ। ਸ਼ੋ ਦੈਟ ਐਂਗਲ A is equal to ਐਂਗਲ B। ਪਹਿਲੀ ਚੀਜ਼ ਆਪਾਂ ਸ਼ੋਅ ਕਰਨੀ ਹੈ ਵੀ ਐਂਗਲ A ਜਿਹੜਾ ਹੈਗਾ ਵਾ ਐਂਗਲ B ਦੇ ਕੀ ਆ, ਇਕੁਅਲ ਆ। ਤਾਂ ਐਂਗਲ A ਨੂੰ ਐਂਗਲ B ਦੇ ਇਕੁਅਲ ਸ਼ੋਅ ਕਰਨ ਲਈ ਆਪਾਂ ਇਹ ਸੈਲਫ ਕੰਸਟਰਕਸ਼ਨ ਕਰਾਂਗੇ।
ਆਪਾਂ ਲਿਖਾਂਗੇ ਐਕਸਟੈਂਡ ਏ ਬੀ ਐਂਡ ਡਰਾ ਲਾਈਨ ਸੀ ਈ। ਐਕਸਟੈਂਡ ਏ ਬੀ ਐਂਡ ਡਰਾ ਲਾਈਨ, ਇੱਕ ਲਾਈਨ ਡਰਾ ਕਰਾਂਗੇ ਆਪਾਂ ਜਿਹਦਾ ਨਾਮ ਕੀ ਹੈ ਸੀ ਈ, ਪੈਰਲਰ ਟੂ ਏ ਡੀ। ਜਿਹੜੀ ਸੀ ਈ ਲਾਈਨ ਆ ਉਹ ਪੈਰਲਰ ਕਿਹਦੇ ਹੋਣੀ ਚਾਹੀਦੀ ਹੈ, ਏ ਡੀ ਦੇ, ਐਜ਼ ਸ਼ੋਨ ਇਨ ਦਾ ਫਿਗਰ। ਦੇਖੋ ਇਹਨੂੰ ਐਕਸਟੈਂਡ ਕਰਕੇ ਇਹਦੇ ਪੈਰਲਰ ਇੱਕ ਜਦੋਂ ਲਾਈਨ ਲਗਾਉਣੀ ਹੈ ਤਾਂ ਉਹ ਇੱਦਾਂ ਹੀ ਲੱਗੇਗੀ, ਠੀਕ ਹੈ। ਅਤੇ ਇਸ ਲਾਈਨ ਨੂੰ ਆਪਾਂ ਨਾਮ ਕੀ ਦਿੱਤਾ ਹੋਇਆ ਸੀ ਈ, ਮਤਲਬ ਇੱਥੇ ਜਿਹੜਾ ਪੁਆਇੰਟ ਉਹਦਾ ਨਾਮ ਕੀ ਹੈ ਜੀ। ਆਹ ਲਾਈਨ ਅਤੇ ਆਹ ਲਾਈਨ ਆਪਸ 'ਚ ਇਕੁਅਲ ਨਹੀਂ, ਆਹ ਲਾਈਨ ਅਤੇ ਆਹ ਲਾਈਨ ਆਪਸ 'ਚ ਕੀ ਨੇ, ਪੈਰਲਰ ਦਿੱਤੀਆਂ ਹੋਈਆਂ ਆਪਾਂ ਨੂੰ। ਤਾਂ ਹੁਣ ਆਪਣੇ ਕੋਲ ਦੇਖੋ ਇੱਕ ਚੀਜ਼ ਧਿਆਨ ਨਾਲ, ਆਹ ਲਾਈਨ ਅਤੇ ਆਹ ਲਾਈਨ ਆਪਸ 'ਚ ਕੀ ਹੈ, ਪੈਰਲਰ ਆ। ਅਤੇ ਆਹ ਏ ਈ ਇਹ ਕੀ ਆ ਆਪਣੇ ਕੋਲ, ਟਰਾਂਸਵਰਸਲ ਹੈ। ਤਾਂ ਜੇ ਇਹ ਟਰਾਂਸਵਰਸਲ ਏ ਈ ਹੋਵੇ ਤਾਂ ਐਂਗਲ ਏ ਅਤੇ ਐਂਗਲ ਸੀ ਦਾ ਸਮ ਕੀ ਹੋਊਗਾ ਆਪਣੇ ਕੋਲ, 180 ਡਿਗਰੀ, ਠੀਕ ਹੈ ਨਾ। ਦੇਖੋ ਆਪਾਂ ਕੀ ਕਹਿ ਰਹੇ ਹਾਂ ਇੱਥੇ, ਆਪਾਂ ਕਹਾਂਗੇ ਏ ਡੀ ਇਜ਼ ਪੈਰਲਰ ਟੂ ਈ ਸੀ ਐਂਡ ਏ ਈ ਇਜ਼ ਅ ਟਰਾਂਸਵਰਸਲ, ਅਤੇ ਇਹ ਟਰਾਂਸਵਰਸਲ ਹੈ। ਦਿਸ ਇੰਪਲਾਈਜ਼, ਉੱਥੋਂ ਕੀ ਇੰਪਲਾਈਜ਼ ਹੋਏਗਾ, ਐਂਗਲ ਏ ਪਲਸ ਐਂਗਲ ਈ ਇਜ਼ ਇਕੁਅਲ ਟੂ 180 ਡਿਗਰੀ। ਦਿਸ ਇੰਪਲਾਈਜ਼, ਇੱਥੋਂ ਮੈਂ ਐਂਗਲ ਏ ਦੀ ਵੈਲਿਊ ਕੱਢ ਲਾਂ, ਉਹ ਕਿੰਨੀ ਆਊਗੀ 180 ਡਿਗਰੀ ਮਾਈਨਸ ਐਂਗਲ ਈ। ਇਹਨੂੰ ਮੰਨ ਲਓ ਇਕੁਏਸ਼ਨ ਨੰਬਰ 1। ਤਾਂ ਹੁਣ ਆਪਾਂ ਬੀ ਐਂਗਲ ਦੀ ਵੈਲਿਊ ਕੱਢਣ ਦੀ ਕੋਸ਼ਿਸ਼ ਕਰਾਂਗੇ। ਹੁਣ ਆਪਣੇ ਕੋਲ ਏ ਬੀ ਇਜ਼ ਪੈਰਲਰ ਟੂ ਸੀ ਡੀ ਹੈ, ਏ ਬੀ ਇਜ਼ ਪੈਰਲਰ ਟੂ ਸੀ ਡੀ ਐਂਡ ਏ ਡੀ ਇਜ਼ ਪੈਰਲਰ ਟੂ ਸੀ ਈ। ਏ ਬੀ ਇਜ਼ ਪੈਰਲਰ ਟੂ ਸੀ ਡੀ ਐਂਡ ਏ ਡੀ ਜਿਹੜੀ ਹੈਗੀ ਉਹ ਪੈਰਲਰ ਕਿਹਦੀ ਹੈ, ਸੀ ਈ ਦੀ। ਦੇਖੋ ਇੱਥੇ ਆਪਾਂ ਲਿਖ ਰਹੇ ਹਾਂ ਨਾਓ ਏ ਡੀ ਇਜ਼ ਪੈਰਲਰ ਟੂ ਸੀ ਈ ਐਂਡ ਹੋਰ ਕੀ ਚੀਜ਼ ਹੈ ਆਪਣੇ ਕੋਲ, ਏ ਈ ਇਜ਼ ਪੈਰਲਰ ਟੂ ਇਜ਼ ਪੈਰਲਰ ਟੂ ਸੀ ਡੀ। ਇਹ ਆਪਸ, ਇਹਦੀ ਆਹ ਸਾਈਡ ਇਹਦੇ ਪੈਰਲਰ, ਆਹ ਸਾਈਡ ਇਹਦੇ ਪੈਰਲਰ ਆ। ਦਿਸ ਇੰਪਲਾਈਜ਼ ਏ ਈ ਸੀ ਡੀ ਇਜ਼ ਆ ਪੈਰਲੋਗ੍ਰਾਮ। ਏ ਈ ਸੀ ਡੀ ਕੀ ਹੋ ਜੂਗੀ ਆਪਣੇ ਕੋਲ, ਇੱਥੋਂ ਪੈਰਲੋਗ੍ਰਾਮ ਦੇ ਵਿੱਚ ਰਿਜ਼ਲਟ ਆਊਗਾ ਆਪਣਾ, ਠੀਕ ਹੈ। ਤਾਂ ਏ ਈ ਸੀ ਡੀ ਪੈਰਲੋਗ੍ਰਾਮ ਹੈ। ਜੇ ਏ ਈ ਸੀ ਡੀ ਪੈਰਲੋਗ੍ਰਾਮ ਆ ਤਾਂ ਇਹਦਾ ਮਤਲਬ ਜਿਹੜੀ ਏ ਡੀ ਆ ਉਹ ਇਕੁਅਲ ਹੋਊਗੀ ਈ ਸੀ ਦੇ, ਐਂਡ ਅਤੇ ਜਿਹੜੀ ਏ ਈ ਆ ਉਹ ਇਕੁਅਲ ਹੋਊਗੀ ਡੀ ਸੀ ਦੇ, ਠੀਕ ਹੈ। ਇਹ ਚੀਜ਼ਾਂ ਆ ਗਈਆਂ ਆਪਣੇ ਕੋਲ। ਹੁਣ ਆਪਾਂ ਕੀ ਕਿਹਾ ਸੀ, ਏ ਡੀ ਅਤੇ ਈ ਸੀ ਆਪਾਂ ਕੀ ਪ੍ਰੂਵ ਕਰਤੀਆਂ ਵੀ ਇਕੁਅਲ ਨੇ, ਬਟ ਆਪਾਂ ਕੀ ਕਿਹਾ ਸੀ ਬੀ ਸੀ ਵੀ ਇਕੁਅਲ ਹੈ। ਦਿਸ ਇੰਪਲਾਈਜ਼ ਜਿਹੜੀ ਬੀ ਸੀ ਆ ਉਹ ਵੀ ਈ ਸੀ ਦੇ ਇਕੁਅਲ ਹੋ ਜੂਗੀ, ਠੀਕ ਹੈ ਜੀ। ਇੱਥੋਂ ਇਹ ਰਿਜ਼ਲਟ ਆ ਗਿਆ। ਹੁਣ ਇਹ ਤਿੰਨ ਚੀਜ਼ਾਂ ਆਪਾਂ ਇਕੁਅਲ ਕਰਦੇ ਹਾਂ। ਦਿਸ ਇੰਪਲਾਈਜ਼ ਜੇ ਬੀ ਸੀ ਅਤੇ ਸੀ ਈ ਇਕੁਅਲ ਨੇ, ਇਕੁਅਲ ਐਂਗਲਸ ਆਪੋਜ਼ਿਟ ਟੂ ਇਕੁਅਲ ਸਾਈਡਸ। ਦੇਖੋ ਆਹ ਸਾਈਡ ਅਤੇ ਆਹ ਸਾਈਡ ਆਪਸ 'ਚ ਇਕੁਅਲ ਆ, ਤਾਂ ਇਹਦੇ ਆਹ ਐਂਗਲ ਅਤੇ ਆਹ ਐਂਗਲ ਆਪਸ 'ਚ ਕੀ ਹੋਣਗੇ, ਇਕੁਅਲ। ਦਿਸ ਇੰਪਲਾਈਜ਼ ਐਂਗਲ ਸੀ ਬੀ ਈ ਇਜ਼ ਇਕੁਅਲ ਟੂ ਐਂਗਲ ਸੀ ਈ ਬੀ। ਇਹ ਦੋਨੋਂ ਐਂਗਲਸ ਆਪਸ 'ਚ ਕੀ ਹੋ ਜਾਣਗੇ, ਇਕੁਅਲ ਹੋ ਜਾਣਗੇ ਨਾ। ਹੁਣ ਸੀ ਬੀ ਈ ਆਹ ਜਿਹੜਾ ਐਂਗਲ ਹੈ, ਆਪਾਂ ਕੀ ਕਿਹਾ ਸੀ, ਆਹ ਐਂਗਲ ਦੇਖੋ, ਆਹ ਵਾਲਾ ਐਂਗਲ ਅਤੇ ਆਹ ਵਾਲਾ ਐਂਗਲ ਦੋਨੋਂ ਕੀ ਬਣਾ ਰਹੇ ਆ, 180 ਦਾ ਲੀਨੀਅਰ ਪੇਅਰ ਬਣਾ ਰਹੇ ਆ। ਅਤੇ ਆਹ ਐਂਗਲ ਕਿੰਨਾ, ਈ। ਇਹਨੂੰ ਤਾਂ ਮੈਂ ਐਂਗਲ ਈ ਲਿਖ ਸਕਦਾ, ਇਕੁਅਲ ਟੂ ਇਹ ਜਿਹੜਾ ਐਂਗਲ ਹੈ ਇਹਦੀ ਮੈਜ਼ਰਮੈਂਟ ਕਿੰਨੀ ਆਊਗੀ। ਦੇਖੋ ਟਰਾਇੰਗਲ ਦਿੱਤੀ ਹੋਈ ਹੈ ਆਪਾਂ ਨੂੰ, ਆਹ ਐਂਗਲ ਆਪਾਂ ਬੀ ਕਿਹਾ ਸੀ, ਇੱਧਰਲਾ ਐਂਗਲ ਬੀ, ਤਾਂ ਆਹ ਜਿੰਨਾ ਐਂਗਲ ਬਚਿਆ ਇਹ ਕਿੰਨਾ ਬਚੂਗਾ, 180 ਡਿਗਰੀ ਮਾਈਨਸ ਐਂਗਲ ਬੀ, ਕਿਉਂਕਿ ਆਹ ਐਂਗਲ ਬੀ ਹੈ ਇੰਨਾ, ਤਾਂ ਆਹ ਐਂਗਲ ਕਿੰਨਾ ਬਚੂ, 180 ਮਾਈਨਸ ਬੀ। ਕਿਉਂ, ਕਿਉਂਕਿ ਇਹਨਾਂ ਦੋਨਾਂ ਨੂੰ ਪਲੱਸ ਕਰਕੇ 180 ਆਉਣਾ ਚਾਹੀਦਾ, ਤਾਂ ਪਲੱਸ ਕਰਕੇ ਧਿਆਨ ਨਾਲ ਦੇਖੋ ਇਹਨਾਂ ਨੂੰ 180 ਹੀ ਆਊਗਾ। ਤਾਂ ਇਹਦੀ ਮੈਜ਼ਰ ਕਿੰਨੀ ਹੈ, 180 ਡਿਗਰੀ ਮਾਈਨਸ ਐਂਗਲ ਬੀ। ਹੁਣ ਆ ਮਾਈਨਸ ਐਂਗਲ ਬੀ ਨੂੰ ਮੈਂ ਉੱਧਰ ਲੈ ਜਾਂਦਾ, ਈ ਨੂੰ ਮੈਂ ਇੱਧਰ ਲੈ ਆਉਂਦਾ, ਤਾਂ ਇਹ ਹੋ ਜਾਊਗਾ 180 ਡਿਗਰੀ ਮਾਈਨਸ ਐਂਗਲ ਈ ਇਜ਼ ਇਕੁਅਲ ਟੂ ਐਂਗਲ ਬੀ। ਇਹਨੂੰ ਮੰਨ ਲਓ 2। 180 ਮਾਈਨਸ ਈ ਜਿਹੜਾ ਹੈਗਾ ਉਹ ਏ ਦੇ ਵੀ ਇਕੁਅਲ ਆ, ਅਤੇ 180 ਮਾਈਨਸ ਈ ਜਿਹੜਾ ਹੈਗਾ ਉਹ ਬੀ ਦੇ ਵੀ ਇਕੁਅਲ ਆ। ਤਾਂ 1 ਐਂਡ 2 ਇੰਪਲਾਈਜ਼, 1 ਅਤੇ 2 ਤੋਂ ਕੀ ਇੰਪਲਾਈਜ਼ ਹੋ ਜਾਊਗਾ ਵੀ ਐਂਗਲ ਏ ਜੋ ਹੈ ਉਹ ਐਂਗਲ ਬੀ ਦੇ ਕੀ ਆ ਰਿਹਾ ਆਪਣੇ ਕੋਲ, ਇਕੁਅਲ ਆ ਰਿਹਾ ਵਾ, ਠੀਕ ਹੈ। ਸੈਕਿੰਡ ਪਾਰਟ ਐਂਗਲ ਸੀ ਅਤੇ ਐਂਗਲ ਡੀ ਨੂੰ ਆਪਾਂ ਇਕੁਅਲ ਪ੍ਰੂਵ ਕਰਨਾ, ਤਾਂ ਹੁਣ ਉਹ ਦੇਖੋ ਕਿਵੇਂ ਪ੍ਰੂਵ ਕਰਨਾ। ਏ ਬੀ ਸੀ ਡੀ ਇਜ਼ ਅ ਟਰਪੀਜ਼ੀਅਮ। ਸੈਕਿੰਡ ਪਾਰਟ ਦੇ ਲਈ ਆਪਾਂ ਕੀ ਕਰਾਂਗੇ, ਏ ਬੀ ਸੀ ਡੀ ਇਜ਼ ਅ ਟਰਪੀਜ਼ੀਅਮ। ਜੇ ਇਹ ਟਰਪੀਜ਼ੀਅਮ ਆ, ਇਹਦਾ ਮਤਲਬ ਏ ਬੀ ਜਿਹੜੀ ਹੈਗੀ ਆ ਆਪਾਂ ਨੂੰ ਪੈਰਲਲ ਦਿੱਤੀ ਹੋਈ ਆ ਸੀ ਡੀ ਦੇ, ਠੀਕ ਹੈ ਜੀ। ਦੇਅਰਫੋਰ ਐਂਗਲ ਏ ਪਲੱਸ ਐਂਗਲ ਡੀ ਜੋ ਹੈ ਉਹਦਾ ਸਮ ਕਿੰਨਾ ਆਏਗਾ, 180। ਐਂਗਲ ਏ ਪਲੱਸ ਐਂਗਲ ਡੀ ਦਾ ਸਮ 180 ਆਏਗਾ। ਐਂਗਲ ਬੀ ਪਲੱਸ ਐਂਗਲ ਸੀ ਇਹਦਾ ਸਮ ਵੀ ਕਿੰਨਾ ਆਏਗਾ, 180।
ਹੁਣ ए ਤੇ बी एंगल आपस 'ਚ ਆਪਾਂ ਉੱਪਰਲੇ ਪਾਰਟ 'ਚ ਕੀ ਪ੍ਰੂਵ ਕਰਕੇ ਆਏ ਹਾਂ, ਇਕੁਅਲ ਪ੍ਰੂਵ ਕਰਕੇ ਆਏ ਹਾਂ, ਹੈ ਨਾ। ਜੇ ए ਤੇ बी आपस देखो वैसे भी तो सीधी गल है 180 180 आ। दिस इंप्लाइज पहले इन्हू ये लिख लो भी एंगल ए प्लस एंगल डी इक्वल टू एंगल बी प्लस एंगल सी। हुण ए ते बी आपस की ने इक्वल दा कट्टे जाणगे। दिस इंप्लाइज एंगल जिहड़ा बी आ वो एंगल सॉरी एंगल जिहड़ा डी आ वो एंगल किहदे इक्वल आ जाऊगा, एंगल सी दी। सो इत्थे आके अपना ए पार्ट भी ओवर हो जाता है। थर्ड पार्ट 'ਚ ਤੁਸੀਂ ਕੀ ਪ੍ਰੂਵ ਕਰਨਾ ਵਾ ਵੀ ਟ੍ਰਾਇੰਗਲਸ ਕੀ ਨੇ ਇਹਦੀਆਂ ਕੌਨਗਰੈਂਟ ਨੇ। ਫੋਰਥ ਪਾਰਟ ਤਾਂ ਬਾਈ CBCD ਸਿੱਧਾ ਹੀ ਹੋ ਜਾਣਾ। ਥਰਡ ਪਾਰਟ 'ਚ ਆਪਾਂ ਪ੍ਰੂਵ ਕਰਨਾ ਟ੍ਰਾਇੰਗਲ ABC ਆਹ ਟ੍ਰਾਇੰਗਲ ਮਤਲਬ ਇੱਥੋਂ ਇੱਕ ਡਾਇਗਨਲ ਆ ਜਾਊਗਾ ਜਿਹੜਾ A ਤੋਂ C ਨਾਲ ਜੁਆਇਨ ਹੋ ਜਾਊਗਾ ਇੱਥੇ, ਠੀਕ ਹੈ। ਇੱਕ ਤਾਂ ਆਹ ਟ੍ਰਾਇੰਗਲ ਉੱਪਰਲੀ ਅਤੇ ਹੋਰ ਆਪਾਂ ਕਿਹੜੀ ਟ੍ਰਾਇੰਗਲ ਪ੍ਰੂਵ ਕਰਨੀ ਹੈ ABC ਦੇ ਨਾਲ BAD। ਮਤਲਬ ਆਹ B ਪੁਆਇੰਟ ਆ A ਪੁਆਇੰਟ ਆ D, ਤਾਂ ਮਤਲਬ ਇੱਥੋਂ ਆਪਣੇ ਕੋਲ ਇੱਕ ਆਹ ਡਾਇਗਨਲ ਡਰਾ ਹੋ ਰਿਹਾ ਇੱਥੋਂ। ਤਾਂ ਇਹ ਦੋ ਟ੍ਰਾਇੰਗਲਸ ਆਪਾਂ ਕੀ ਪ੍ਰੂਵ ਕਰਨੀਆਂ ਨੇ, ਕੌਨਗਰੈਂਟ ਪ੍ਰੂਵ ਕਰਨੀਆਂ। ਹੁਣ ਇਹਨਾਂ ਦੋਨਾਂ ਨੂੰ ਕੌਨਗਰੈਂਟ ਕਿਵੇਂ ਪ੍ਰੂਵ ਕੀਤਾ ਜਾ ਸਕਦਾ ਉਹ ਦੇਖੋ। ਪਹਿਲੀ ਗੱਲ ਤਾਂ AB ਆਪਸ 'ਚ ਇਕੁਅਲ ਆ ਜਾਣਗੀਆਂ, ਕਾਮਨ ਸਾਈਡਸ ਆ। AB ਇਜ਼ ਇਕੁਅਲ ਟੂ AB, ਇਹ ਦੋਨੋਂ ਤਾਂ ਕਾਮਨ ਹੋ ਗਈਆਂ ਆਪਣੇ ਕੋਲ, ਠੀਕ ਹੈ। ਅਤੇ ਐਂਗਲ A ਨੂੰ ਆਪਾਂ ਕਿਹਦੇ ਇਕੁਅਲ ਸ਼ੋ ਕਰਕੇ ਆਏ, ਐਂਗਲ B ਦੇ। ਦੂਸਰੀ ਚੀਜ਼ ਇਹ ਹੋ ਜੂਗੀ। ਤੀਸਰੀ ਚੀਜ਼ ਕੀ ਆ ਆਪਣੇ ਕੋਲ, BC ਜਿਹੜੀ ਸਾਈਡ ਹੈ ਉਹ AD ਦੇ ਇਕੁਅਲ ਆ। ਆਹ ਜਿਹੜੀ BC ਸਾਈਡ ਆ ਉਹ ਆਹ ਵਾਲੀ AD ਦੇ ਕੀ ਆ, ਇਕੁਅਲ। ਤਿੰਨੋਂ ਚੀਜ਼ਾਂ ਆਹ ਤਾਂ ਕਾਮਨ ਹੈਗਾ ਹੀ ਸੀ। ਆਹ ਦੋ ਚੀਜ਼ਾਂ ਆਪਾਂ ਅਬਵ ਪਾਰਟ 'ਚ ਪ੍ਰੂਵ ਕਰਕੇ ਆ ਚੁੱਕੇ ਹਾਂ। ਉੱਥੋਂ ਆਪਾਂ ਇਹ ਦੋਨੋਂ ਚੀਜ਼ਾਂ ਨੂੰ ਕੀ ਕੀਤਾ, ਰਿਸੀਵ ਕੀਤਾ। ਸੋ ਇਹ ਜਦੋਂ ਤਿੰਨ ਚੀਜ਼ਾਂ ਹੋਲਡ ਕਰ ਗਈਆਂ ਤਾਂ ਟ੍ਰਾਇੰਗਲਸ ਕੀ ਹੋ ਗਈਆਂ, ਆਪਸ ਕੌਨਗਰੈਂਟ। ਅਤੇ ਜੇ ਇਹ ਟ੍ਰਾਇੰਗਲਸ ਆਪਸ ਕੌਨਗਰੈਂਟ ਆ ਤਾਂ ਡਾਇਗਨਲਸ ਇਹਨਾਂ ਦੇ ਆਪਸ ਕੀ ਹੋ ਜਾਣਗੇ। ਤਾਂ ਆਪਾਂ ਲਿਖਾਂਗੇ ਇੱਥੇ ਬਾਈ CPCTC ਡਾਇਗਨਲ, ਜੋ ਪਹਿਲਾ ਡਾਇਗਨਲ ਹੈ ਡਾਇਗਨਲ AC ਇਜ਼ ਇਕੁਅਲ ਟੂ ਡਾਇਗਨਲ BD. So here your this exercise is to be completed. I hope so this exercise is clear to you all. ठीक है जी। सो आफ्टरवर्ड्स ਹੁਣ ਇਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਐਕਸਰਸਾਈਜ਼ 8.2 ਜਿਹਦੇ ਕਿ 7 ਕੁਐਸਚਨਸ ਨੇ। ਬਹੁਤ ਈਜ਼ੀ ਆ, ਮਿਡ ਪੁਆਇੰਟ ਥਿਊਰਮ ਦੇ ਉੱਪਰ ਬੇਸਡ ਐਕਸਰਸਾਈਜ਼ ਆ। ਉਹਦੇ ਸਾਰੇ ਕੁਐਸਚਨਸ ਆਲਮੋਸਟ ਸੇਮ ਕ੍ਰਾਈਟੀਰੀਆ ਦੇ ਨਾਲ ਸੋਲਵ ਹੁੰਦੇ ਆ, ਈਜ਼ੀ ਵੀ ਨੇ ਅਤੇ ਤੁਹਾਨੂੰ ਈਜ਼ੀਲੀ ਸਮਝ ਵੀ ਆਉਣਗੇ। ਸੋ ਲੈਟ ਅਸ ਸੀ ਦ ਨੈਕਸਟ ਐਕਸਰਸਾਈਜ਼। ਸੋ ਲੈਟ ਅਸ ਕੰਟੀਨਿਊ ਆਰ ਵੀਡੀਓ ਵਿਦ ਐਕਸਰਸਾਈਜ਼ 8.2 ਕੁਐਸਚਨ ਨੰਬਰ 1। ਰਾਜੇ ਇਸ ਐਕਸਰਸਾਈਜ਼ ਦੇ ਵਿੱਚ ਕੀ ਆ, ਆਪਾਂ ਮਿਡ ਪੁਆਇੰਟ ਥਿਊਰਮ ਨੂੰ ਯੂਜ਼ ਕਰਦੇ ਹੋਏ ਕੁਛ ਕੁਐਸਚਨਸ ਨੂੰ ਸੋਲਵ ਕਰਾਂਗੇ। ਮਿਡ ਪੁਆਇੰਟ ਥਿਊਰਮ ਹੁੰਦੀ ਕੀ ਆ, ਕੀ ਹੈ ਉਹ ਚੀਜ਼ ਤੁਹਾਨੂੰ ਮੈਂ ਕੁਐਸਚਨ ਦੇ ਥਰੂ ਸਮਝਾਊਂਗਾ, ਤੁਹਾਨੂੰ ਬੈਟਰ ਸਮਝ ਲੱਗੇਗੀ। ਜੇ ਮੈਂ ਤੁਹਾਨੂੰ ਵੈਸੇ ਆਰਟੀਕਲ ਪੜ੍ਹਾਉਂਦਾ ਵਾ, ਆਰਟੀਕਲ ਕਿਉਂਕਿ ਸਿਲੇਬਸ ਦਾ ਪਾਰਟ ਨਹੀਂ ਹੈ, ਸਿਰਫ ਸਟੇਟਮੈਂਟਸ ਹੀ ਆਪਣੇ ਕੰਮ ਆਉਣੀਆਂ ਉਹਨਾਂ ਦੀਆਂ। ਸੋ ਬੈਟਰ ਵੀ ਆਪਾਂ ਕੁਐਸਚਨ ਦੇ ਥਰੂ ਸਮਝੀਏ ਉਹਨਾਂ ਨੂੰ। ਪਹਿਲੀ ਚੀਜ਼ ਕੀ ਆ ਆਪਣੇ ਕੋਲ, ਉਹ ਕਹਿੰਦਾ ਵਾ ਵੀ ABCD is a quadrilateral in which PQRS are the midpoints of the sides AB, BC, CD, DE. ABCD ਇੱਕ ਕੁਆਡੀਲੈਟਰਲ ਆ। ਕੁਆਡੀਲੈਟਰਲ ਮਤਲਬ ਕੋਈ ਵੀ 4 ਸਾਈਡਡ ਫਿਗਰ ਆ। ਉਹਦੇ ਵਿੱਚ ਜਿਹੜਾ PQRS ਆ ਇਹ ਕੀ ਨੇ, ਇਹ P ਜਿਹੜਾ ਹੈਗਾ AB ਦਾ ਮਿਡ ਪੁਆਇੰਟ ਆ, Q ਜਿਹੜਾ ਹੈਗਾ ਵਾ BC ਦਾ ਮਿਡ ਪੁਆਇੰਟ ਆ, R ਜਿਹੜਾ ਹੈਗਾ ਵਾ CD ਦਾ ਮਿਡ ਪੁਆਇੰਟ ਆ, ਅਤੇ S ਜਿਹੜਾ ਹੈਗਾ ਵਾ DA ਦਾ ਮਿਡ ਪੁਆਇੰਟਸ ਆ। ਇਹਨਾਂ ਨੂੰ ਆਪਾਂ ਆਪਸ 'ਚ ਜੁਆਇਨ ਕਰਤਾ। ਅਤੇ AC ਕੀ ਆ, ਕੋਈ ਡਾਇਗਨਲ ਆ। ਸ਼ੋਅ ਕਰਨਾ ਵਾ SR, ਜਿਹੜੀ SR ਆ ਉਹ ਪੈਰਲਰ ਕਿਹਦੇ ਆ, AC ਦੇ, ਅਤੇ SR ਜਿਹੜੀ ਹੈਗੀ ਉਹ ਇਕੁਅਲ ਵੀ ਕਿਹਦੀ ਆ, ਹਾਫ ਆਫ AC ਦੀ, ਠੀਕ ਹੈ। ਤਾਂ ਹੁਣ ਆਪਾਂ ਇਹ ਚੀਜ਼ ਨੂੰ ਸ਼ੋਅ ਕਰਨ ਦੇ ਲਈ ਕਰਨਾ ਕੀ ਆ, ਇੱਥੇ ਆਪਾਂ ਲਿਖਾਂਗੇ ਇਨ ਟ੍ਰਾਇੰਗਲ ACD। ACD ਟ੍ਰਾਇੰਗਲ ਦੇ ਵਿੱਚ ਹੁਣ ਆਪਾਂ ਲਿਖਣਾ ਕੀ ਹੈ, P ਇਜ਼ ਦਾ ਮਿਡ ਪੁਆਇੰਟ ਆਫ AC, ਜੋ ਆਪਣੇ ਕੋਲ ਜਸਟ ਅ ਮਿੰਟ ACD ਆਹ ਟ੍ਰਾਇੰਗਲ ਆਪਾਂ ਉੱਪਰਲੀ ਪਿਕ ਕਰ ਰਹੇ ਹਾਂ, ਠੀਕ ਹੈ। ACD ਟ੍ਰਾਇੰਗਲ ਦੇ ਵਿੱਚ ਜੋ P ਇੱਕ ਮਿੰਟ SR ਨੂੰ ਆਪਾਂ ਪੈਰਲਰ ਸ਼ੋਅ ਕਰਨਾ AC ਦੇ, ਐਂਡ SR ਇਜ਼ ਇਕੁਅਲ ਟੂ ਹਾਫ ਆਫ AC। ਹਾਂਜੀ ਠੀਕ ਹੈ। ਤਾਂ ਹੁਣ ਦੇਖੋ ਇਹਦੇ ਵਿੱਚ ਆਪਾਂ ਲਿਖਣਾ ਕੀ ਆ, ਆਪਾਂ ਲਿਖਾਂਗੇ S ਇਜ਼ ਦਾ ਮਿਡ ਪੁਆਇੰਟ ਆਫ AD ਐਂਡ R is the mid point of CD। S ਮਿਡ ਪੁਆਇੰਟ ਆ AD ਦਾ ਅਤੇ R ਮਿਡ ਪੁਆਇੰਟ ਆ CD ਸਾਈਡ ਦਾ। ਜੇ ਦੋ ਆਪਾਂ ਨੂੰ ਆ ਮਿਡ ਪੁਆਇੰਟਸ ਦਿੱਤੇ ਹੋਣ ਅਤੇ ਇਹਨਾਂ ਨੂੰ ਜਿਹੜੀ ਜੁਆਇਨ ਮਿਡ ਪੁਆਇੰਟ ਥਿਊਰਮ ਕੀ ਕਹਿੰਦੀ ਆ, ਕਿਸੇ ਟ੍ਰਾਇੰਗਲ ਦੇ ਵਿੱਚ ਕੋਈ ਦੋ ਸਾਈਡਾਂ ਜਿਹੜੀਆਂ ਹੈਗੀਆਂ, ਜੇ ਉਹਨਾਂ ਦੇ ਮਿਡ ਪੁਆਇੰਟ ਆਪਾਂ ਨੂੰ ਪਤਾ ਹੋਣ ਤਾਂ ਉਹਨਾਂ ਮਿਡ ਪੁਆਇੰਟਸ ਨੂੰ ਜੁਆਇਨ ਕਰਕੇ ਜਿਹੜੀ ਲਾਈਨ ਆਉਂਦੀ ਆ ਤਾਂ ਉੱਥੇ ਆਪਾਂ ਲਿਖ ਦਿੰਦੇ ਹਾਂ ਬਾਏ ਮਿਡ ਪੁਆਇੰਟ ਥਿਊਰਮ। ਕੀ ਰਿਜ਼ਲਟ ਆਪਣੇ ਕੋਲ ਇੰਪਲਾਈਜ਼ ਹੁੰਦਾ ਵਾ ਵੀ ਜਿਹੜੀ SR ਲਾਈਨ ਆ ਉਹ ਪੈਰਲਰ ਹੋ ਜੂਗੀ AC ਦੇ, ਥਰਡ ਸਾਈਡ ਦੇ ਇਹ ਪੈਰਲਰ ਹੋਊਗੀ, ਐਂਡ SR ਜਿਹੜੀ ਹੈ ਆਪਣੇ ਕੋਲ ਉਹ ਹਾਫ ਹੀ ਹੋਊਗਾ AC ਦਾ। ਆਈ ਕਾਲ ਇਟ 1। ਇਹ ਸੀਗਾ ਤੁਹਾਡਾ ਫਸਟ ਪਾਰਟ। ਸੈਕਿੰਡ ਪਾਰਟ ਦੀ ਗੱਲ ਕਰਦੇ ਹਾਂ। ਸੈਕਿੰਡ ਪਾਰਟ 'ਚ ਉਹਨੇ ਆਪਾਂ ਨੂੰ ਕੀ ਕਿਹਾ ਕੁਐਸਚਨ ਦੇ, ਉਹ ਕਹਿੰਦਾ PQ ਅਤੇ SR ਨੂੰ ਆਪਸ 'ਚ ਕੀ ਸ਼ੋਅ ਕਰਨਾ, ਇਕੁਅਲ। ਮਤਲਬ ਆਹ ਸਾਈਡ ਅਤੇ ਆਹ ਵਾਲੀ ਸਾਈਡ ਆਪਸ 'ਚ ਕੀ ਸ਼ੋਅ ਕਰਨੀਆਂ ਨੇ, ਇਕੁਅਲ। ਸੈਕਿੰਡ ਪਾਰਟ 'ਚ ਆਪਾਂ ਟ੍ਰਾਇੰਗਲ ਲਵਾਂਗੇ ABC।
ਇਨ ਟ੍ਰਾਇੰਗਲ ਏ ਬੀ ਸੀ ਟ੍ਰਾਇੰਗਲ ਦੇ ਵਿੱਚ ਆਪਾਂ ਕੀ ਲਿਖਾਂਗੇ, ਪੀ ਐਂਡ ਕਿਊ ਆਰ ਦਾ ਮਿਡ ਪੁਆਇੰਟਸ ਆਫ ਸਾਈਡ, ਕਿਹੜੀ ਕਿਹੜੀ ਸਾਈਡ ਦੇ ਮਿਡ ਪੁਆਇੰਟਸ ਨੇ, ਏ ਬੀ ਐਂਡ ਬੀ ਸੀ, ਏ ਬੀ ਐਂਡ ਬੀ ਸੀ ਸਾਈਡ ਦੇ ਇਹ ਕੀ ਨੇ, ਮਿਡ ਪੁਆਇੰਟਸ ਨੇ। ਤੇ ਜੇ ਇਨ ਟ੍ਰਾਇੰਗਲ ਦਿਸ ਵਨ ਐਂਡ ਇਨ ਟ੍ਰਾਇੰਗਲ ਦਿਸ ਵਨ ਪੀ ਐਂਡ ਕਿਊ ਆਰ ਦਾ ਮਿਡ ਪੁਆਇੰਟਸ ਆਫ ਸਾਈਡਸ ਏ ਬੀ ਐਂਡ ਬੀ ਸੀ, ਇਹ ਜੇ ਮਿਡ ਪੁਆਇੰਟ ਦਿੱਤੇ ਹੋਏ ਨੇ, ਦਿਸ ਇੰਪਲਾਈਜ਼ ਜਿਹੜਾ ਪੀ ਕਿਊ ਲਾਈਨ ਹੈ ਉਹ ਕਿਹਦੇ ਪੈਰਲਲ ਹੋ ਜੂਗੀ, ਏ ਸੀ ਦੇ, ਐਂਡ ਪੀ ਕਿਊ ਇਜ਼ ਇਕੁਅਲ ਟੂ ਹਾਫ ਆਫ ਏ ਸੀ ਬਾਈ ਮਿਡ ਪੁਆਇੰਟ ਥਿਓਰਮ। ਮਿਡ ਪੁਆਇੰਟ ਥਿਓਰਮ ਤੋਂ ਇਹ ਵੀ ਰਿਜ਼ਲਟ ਆਪਣੇ ਕੋਲ ਇੰਪਲਾਈਜ਼ ਹੋ ਗਿਆ। 2 ਮੰਨ ਲਈਏ, ਦੇਖੋ 1 'ਚ ਜਿਹੜੀ ਆਪਣੇ ਕੋਲ ਐਸ ਆਰ ਸੀ ਉਹ ਹਾਫ ਆਫ ਏ ਸੀ ਦੇ ਇਕੁਅਲ ਹੈ, ਠੀਕ ਹੈ। ਤੇ ਜਿਹੜੀ 2 ਹੈ ਉਹਦੇ ਵਿੱਚ ਆਪਣੇ ਕੋਲ ਪੀ ਕਿਊ ਜਿਹੜੀ ਹੈਗੀ ਉਹ ਵੀ ਹਾਫ ਆਫ ਏ ਸੀ ਦੇ ਇਕੁਅਲ ਹੈ। ਜੇ ਆਹ ਦੋ ਸਾਈਡਾਂ ਇਕੁਅਲ ਨੇ ਤਾਂ ਐਸ ਆਰ ਕਿਹਦੇ ਇਕੁਅਲ ਹੋ ਜੂਗੀ, ਪੀ ਕਿਊ ਦੇ। ਤਾਂ ਆਪਾਂ ਲਿਖਾਂਗੇ 1 ਐਂਡ 2 ਇੰਪਲਾਈਜ਼ ਐਸ ਆਰ ਜੋ ਹੈ ਉਹ ਇਕੁਅਲ ਕਿਹਦੇ ਹੈ, ਪੀ ਕਿਊ ਦੇ। ਸੋ ਸਿੰਪਲ ਕੁਐਸਚਨ ਸੀ, ਇੱਥੇ ਆ ਕੇ ਆਪਣਾ ਇਹ ਖਤਮ ਹੋ ਗਿਆ। ਜੇ ਜੇ ਦੋ ਸਾਈਡਾਂ ਆਪਸ ਇਕੁਅਲ ਹੋਣ ਐਂਡ ਐਸ ਆਰ ਜੋ ਹੈ ਉਹ ਪੈਰਲਲ ਵੀ ਕਿਹਦੀ ਆਊਗੀ, ਪੀ ਕਿਊ ਦੇ। ਕਿਉਂ ਪੈਰਲਲ ਆਊਗੀ, ਕਿਉਂਕਿ ਐਸ ਆਰ ਏ ਸੀ ਦੇ ਪੈਰਲਲ ਹੈ। ਦੇਖੋ ਨਾ ਆਪਾਂ ਨੂੰ ਪਤਾ ਵਾ ਵੀ ਐਸ ਆਰ ਬਿਕੋਜ਼ ਪਾ ਕੇ ਲਿਖ ਲਓ, ਐਸ ਆਰ ਇਜ਼ ਪੈਰਲਲ ਟੂ ਏ ਸੀ ਤੇ ਏ ਸੀ ਇਜ਼ ਪੈਰਲਲ ਟੂ ਪੀ ਕਿਊ। ਤਾਂ ਇਹ ਤਿੰਨੋਂ ਆਪਸ 'ਚ ਕੀ ਹੋ ਗਈਆਂ, ਪੈਰਲਲ। ਦਿਸ ਇੰਪਲਾਈਜ਼ ਜਿਹੜੀ ਐਸ ਆਰ ਆ ਉਹ ਪੈਰਲਲ ਹੋਊਗੀ ਪੀ ਕਿਊ ਦੇ ਵੀ, ਤੇ ਜੇ ਐਸ ਆਰ ਪੀ ਕਿਊ ਦੇ ਪੈਰਲਲ ਹੋਗੀ, ਐਸ ਆਰ ਪੀ ਕਿਊ ਦੇ ਇਕੁਅਲ ਹੋਗੀ, ਦਿਸ ਇੰਪਲਾਈਜ਼ ਜਿਹੜਾ ਆਪਣਾ ਥਰਡ ਪਾਰਟ ਹੈ ਇਸ ਕੁਐਸਚਨ ਦਾ, ਪੀ ਕਿਊ ਆਰ ਐਸ, ਉਹ ਕੀ ਹੋ ਜਾਊਗਾ, ਇਜ਼ ਅ ਪੈਰਲੋਗ੍ਰਾਮ। ਸੋ ਫਸਟ ਕੁਐਸਚਨ ਇਜ਼ ਟੂ ਬੀ ਕੰਪਲੀਟਡ ਹੇਅਰ। ਤੁਹਾਡਾ ਫਸਟ ਕੁਐਸਚਨ ਇੱਥੇ ਓਵਰ ਹੋ ਜਾਂਦਾ ਵਾ। ਲੈਟ ਅਸ ਸੋਲਵ ਸੈਕਿੰਡ ਕੁਐਸਚਨ ਆਫਟਰ ਦਿਸ। ਸੈਕਿੰਡ ਕੁਐਸਚਨ, ਇਹਦੀ ਡਾਇਗਰਾਮ ਤੁਹਾਡੇ ਸਾਹਮਣੇ ਬੁੱਕ 'ਚ ਵੀ ਬਣੀ ਹੋਏਗੀ, ਤੁਸੀਂ ਦੇਖ ਸਕਦੇ ਹੋ। ਆਪਾਂ ਨੂੰ ਦਿੱਤਾ ਹੋਇਆ ਏ ਬੀ ਸੀ ਡੀ ਇਜ਼ ਅ ਰੋਮਬਸ। ਰੋਮਬਸ ਇਜ਼ ਅ ਕਾਈਟ ਸ਼ੇਪ ਫਿਗਰ। ਜੇ ਰੋਮਬਸ ਆ ਤਾਂ ਮਤਲਬ ਇਹਦੀਆਂ ਆਲ ਸਾਈਡਸ, ਮਤਲਬ ਆਹ ਸਾਈਡ ਤੇ ਆਹ ਸਾਈਡ, ਆਹ ਸਾਈਡ, ਆਹ ਸਾਈਡ ਸਾਰੀਆਂ ਆਪਸ ਕੀ ਹੋਣਗੀਆਂ, ਇਕੁਅਲ ਹੋਣਗੀਆਂ। ਪੀ ਕਿਊ ਆਰ ਐਸ ਕੀ ਨੇ, ਇਹਨਾਂ ਦੇ ਮਿਡ ਪੁਆਇੰਟਸ ਨੇ। ਦੇਖੋ ਪਹਿਲਾਂ ਤਾਂ ਏ ਬੀ ਸੀ ਡੀ ਮਾਰਕ ਕਰ ਦਈਏ, ਏ ਬੀ ਸੀ ਡੀ। ਤਾਂ ਆਹ ਜਿਹੜਾ ਏ ਬੀ ਹੈ ਇਹਦਾ ਪੁਆਇੰਟ, ਸੌਰੀ ਇੱਥੇ ਡੀ ਆਏਗਾ, ਇੱਥੇ ਪੀ ਹੈ, ਇੱਥੇ ਕਿਊ ਹੋਏਗਾ, ਇੱਥੇ ਆਰ ਹੋਏਗਾ ਤੇ ਇੱਥੇ ਆਪਣੇ ਕੋਲ ਐਸ ਹੋਏਗਾ। ਇਹ ਸਾਰੇ ਕੀ ਨੇ, ਇਹਨਾਂ ਸਾਈਡਾਂ ਦੇ ਮਿਡ ਪੁਆਇੰਟ ਦਿੱਤੇ ਹੋਏ ਨੇ ਰਿਸਪੈਕਟ। ਪ੍ਰੂਵ ਦੈਟ ਕੁਆਡਰੀਲੈਟਰਲ ਪੀ ਕਿਊ ਆਰ ਐਸ ਇਜ਼ ਅ ਰੈਕਟੈਂਗਲ। ਆ ਜੋ ਪੀ ਕਿਊ ਆਰ ਐਸ ਬਣਿਆ ਹੋਇਆ ਵਾ ਇਹ ਕੀ ਆ, ਰੈਕਟੈਂਗਲ ਹੈ। ਇਹ ਸ਼ੋ ਕਰਨਾ। ਰੈਕਟੈਂਗਲ ਸ਼ੋ ਕਰਨ ਦੇ ਲਈ ਪਹਿਲੀ ਚੀਜ਼ ਕੀ ਹੁੰਦੀ ਹੈ, ਅਪੋਜ਼ਿਟ ਸਾਈਡਸ ਆਰ ਇਕੁਅਲ। ਅਪੋਜ਼ਿਟ ਸਾਈਡਸ ਆਰ ਇਕੁਅਲ ਸ਼ੋ ਕਰਨਾ। ਦੂਜੀ ਚੀਜ਼ ਆਪਾਂ ਕੀ ਸ਼ੋ ਕਰਨੀ ਹੁੰਦੀ ਹੈ ਇਹਦੇ ਵਿੱਚ ਵੀ, ਜਿਹੜਾ ਐਂਗਲ ਦੀ ਮੈਜ਼ਰ ਹੈ ਉਹ ਕਿੰਨੀ ਹੈ ਆਪਣੇ ਕੋਲ, 90 ਡਿਗਰੀ। ਸੋ ਹੁਣ ਆਪਾਂ ਅਪੋਜ਼ਿਟ ਸਾਈਡਸ ਆਰ ਇਕੁਅਲ ਆਪਾਂ ਹਰ ਵਾਰ ਇਹ ਚੀਜ਼ ਕਰਕੇ ਆਏ ਹਾਂ। ਹੁਣ ਆਪਾਂ ਮਿਡ ਪੁਆਇੰਟ ਥਿਊਰਮ 'ਚ ਜੋ ਇੱਥੇ ਕੁਐਸਚਨ 'ਚ ਕੀਤਾ ਸੀ ਫਸਟ ਕੁਐਸਚਨ 'ਚ, ਉਹੀ ਸਭ ਆਪਾਂ ਸੈਕਿੰਡ 'ਚ ਅਪਲਾਈ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਟ੍ਰਾਇੰਗਲ ਚੱਕਾਂਗੇ ਏ ਸੀ ਡੀ। ਇਨ ਟ੍ਰਾਇੰਗਲ ਏ ਸੀ ਡੀ, ਏ ਸੀ ਡੀ ਆ ਜੋ ਟ੍ਰਾਇੰਗਲ ਹੈ ਆਪਣੇ ਕੋਲ, ਇਸ ਟ੍ਰਾਇੰਗਲ ਦੇ ਵਿੱਚ ਜਿਹੜੀ ਐਸ ਆਰ ਲਾਈਨ ਹੈ ਉਹ ਪੈਰਲਲ ਕਿਹਦੇ ਹੈ, ਏ ਸੀ ਦੇ, ਐਂਡ ਐਸ ਆਰ ਲਾਈਨ ਜਿਹੜੀ ਹੈਗੀ ਇਕੁਅਲ ਆ ਹਾਫ ਆਫ ਏ ਸੀ ਦੀ। ਕਿਉਂ ਇਕੁਅਲ ਆ, ਬਿਕੋਜ਼ ਇੱਥੇ ਰੀਜ਼ਨ ਲਿਖ ਦਿਓ, ਐਸ ਐਂਡ ਆਰ ਆਰ ਦਾ ਮਿਡ ਪੁਆਇੰਟਸ ਆਫ ਸਾਈਡਸ। ਕਿਹੜੀਆਂ ਸਾਈਡਸ ਦੇ ਮਿਡ ਪੁਆਇੰਟਸ ਨੇ ਇਹ, ਏ ਡੀ ਐਂਡ ਸੀ ਡੀ ਸਾਈਡ ਦੇ ਮਿਡ ਪੁਆਇੰਟਸ ਨੇ। ਤਾਂ ਮਿਡ ਪੁਆਇੰਟ ਥਿਊਰਮ ਤੋਂ ਆ ਰਿਜ਼ਲਟ ਆ ਜਾਊਗਾ। ਸਿਮਿਲਰਲੀ ਟ੍ਰਾਇੰਗਲ ਏ ਬੀ ਸੀ, ਏ ਬੀ ਸੀ ਟ੍ਰਾਇੰਗਲ ਦੀ ਜਦੋਂ ਆਪਾਂ ਗੱਲ ਕਰਾਂਗੇ, ਇਸ ਟ੍ਰਾਇੰਗਲ ਦੇ ਵਿੱਚ ਪੀ ਐਂਡ ਕਿਊ ਆਰ ਮਿਡ ਪੁਆਇੰਟਸ ਆਫ ਸਾਈਡ ਏ ਬੀ ਐਂਡ ਬੀ ਸੀ। ਉਹ ਮਿਡ ਪੁਆਇੰਟਸ ਨੇ ਏ ਬੀ ਤੇ ਬੀ ਸੀ ਸਾਈਡਸ ਦੇ। ਅਤੇ ਜੇ ਇਹ ਦੋਨੋਂ ਮਿਡ ਪੁਆਇੰਟਸ ਹੋ ਜਾਣਗੇ ਤਾਂ ਇੱਥੋਂ ਆਪਣੇ ਕੋਲ ਮਿਡ ਪੁਆਇੰਟ ਥਿਊਰਮ ਕੀ ਕਹਿੰਦੀ ਹੈ ਵੀ ਜਿਹੜੀ ਪੀ ਕਿਊ ਲਾਈਨ ਉਹ ਪੈਰਲਲ ਕਿਹਦੇ ਹੋ ਜੂਗੀ, ਏ ਸੀ ਦੇ, ਅਤੇ ਪੀ ਕਿਊ ਲਾਈਨ ਜਿਹੜੀ ਹੈਗੀ ਉਹ ਇਕੁਅਲ ਵੀ ਕਿਹਦੇ ਹੋ ਜੂਗੀ, ਹਾਫ ਆਫ ਏ ਸੀ ਦੇ। ਇਹ ਵੀ ਹਾਫ ਆਫ ਏ ਸੀ ਦੇ ਇਕੁਅਲ, ਇਹ ਵੀ। ਦਿਸ ਇੰਪਲਾਈਜ਼ ਪੀ ਕਿਊ ਜਿਹੜੀ ਹੈਗੀ ਉਹ ਕਿਹਦੇ ਇਕੁਅਲ ਹੋ ਗਈ ਆਪਣੇ ਕੋਲ, ਆਰ ਐਸ ਦੇ ਇਕੁਅਲ ਹੋ ਗਈ, ਐਂਡ ਪੀ ਕਿਊ ਇਜ਼ ਪੈਰਲਲ ਟੂ ਆਰ ਐਸ ਆਲਸੋ। ਇਹ ਚੀਜ਼ ਹੋ ਗਈ ਹੋਲਡ ਆਪਣੇ ਕੋਲ। ਆਪੋਜ਼ਿਟ ਸਾਈਡਸ ਆ ਪੀ ਕਿਊ ਤੇ ਆਰ ਐਸ ਆਪਾਂ ਇਕੁਅਲ ਸ਼ੋ ਕਰਤੀਆਂ। ਸਿਮਿਲਰਲੀ ਜਦੋਂ ਆਪਾਂ ਟ੍ਰਾਇੰਗਲ ਕਿਹੜੀ ਚੂਜ਼ ਕਰਾਂਗੇ, ਬੀ ਸੀ ਡੀ, ਵਰਟੀਕਲ ਟ੍ਰਾਇੰਗਲ ਬੀ ਸੀ ਡੀ ਐਂਡ ਟ੍ਰਾਇੰਗਲ ਏ ਬੀ ਡੀ, ਇਹ ਟ੍ਰਾਇੰਗਲਸ ਚੂਜ਼ ਕਰਾਂਗੇ। ਇੱਥੋਂ ਆਪਣੇ ਕੋਲ ਕੀ ਇੰਪਲਾਈਜ਼ ਹੋ ਜਾਣਾ ਵਾ ਵੀ ਜਿਹੜੀ ਕਿਊ ਆਰ ਹੈ ਉਹ ਵੀ ਕਿਹਦੇ ਇਕੁਅਲ ਹੈ, ਪੀ ਐਸ ਦੇ ਇਕੁਅਲ ਆ। ਤਾਂ ਓਪੋਜ਼ਿਟ ਸਾਈਡਸ ਆਰ ਇਕੁਅਲ। ਇੰਨਾ ਕੰਮ ਤਾਂ ਆਪਣਾ ਕੁਐਸਚਨ ਦਾ ਹੋ ਚੁੱਕਾ, ਠੀਕ ਹੈ। ਹੁਣ ਆਪਾਂ ਪ੍ਰੂਵ ਕਰਨਾ ਵਾ ਵੀ ਜਿਹੜੇ ਕਾਰਨਰ ਐਂਗਲਸ ਨੇ ਉਹ ਕੀ ਨੇ, ਕਾਰਨਰ ਐਂਗਲਸ ਆਰ ਆਫ 90 ਡਿਗਰੀ। ਇੱਕ ਵੀ ਐਂਗਲ ਜੇ ਆਪਾਂ ਕਿਸੇ ਪੈਰਲੋਗ੍ਰਾਮ ਦਾ 90 ਡਿਗਰੀ ਸ਼ੋ ਕਰ ਦਈਏ ਨਾ ਤਾਂ ਉੱਥੋਂ ਆਪਣਾ ਰਿਜ਼ਲਟ ਜੋ ਹੈ ਜਾਂ ਉੱਥੋਂ ਆਪਣੀ ਜਿਹੜੀ ਥਿਊਰਮ ਹੈ ਉਹਦਾ ਰਿਜ਼ਲਟ ਆਪਣਾ ਹੋਲਡ ਕਰ ਜਾਂਦਾ ਹੈ।
तो उस चीज़ ਨੂੰ ਹੁਣ ਆਪਾਂ ਸ਼ੋਅ ਕਰਨ ਦੇ ਲਈ ਹੁਣ ਕਰਾਂਗੇ ਕਿ ਉਹ ਧਿਆਨ ਨਾਲ ਦੇਖੋ। ਹੁਣ ਉਹਦੇ ਲਈ ਆਪਾਂ ਟ੍ਰਾਇੰਗਲ ਚੱਕਾਂਗੇ ABD। ABD ਇੱਕ ਪੂਰੀ ਕੰਪਲੀਟ ਟ੍ਰਾਇੰਗਲ। ਇਨ ਟ੍ਰਾਇੰਗਲ ABD ਟ੍ਰਾਇੰਗਲ ਦੇ ਵਿੱਚ ਆਪਣੇ ਕੋਲ ਕੀ ਆਊਗਾ, PS ਇਜ਼ ਪੈਰਲਰ ਟੂ, ਜਿਹੜੀ PS ਲਾਈਨ ਹੈ ਉਹ ਪੈਰਲਰ ਕਿਹਦੇ ਹੈ, BD ਲਾਈਨ ਦੇ ਪੈਰਲਰ ਹੈ। ਐਂਡ ਜਿਹੜੀ BD ਲਾਈਨ ਆ ਉਹ ਪਰਪੈਂਡੀਕੂਲਰ ਕਿਹਦੇ ਉੱਪਰ ਡਰਾ ਕਰ ਰਹੀ ਹੈ, AC ਲਾਈਨ ਦੇ ਉੱਪਰ। ਦੇਖੋ ਨਾ PS ਜਿਹੜੀ ਹੈਗੀ ਉਹ ਪੈਰਲਰ ਆ BD, ਅਤੇ ਜਿਹੜੀ BD ਲਾਈਨ ਉਹ AC ਦੇ ਕੀ ਆ, ਪਰਪੈਂਡੀਕੂਲਰ ਆ। ਇਹ ਲਾਈਨਸ ਆਪਸ 'ਚ ਕੀ ਨੇ, ਪਰਪੈਂਡੀਕੂਲਰ। ਤਾਂ ਇਹਦਾ ਮਤਲਬ ਜਿਹੜੀ PS ਲਾਈਨ ਆ ਉਹ ਪਰਪੈਂਡੀਕੂਲਰ ਹੋਊਗੀ AC ਦੇ ਉੱਪਰ, ਮਤਲਬ ਆਹ ਜਿਹੜਾ ਐਂਗਲ ਆ ਇਹ ਵੀ 90 ਡਿਗਰੀ ਬਣਦਾ ਹੋਊਗਾ ਕਿਸੇ ਨਾ ਕਿਸੇ ਤਰੀਕੇ ਨਾਲ, ਅਤੇ ਆਹ ਜਿਹੜਾ ਐਂਗਲ ਆ ਇਹ ਵੀ 90 ਬਣਦਾ ਹੋਊਗਾ। ਚਲੋ ਇੰਨਾ ਕੰਮ ਆਪਣਾ ਹੋ ਗਿਆ ਇਨ ਟ੍ਰਾਇੰਗਲ ABC। ਹੁਣ ਮੈਂ ਗੱਲ ਕਰੂੰਗਾ ABC ਨੀਚੇ ਵਾਲੇ ਟ੍ਰਾਇੰਗਲ ਦੀ। ਇਨ ਟ੍ਰਾਇੰਗਲ ABC ਟ੍ਰਾਇੰਗਲ ਦੇ ਵਿੱਚ ਦੇਖੋ ਧਿਆਨ ਨਾਲ, ਜਿਹੜੀ PQ ਲਾਈਨ ਆ ਉਹ ਪੈਰਲਰ ਆ AC ਦੇ, PQ ਇਜ਼ ਪੈਰਲਰ ਟੂ AC। ਐਂਡ AC ਜਿਹੜੀ ਹੈਗੀ ਆ AC ਇਜ਼ ਪਰਪੈਂਡੀਕੂਲਰ ਔਨ BD, ਮਤਲਬ ਆਹ ਐਂਗਲ 90 ਦਿੱਤਾ ਹੋਇਆ ਮੈਨੂੰ, ਤਾਂ ਜੇ ਇਹ ਐਂਗਲ 90 ਦਿੱਤਾ ਹੋਇਆ ਵਾ, ਇੱਥੋਂ ਮੈਨੂੰ ਕੀ ਕਲੀਅਰ ਹੋ ਜਾਊਗਾ ਵੀ ਜੇ ਆਹ ਐਂਗਲ 90 ਆ ਤਾਂ ਆਹ ਐਂਗਲ ਵੀ ਕਿੰਨਾ ਹੋਊਗਾ, 90। ਦਿਸ ਇੰਪਲਾਈਜ਼ PQ ਜਿਹੜੀ ਹੈਗੀ ਆ ਉਹ ਵੀ ਪਰਪੈਂਡੀਕੂਲਰ ਬਣਾਊਗੀ BD ਦੇ ਉੱਪਰ। ਜੇ PQ BD ਦੇ ਪਰਪੈਂਡੀਕੂਲਰ ਤਾਂ ਆਹ ਐਂਗਲ 90 ਹੋ ਗਿਆ। ਹੁਣ ਤੁਸੀਂ ਡਾਇਗਰਾਮ ਦੇ ਵਿੱਚ, ਤੁਹਾਨੂੰ ਆਈ ਥਿੰਕ ਡਾਇਗਰਾਮ ਵਿਜ਼ੀਬਲ ਹੈ, ਡਾਇਗਰਾਮ ਦੇ ਵਿੱਚ ਆਹ ਕਾਰਨਰ ਦੇਖੋ ਸਾਰੇ, ਆਹ ਛੋਟਾ ਜਿਹਾ ਹਿੱਸਾ, ਇਸ ਛੋਟੇ ਹਿੱਸੇ 'ਚ ਆਹ ਐਂਗਲ ਵੀ 90 ਆ, ਆ ਵੀ 90 ਆ, ਆ ਵੀ 90 ਆ, ਅਤੇ ਚੌਥਾ ਐਂਗਲ ਵੀ ਕਿੰਨਾ ਆਊਗਾ ਫਿਰ, 90 ਡਿਗਰੀ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਦਿਸ ਇੰਪਲਾਈਜ਼, ਮੈਂ ਇਹ ਪ੍ਰੂਵ ਕਰਤਾ ਵੀ ਐਂਗਲ SPQ ਜੋ ਹੈ ਉਹਦੀ ਮੈਜ਼ਰਮੈਂਟ ਕਿੰਨੀ ਹੈ, 90 ਡਿਗਰੀ। ਤਾਂ ਜੇ ਉਹਦੀ ਮੈਜ਼ਰਮੈਂਟ 90 ਡਿਗਰੀ ਮੈਂ ਪ੍ਰੂਵ ਕਰਤੀ ਕੁਆਡਰੀਲੈਟਰਲ ਦੇ ਅਕੋਰਡਿੰਗ, ਤਾਂ ਮੇਰਾ ਰਿਜ਼ਲਟ ਕੀ ਕਹਿ ਰਿਹਾ ਮੈਨੂੰ ਇੱਥੋਂ, ਹਾਂਜੀ ਵੀ ਇਹਦੀ ਮੈਜ਼ਰਮੈਂਟ 90 ਡਿਗਰੀ ਆ, ਕਾਰਨਰ ਐਂਗਲ 90 ਡਿਗਰੀ ਦਾ, ਹੈਂਸ PQRS ਇਜ਼ ਅ ਸਕੁਐਰ। ਜਾਂ ਫਿਰ ਆਪਾਂ ਕਹਾਂਗੇ PQRS ਇਜ਼ ਅ ਰੈਕਟੈਂਗਲ। ਸਕੁਐਰ ਕਿਉਂ ਨਹੀਂ ਕਿਹਾ, ਕਿਉਂਕਿ ਆਲ ਸਾਈਡਸ ਇਕੁਅਲ ਨਹੀਂ ਹੈ, ਸਿਰਫ ਅਪੋਜ਼ਿਟ ਸਾਈਡਸ ਆਰ ਇਕੁਅਲ ਟੂ ਈਚ ਅਦਰ ਨੇ। ਸੋ ਆਫਟਰ ਦਿਸ ਕੁਐਸਚਨ ਨੰਬਰ 2, ਇਹ ਕੁਐਸਚਨ ਤੁਹਾਡਾ ਇੱਥੇ ਓਵਰ ਹੁੰਦਾ ਆ। ਕੁਐਸਚਨ ਨੰਬਰ 3 ਇਜ਼ ਯੂਅਰ ਹੋਮਵਰਕ ਕੁਐਸਚਨ। ਆਫਟਰਵਰਡਸ ਕੁਐਸਚਨ ਨੰਬਰ 4 ਦੇਖਦੇ ਹਾਂ। ਕੁਐਸਚਨ ਨੰਬਰ 4 ਤੁਹਾਡਾ ਕੋਲ ਜਿਹੜਾ ਹੈ ਤੁਹਾਡੀ ਬੁੱਕ ਦੇ ਵਿੱਚ, ਉਹਦੀ ਡਾਇਗਰਾਮ ਤੁਹਾਨੂੰ ਗਿਵਨ ਦਿੱਤੀ ਹੋਈ ਹੈ। ABCD is a trapezium in which AB is parallel to CD, BD is a diagonal and E is the midpoint of AD। ਦੇਖੋ ABCD ਕੀ ਹੈ, ਟ੍ਰੈਪੀਜ਼ੀਅਮ। ਟ੍ਰੈਪੀਜ਼ੀਅਮ 'ਚ ਕੀ ਹੁੰਦੀਆਂ ਨੇ, ਟੂ ਸਾਈਡਸ ਆਰ ਪੈਰਲਰ ਐਂਡ ਟੂ ਸਾਈਡਸ ਆਰ ਨੋਨ ਪੈਰਲਰ। ਤਾਂ ਆਪਾਂ ਨੂੰ ABCD ਇੱਕ ਟ੍ਰੈਪੀਜ਼ੀਅਮ ਦਿੱਤਾ ਹੋਇਆ, ਉਹ ਆਪਾਂ ਡਰਾ ਕਰ ਲੈਂਦੇ ਹਾਂ ਇੱਥੇ। ਆਈ ਕਾਲ ਇਟ ABCD। ਇਹ ਟ੍ਰੈਪੀਜ਼ੀਅਮ ਦਿੱਤਾ ਹੋਇਆ, ਠੀਕ ਹੈ। E ਇਜ਼ ਦਾ ਮਿਡ ਪੁਆਇੰਟ ਆਫ AD ਦਾ ਇੱਕ ਮਿਡ ਪੁਆਇੰਟ ਦਿੱਤਾ ਹੋਇਆ E ਆਪਾਂ ਨੂੰ। ਉਸ ਤੋਂ ਬਾਅਦ ਉਹਨੇ ਕੀ ਕਿਹਾ ਹੋਇਆ, BD is a diagonal and E is the midpoint of AD। A line drawn from through E parallel to AB। ਇੱਕ ਲਾਈਨ E ਦੇ ਥਰੂ ਆਪਾਂ ਡਰਾ ਕਰਨੀ ਹੈ, ਅਤੇ ਜਿਹੜੀ ਪੈਰਲਰ ਕਿਹਦੇ ਹੈ, AB ਦੇ ਪੈਰਲਰ ਆ। ਉਹ ਲਾਈਨ ਜਿਹੜੀ ਹੈਗੀ ਹੈ BC ਨੂੰ ਇੰਟਰਸੈਕਟ ਕਰਦੀ ਹੈ ਐਟ ਪੁਆਇੰਟ F ਦੇ ਉੱਪਰ, ਠੀਕ ਹੈ। BD ਆਪਣੇ ਕੋਲ ਕੀ ਦਿੱਤਾ ਹੋਇਆ, ਡਾਇਗਨਲ, ਅਤੇ B ਤੇ D ਨੂੰ ਵੀ ਜੁਆਇਨ ਕਰਨਾ ਪਏਗਾ ਆਪਾਂ ਨੂੰ ਕੁਛ ਇਸ ਤਰੀਕੇ ਨਾਲ। ਆਹ ਜਿਹੜਾ ਪੁਆਇੰਟ ਇੱਥੇ ਆਇਆ ਇਹਨੂੰ ਮੈਂ ਨਾਮ ਦਊਂਗਾ P, ਇਸ ਤਰੀਕੇ ਨਾਲ, ਠੀਕ ਹੈ। ਤਾਂ ਹੁਣ ਆਪਣਾ ਕੰਮ ਕੀ ਰਹਿ ਗਿਆ, ਸ਼ੋ ਦੈਟ F ਇਜ਼ ਆਲਸੋ ਅ ਮਿਡ ਪੁਆਇੰਟ ਆਫ BC। F ਕੀ ਆ, ਮਿਡ ਪੁਆਇੰਟ ਆਫ BC ਹੈਗਾ। ਆਪਾਂ ਇੱਕ ਪ੍ਰੋਪਰਟੀ ਲਿਖਾਂਗੇ ਇੱਥੇ ਜੋ ਤੁਹਾਡੀ ਬੁੱਕ 'ਚ ਗਿਵਨ ਵੀ ਹੈ। ਪ੍ਰੋਪਰਟੀ ਕੀ ਆ, ਇਫ E is midpoint of side AD and EF ਜਿਹੜੀ ਲਾਈਨ ਹੈ ਉਹ ਪੈਰਲਰ ਕਿਹਦੀ ਹੈ, ਆਪਣੇ ਕੋਲ AB ਦੇ ਪੈਰਲਰ ਹੈ, ਠੀਕ ਹੈ। ਜੇ ਇੱਕ ਲਾਈਨ ਜਿਹੜੀ ਹੈਗੀ ਆ ਉਹ ਇੱਕ ਮਿਡ ਪੁਆਇੰਟ ਦਿੱਤਾ ਹੋਵੇ, ਅਤੇ ਦੂਜੀ ਗੱਲ ਇਹ ਕਹੀ ਜਾਵੇ ਵੀ ਇੱਕ ਲਾਈਨ ਦੂਸਰੀ ਦੇ ਕੀ ਆ, ਪੈਰਲਰ ਹੈ, ਠੀਕ ਹੈ, AB ਦੇ। ਦੇਖੋ EF ਜੇ AB ਦੇ ਪੈਰਲਰ ਆ, ਦਿਸ ਇੰਪਲਾਈਜ਼ ਜਿਹੜੀ EF ਆ ਉਹ ਪੈਰਲਰ ਆਪਣੇ ਕੋਲ ਕਿਹਦੇ ਹੋਊਗੀ, ਸੌਰੀ EP, ਜਿਹੜੀ EP ਆ ਉਹ ਵੀ ਪੈਰਲਰ ਹੋਊਗੀ AB ਦੇ। ਰੀਜ਼ਨ ਕੀ ਹੈ ਵੀ P ਵੀ ਤਾਂ ਉਸੇ ਲਾਈਨ ਦੇ ਉੱਪਰ ਹੀ ਆ ਰਿਹਾ ਨਾ ਪੁਆਇੰਟ, ਤਾਂ ਕਰਕੇ। ਤਾਂ ਜੇ ਆਪਣੇ ਕੋਲ ਇੱਦਾਂ ਦੀਆਂ ਕੰਡੀਸ਼ਨਾਂ ਹੋਣ ਵੀ ਇੱਕ ਮਿਡ ਪੁਆਇੰਟ ਦਿੱਤਾ ਹੋਵੇ, ਦੂਜੀ ਗੱਲ ਇਹ ਕਹੀ ਜਾਵੇ ਵੀ ਆਹ ਜਿਹੜੀ ਲਾਈਨ ਹੈ ਇਹਦੇ ਪੈਰਲਰ ਹੈ, ਆਹ ਛੋਟੀ ਜਿਹੀ ਟ੍ਰਾਇੰਗਲ ਦੇਖੋ ਤੁਸੀਂ ADB 'ਚ, ਤਾਂ ਆਪਣੇ ਕੋਲ ਰਿਜ਼ਲਟ ਕੀ ਹੁੰਦਾ ਵਾ, ਦਿਸ ਇੰਪਲਾਈਜ਼ P ਇਜ਼ ਆਲਸੋ ਮਿਡ ਪੁਆਇੰਟ। ਤਾਂ P ਵੀ ਕੀ ਹੋਊਗੀ, ਮਿਡ ਪੁਆਇੰਟ ਹੋਊਗੀ। ਸੋ ਇਹ ਰਿਜ਼ਲਟ ਯੂਜ਼ ਕਰਕੇ ਆਪਾਂ P ਨੂੰ ਕੀ ਕਹਿ ਤਾ, ਮਿਡ ਪੁਆਇੰਟ। ਇੱਥੇ ਲਿਖ ਲਿਓ ਉੱਪਰ ਇਨ ਟ੍ਰਾਇੰਗਲ ADB। ਹੁਣ ਆਪਾਂ ਕਿਹਦੀ ਗੱਲ ਕਰਾਂਗੇ, ਹੁਣ ਆਪਾਂ ਗੱਲ ਕਰਾਂਗੇ ਟ੍ਰਾਇੰਗਲ BCD ਦੀ। ਇਨ ਟ੍ਰਾਇੰਗਲ
ਬੀ ਸੀ ਡੀ, ਆ ਬੀ ਸੀ ਡੀ ਟ੍ਰਾਇੰਗਲ ਆ, ਇਹਦੇ ਵਿੱਚ ਹੁਣ ਪੀ ਦੇਖੋ ਧਿਆਨ ਨਾਲ, ਪੀ ਇਜ਼ ਏ ਮਿਡ ਪੁਆਇੰਟ, ਪੀ ਇੱਕ ਮਿਡ ਪੁਆਇੰਟ ਦਿੱਤਾ ਹੋਇਆ ਹੈ, ਅਤੇ ਪੀ ਐਫ ਜਿਹੜੀ ਲਾਈਨ ਆ ਉਹ ਪੈਰਲਰ ਕਿਹਦੇ ਦਿੱਤੀ ਹੋਈ ਹੈ ਆਪਾਂ ਨੂੰ, ਦੇਖੋ ਪੀ ਐਫ ਤਾਂ ਪੈਰਲਰ ਏ ਬੀ ਦੇ ਆ, ਬਟ ਜਿਹੜੀ ਏ ਬੀ ਲਾਈਨ ਹੈ ਉਹ ਪੈਰਲਰ ਕਿਹਦੀ ਹੈ, ਸੀ ਡੀ ਦੇ। ਦਿਸ ਇੰਪਲਾਈਜ਼ ਜਿਹੜੀ ਪੀ ਐਫ ਆ ਉਹ ਵੀ ਪੈਰਲਰ ਹੋ ਜੂ ਸੀ ਡੀ ਦੇ, ਮਤਲਬ ਆ ਇੰਨੀ ਕੁ ਲਾਈਨ ਇਹਦੀ ਪੈਰਲਰ ਹੋ ਗਈ। ਇਹ ਦੋ ਲਾਈਨਸ ਆਪਸ 'ਚ ਪੈਰਲਰ ਨੇ, ਪੀ ਮਿਡ ਪੁਆਇੰਟ ਆ, ਦਿਸ ਇੰਪਲਾਈਜ਼ ਐਫ ਵੀ ਕੀ ਹੋਊਗਾ, ਐਫ ਇਜ਼ ਆਲਸੋ ਆ ਮਿਡ ਪੁਆਇੰਟ। ਸੋ ਇੱਥੇ ਆ ਕੇ ਆਪਣਾ ਕੁਐਸਚਨ ਨੰਬਰ ਜਿਹੜਾ 4 ਹੈ ਉਹ ਕੰਪਲੀਟ ਹੋ ਜਾਂਦਾ ਵਾ। ਕੁਐਸਚਨ ਨੰਬਰ 4 ਦੀ ਸਟੇਟਮੈਂਟ ਇੱਥੇ ਕੰਪਲੀਟ ਹੋ ਜਾਂਦੀ ਹੈ। ਇਸ ਤੋਂ ਬਾਅਦ ਆਪਣਾ ਹੈਗਾ ਕੁਐਸਚਨ ਨੰਬਰ 5। ਇਹ ਜਿਹੜਾ ਕੁਐਸਚਨ ਆ, ਕੁਐਸਚਨ ਨੰਬਰ 5 ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਕੁਐਸਚਨ ਆ, ਸੋ ਇਹਨੂੰ ਧਿਆਨ ਨਾਲ ਸੁਣਨਾ ਵਾ ਅਤੇ ਧਿਆਨ ਨਾਲ ਹੀ ਸਮਝਣਾ ਵਾ। ਕੁਐਸਚਨ ਨੰਬਰ 5 statement is in a parallelogram ABCD, E and F are midpoints of side AB and CD respectively। E and F ਕੀ ਨੇ, midpoints ਨੇ ਕਿਹੜੀ ਕਿਹੜੀ ਸਾਈਡ ਦੇ AB ਤੇ CD ਦੇ, ਮਤਲਬ ਆਹ E ਜਿਹੜਾ ਹੈਗਾ ਵਾ ਮਿਡ ਪੁਆਇੰਟ ਆ ਇਸ ਸਾਈਡ ਦਾ, ਅਤੇ F ਜਿਹੜਾ ਹੈਗਾ ਵਾ ਮਿਡ ਪੁਆਇੰਟ ਆ CD ਸਾਈਡ ਦਾ। ਇਹ ਆਪਾਂ ਨੂੰ ਦਿੱਤਾ ਹੋਇਆ। ਸ਼ੋ ਦੈਟ ਦਾ ਲਾਈਨ ਸੈਗਮੈਂਟ AF, ਜਿਹੜੀ ਲਾਈਨ ਸੈਗਮੈਂਟ ਆ AF ਐਂਡ EC, ਇਹ ਜਿਹੜੀਆਂ ਦੋ ਲਾਈਨ ਸੈਗਮੈਂਟਸ ਆਪਾਂ ਨੂੰ ਦਿੱਤੀਆਂ ਹੋਈਆਂ ਨੇ AF ਐਂਡ EC, ਟਰਾਈਸੈਕਟ ਦਾ ਡਾਇਗਨਲ BD। ਟਰਾਈਸੈਕਟ ਦਾ ਡਾਇਗਨਲ BD ਦਾ ਮਤਲਬ ਕੀ ਹੈ ਵੀ ਆਹ ਜਿਹੜੀ ਸਾਈਡ ਆ ਉਹ ਇੰਨੀ ਕੁ ਸਾਈਡ ਦੇ ਇਕੁਅਲ ਹੈ, ਅਤੇ ਆਹ ਜਿਹੜੀ ਸਾਈਡ ਆ ਇੰਨੀ, ਤਿੰਨਾਂ ਨੂੰ ਆਪਸ 'ਚ ਕੀ ਸ਼ੋ ਕਰਨਾ, ਇਕੁਅਲ। ਤਿੰਨਾਂ ਨੂੰ ਇਕੁਅਲ ਸ਼ੋ ਕਰਨ ਦੇ ਲਈ ਨਾ ਆਪਾਂ ਕੋਈ ਵੀ ਟਰਾਇੰਗਲਸ ਚੂਜ਼ ਕਰਨਾ, ਕੁਛ ਵੀ ਆਪਾਂ ਲਾਅ ਲਗਾਉਣਾ, ਤਾਂ ਉਹ ਲਗਾਉਣ ਤੋਂ ਪਹਿਲਾਂ ਆਪਾਂ ਨੂੰ ਇਹ ਸ਼ੋ ਕਰਨਾ ਪੈਣਾ ਵਾ ਵੀ AECF ਇਹ ਕੀ ਆ, ਪੈਰਲੋਗ੍ਰਾਮ ਆ। ਤਾਂ ਇਹਨੂੰ ਪੈਰਲੋਗ੍ਰਾਮ ਕਿਵੇਂ ਸ਼ੋ ਕੀਤਾ ਜਾਊਗਾ, ਪਹਿਲਾਂ ਤਾਂ ਉਹ ਦੇਖੋ। ਦੇਖੋ ਰਾਜੇ AE ਕੀ ਆ, ਮਿਡ ਪੁਆਇੰਟ ਆ। ਦੇਖੋ ਪਹਿਲਾਂ ਆਪਾਂ ਦਿੱਤਾ ਹੋਇਆ ਵਾ ਵੀ AB ਇਜ਼ ਇਕੁਅਲ ਟੂ CF, AB CF ਦੇ ਇਕੁਅਲ ਹੈ, ਇਹ ਚੀਜ਼ ਆਪਾਂ ਨੂੰ ਗਿਵਨ ਹੈ। ਦਿਸ ਇੰਪਲਾਈਜ਼ ਹਾਫ ਆਫ AB ਜਿਹੜਾ ਹੋਊਗਾ ਉਹ ਹਾਫ ਆਫ CF ਦੇ ਵੀ ਇਕੁਅਲ ਹੋ ਜਾਊਗਾ, ਦੋਨਾਂ ਦਾ ਹਾਫ ਆਪਸ ਇਕੁਅਲ। E ਮਿਡ ਪੁਆਇੰਟ ਆ ਤਾਂ ਮਤਲਬ AB ਦਾ ਹਾਫ AE ਹੋਊਗਾ, ਅਤੇ AE ਜਿਹੜੀ ਹੈਗੀ ਉਹ ਕਿਹਦੇ ਇਕੁਅਲ ਹੋ ਜੂਗੀ, CF ਦੀ। ਇਹ ਹੋ ਗਿਆ। ਹੁਣ ਇਹ ABCD ਪੈਰਲੋਗ੍ਰਾਮ ਆ ਦੋਨੋਂ ਸਾਈਡਾਂ ਇਕੁਅਲ ਵੀ ਸੀ, ਐਂਡ AB ਜਿਹੜੀ ਹੈਗੀ ਉਹ ਪੈਰਲਰ ਵੀ ਕਿਹਦੇ ਆ, CF ਦੇ। ਦਿਸ ਇੰਪਲਾਈਜ਼ ਜਿਹੜਾ ਇਹਨਾਂ ਦੇ ਹਾਫ ਆ AE ਉਹ ਵੀ ਪੈਰਲਰ ਕਿਹਦੇ ਹੋ ਜਾਊਗਾ, CF ਦੇ ਪੈਰਲਰ ਹੋ ਜਾਊਗਾ। ਜੇ ਇਹ ਇਕੁਅਲ ਅਤੇ ਪੈਰਲਰ ਹੋ ਗਏ, ਦਿਸ ਇੰਪਲਾਈਜ਼ AECF ਇਜ਼ ਆ ਪੈਰਲੋਗ੍ਰਾਮ। ਆ ਵਿੱਚ ਵਾਲੀ ਡਾਇਗਰਾਮ ਪੈਰਲੋਗ੍ਰਾਮ ਸ਼ੋ ਹੋ ਗਈ ਆਪਣੀ। ਅਤੇ ਜੇ ਇਹ ਵਿੱਚ ਵਾਲੀ ਡਾਇਗਰਾਮ ਪੈਰਲੋਗ੍ਰਾਮ ਹੈਗੀ ਆ, ਦਿਸ ਇੰਪਲਾਈਜ਼ ਜਿਹੜਾ AF ਆ ਉਹ ਇਕੁਅਲ ਹੋ ਜਾਊਗਾ EC ਦੇ, ਆਪਸ ਇਕੁਅਲ ਹੋ ਗਏ, ਐਂਡ AF ਇਜ਼ ਪੈਰਲਰ ਟੂ EC। ਇੰਨੀ ਚੀਜ਼ ਤਾਂ ਆਪਣੀ ਕੁਐਸਚਨ ਦੀ ਇੱਥੇ ਆ ਕੇ ਹੋ ਗਈ, ਠੀਕ ਹੈ ਜੀ। AF ਇਜ਼ ਇਕੁਅਲ ਟੂ EC ਐਂਡ AF ਇਜ਼ ਪੈਰਲਰ ਟੂ EC। ਸੋ ਇੱਥੋਂ ਆਪਣੇ ਕੋਲ ਕੀ ਸ਼ੋ ਹੋ ਗਿਆ ਵੀ ACEF ਇਜ਼ ਅ ਪੈਰਲੋਗ੍ਰਾਮ, ਠੀਕ ਹੈ। ਅਤੇ ਜੇ AF EC ਪੈਰਲੋਗ੍ਰਾਮ ਆ, ਇਹਦਾ ਮਤਲਬ FA ਜਿਹੜੀ ਹੈਗੀ ਆ ਉਹ CE ਦੇ ਵੀ ਕੀ ਹੋਊਗੀ, ਪੈਰਲਰ ਹੋਊ, ਇਕੁਅਲ ਹੋਊਗੀ। ਚਲੋ ਉਹ ਹੋ ਗਿਆ ਆਪਣਾ ਕੰਮ। ਹੁਣ ਆਪਣੇ ਕੋਲ ਕੀ ਆ, ਹੁਣ ਆਪਾਂ ਟਰਾਇੰਗਲ ਚੂਜ਼ ਕਰਨੀ ਹੈ DCQ। ਪਹਿਲਾਂ ਆਪਾਂ ਟਰਾਇੰਗਲ ਚੂਜ਼ ਕਰਾਂਗੇ DCP, ਸੌਰੀ ਨਾਟ Q, DCP, ਇਨ ਟਰਾਇੰਗਲ DCP। ਇਸ ਟਰਾਇੰਗਲ ਦੇ ਵਿੱਚ ਆਪਣੇ ਕੋਲ DCP ਟਰਾਇੰਗਲ ਦੇ ਵਿੱਚ F ਕੀ ਆ, F ਇਜ਼ ਅ ਮਿਡ ਪੁਆਇੰਟ ਆਫ ਸਾਈਡ DC ਦਾ ਮਿਡ ਪੁਆਇੰਟ ਆਪਣੇ ਕੋਲ F ਆ, F ਮਿਡ ਪੁਆਇੰਟ ਆ, ਅਤੇ FQ ਜਿਹੜੀ ਲਾਈਨ ਆ ਉਹ ਪੈਰਲਰ ਕਿਹਦੇ ਆ, PC ਦੇ ਪੈਰਲਰ ਆ। ਕਿਉਂ ਪੈਰਲਰ ਆ, ਕਿਉਂਕਿ ਆ ਦੋਨੋਂ ਲਾਈਨਾਂ ਆਪਸ 'ਚ ਪੈਰਲਰ ਦੇ ਇਕੁਅਲ ਸੀਗੀਆਂ, ਤਾਂ ਇਹਨਾਂ ਧਿਆਨ ਵਾਲਾ ਹਰ ਪੁਆਇੰਟ ਤੋਂ ਹਰ ਪੁਆਇੰਟ ਤੱਕ ਉਹ ਲਾਈਨਸ ਆਪਸ 'ਚ ਕੀ ਹੋਣਗੀਆਂ, ਪੈਰਲਰ। ਤਾਂ ਜੋ ਆਪਾਂ ਅਬਵ ਕੁਐਸਚਨ 'ਚ ਰਿਜ਼ਲਟ ਲਗਾਇਆ ਸੀ ਉਹੀ ਰਿਜ਼ਲਟ ਇੱਥੇ ਲਗਾਵਾਂਗੇ। ਦਿਸ ਇੰਪਲਾਈਜ਼ ਜੇ ਇਹ ਪੈਰਲਰ ਨਹੀਂ ਤਾਂ Q ਕੀ ਹੋ ਗਿਆ, Q ਇਜ਼ ਮਿਡ ਪੁਆਇੰਟ ਆਫ DP। Q ਮਿਡ ਪੁਆਇੰਟ ਹੋ ਜਾਊਗਾ DP ਦਾ, ਅਤੇ ਜੇ Q ਮਿਡ ਪੁਆਇੰਟ ਹੋ ਗਿਆ DP ਦਾ, ਇਹਦਾ ਮਤਲਬ ਕੀ ਆ ਵੀ DQ ਜਿਹੜੀ ਹੈਗੀ ਆ ਉਹ PQ ਦੇ ਇਕੁਅਲ ਹੋ ਜਾਊ ਆਪਸ 'ਚ। ਇੰਨੀ ਚੀਜ਼ ਹੋਲਡ ਕਰ ਗਈ। ਹੁਣ ਆਪਾਂ ਟਰਾਇੰਗਲ ਪਿਕ ਕਰਾਂਗੇ ABQ, ਨੀਚੇ ਵਾਲੀ ਟਰਾਇੰਗਲ ABQ। ਹੁਣ ਦੇਖੋ ਇਨ ਟਰਾਇੰਗਲ ABQ, ਉਸ ਟਰਾਇੰਗਲ ਦੇ ਵਿੱਚ ਕੀ ਹੋਊਗਾ ਆਪਣੇ ਕੋਲ ਰਿਜ਼ਲਟ, E ਇਜ਼ ਦਾ ਮਿਡ ਪੁਆਇੰਟ ਆਫ, E ਜਿਹੜੀ ਹੈਗੀ ਆ ਉਹ ਮਿਡ ਪੁਆਇੰਟ ਆ AB ਸਾਈਡ ਦਾ। AB ਦਾ ਮਿਡ ਪੁਆਇੰਟ ਕਿੰਨਾ ਵਾ, E, ਐਂਡ ਜੇ EAB ਦਾ ਮਿਡ ਪੁਆਇੰਟ ਆ, ਐਂਡ EP ਜਿਹੜੀ ਹੈਗੀ ਆ ਉਹ ਲਾਈਨ ਪੈਰਲਰ ਕਿਹਦੇ ਆ, AQ ਦੇ। EP ਲਾਈਨ ਇਜ਼ ਪੈਰਲਰ ਟੂ AQ। ਇਹ ਦੋਨੋਂ ਲਾਈਨਸ ਆਪਸ 'ਚ ਕੀ ਨੇ, ਪੈਰਲਰ ਵੀ ਨੇ, ਅਤੇ ਆਹ ਮਿਡ ਪੁਆਇੰਟ ਵੀ ਆ। ਦਿਸ ਇੰਪਲਾਈਜ਼ ਜਿਹੜਾ P ਆ, P ਇਜ਼ ਆਲਸੋ ਆ ਮਿਡ ਪੁਆਇੰਟ ਆਫ BQ,
ਜਿਹੜੀ ਪੀ ਆ ਮਿਡ ਪੁਆਇੰਟ ਹੋ ਜੂਗੀ ਆਪਣੇ ਕੋਲ ਬੀ ਕਿਊ ਸਾਈਡ ਦਾ, ਤੇ ਜੇ ਪੀ ਏ ਆਪਣੇ ਕੋਲ ਬੀ ਕਿਊ ਸਾਈਡ ਦਾ ਮਿਡ ਪੁਆਇੰਟ ਹੋ ਗਿਆ ਤਾਂ ਇਹਦਾ ਮਤਲਬ ਜਿਹੜਾ ਬੀ ਪੀ ਆ ਉਹ ਇਕੁਅਲ ਹੋ ਜੂਗਾ ਪੀ ਕਿਊ ਦੇ। ਇਹਨੂੰ ਮੰਨ ਲਓ 1 ਤੇ ਇਹਨੂੰ ਮੰਨ ਲਓ 2। ਤਾਂ ਫਿਰ ਆਪਾਂ ਨੂੰ 1 ਐਂਡ 2 ਇਹਨਾਂ ਦੋਨਾਂ ਤੋਂ ਆਪਾਂ ਨੂੰ ਕੀ ਕਲੀਅਰ ਹੋ ਰਿਹਾ ਵਾ, ਆਪਾਂ ਨੂੰ ਇਹ ਕਲੀਅਰ ਹੋ ਰਿਹਾ ਵਾ ਵੀ ਜਿਹੜੀ ਬੀ ਪੀ ਆ ਉਹ ਪੀ ਕਿਊ ਦੇ ਇਕੁਅਲ ਆ, ਅਤੇ ਜਿਹੜੀ ਪੀ ਕਿਊ ਆ ਉਹ ਕਿਊ ਡੀ ਦੇ ਇਕੁਅਲ ਆ। ਤਾਂ ਇਹਦਾ ਮਤਲਬ ਇਹ ਤਿੰਨੋਂ ਪਾਰਟਸ ਆਪਸ ਕੀ ਇਕੁਅਲ ਹੋ ਗਏ, ਆਪਸ ਇਕੁਅਲ ਹੋ ਗਏ। ਨਾਓ ਹੁਣ ਆਪਾਂ ਕੀ ਲਿਖ ਸਕਦੇ ਹਾਂ, ਜਿਹੜੀ ਬੀ ਡੀ ਲਾਈਨ ਹੈ ਉਹਨੂੰ ਮੈਂ ਲਿਖ ਸਕਦਾ ਵਾਂ ਬੀ ਪੀ ਪਲੱਸ ਪੀ ਕਿਊ ਪਲੱਸ ਕਿਊ ਡੀ। ਠੀਕ ਹੈ, ਇਹ ਤਿੰਨੋਂ ਆਪਸ ਇਕੁਅਲ ਨੇ, ਇਸ ਲਈ ਬੀ ਡੀ ਜਿਹੜੀ ਲਾਈਨ ਹੈ ਉਹ ਕਿਹਦੇ ਇਕੁਅਲ ਆਏਗੀ ਆਪਣੇ ਕੋਲੇ, ਜੋ ਆਪਣੇ ਕੋਲ ਇੱਥੇ ਬੀ ਡੀ ਲਾਈਨ ਦਿੱਤੀ ਹੋਈ ਹੈ ਉਹ ਕਿਹਦੇ ਇਕੁਅਲ ਆਏਗੀ, ਉਹ ਆ ਜਾਏਗੀ ਬੀ ਪੀ ਪਲੱਸ ਬੀ ਪੀ ਪਲੱਸ ਬੀ ਪੀ, ਮਤਲਬ 3 ਟਾਈਮਸ ਕਿੰਨਾ ਹੋ ਗਿਆ ਬੀ ਪੀ। ਦਿਸ ਇੰਪਲਾਈਜ਼ ਜਿਹੜੀ ਬੀ ਪੀ ਆ ਇਜ਼ ਇਕੁਅਲਸ ਟੂ 1/3 ਟਾਈਮਸ ਬੀ ਡੀ ਹੋ ਗਿਆ। ਕੱਲਾ ਬੀ ਪੀ ਹੀ ਇਹਦੇ ਇਕੁਅਲ ਨਹੀਂ ਆਇਆ, ਕਿਉਂਕਿ ਬੀ ਪੀ ਪੀ ਕਿਊ ਕਿਊ ਡੀ ਇਹ ਤਿੰਨੋਂ ਆਪਸ ਇਕੁਅਲ ਨੇ। ਦਿਸ ਇੰਪਲਾਈਜ਼ ਆਪਾਂ ਲਿਖਾਂਗੇ ਬੀ ਪੀ ਇਜ਼ ਇਕੁਅਲਸ ਟੂ ਪੀ ਕਿਊ ਇਜ਼ ਇਕੁਅਲਸ ਟੂ ਕਿਊ ਡੀ ਇਜ਼ ਇਕੁਅਲ ਟੂ 1/3 ਆਫ ਬੀ ਡੀ। ਮਤਲਬ ਕੀ ਆ, ਇਹ ਤਿੰਨੇ ਜਿਹੜੇ ਪੋਰਸ਼ਨਸ ਨੇ, ਲਾਈਨ ਸੈਗਮੈਂਟਸ ਨੇ, ਉਹ ਬੀ ਡੀ ਨੂੰ ਕੀ ਕਰਦੀਆਂ ਪਈਆਂ ਨੇ, ਟਰਾਈਸੈਕਟ ਕਰਦੀਆਂ ਪਈਆਂ ਨੇ। ਸੋ ਹੇਅਰ ਯੂਅਰ ਦਿਸ question number 5, one of the most important question is to be completed. Afterwards, question number 6 is your homework question. Now let us do the last question of this exercise, that is your question number 7. ਕੁਐਸਚਨ ਨੰਬਰ 7 ਜੋ ਕਿ ਤੁਹਾਡੀ ਐਕਸਰਸਾਈਜ਼ ਦਾ ਲਾਸਟ ਕੁਐਸਚਨ ਆ ਅੱਜ ਦਾ, ਜਾਂ ਫਿਰ ਆਪਾਂ ਇਹ ਕਹੀਏ ਵੀ ਪੂਰੇ ਚੈਪਟਰ ਦਾ ਹੀ ਲਾਸਟ ਕੁਐਸਚਨ ਆ। ਕੁਐਸਚਨ ਨੰਬਰ 7 ਦੀ ਸਟੇਟਮੈਂਟ ਆਪਣੇ ਕੋਲ ਕੀ ਹੈ, ਏ ਬੀ ਸੀ ਇਜ਼ ਅ ਟ੍ਰਾਇੰਗਲ ਰਾਈਟ ਐਂਗਲਡ ਐਟ ਸੀ। ਇੱਕ ਟ੍ਰਾਇੰਗਲ ਦਿੱਤੀ ਹੋਈ ਹੈ ਏ ਬੀ ਸੀ, ਜਿਹਦੀ ਰਾਈਟ ਐਂਗਲ ਕਿੱਥੇ ਬਣ ਰਹੀ ਹੈ, ਸੀ ਪੁਆਇੰਟ ਦੇ ਉੱਪਰ ਬਣ ਰਹੀ ਹੈ ਰਾਈਟ ਐਂਗਲ, ਇੱਥੇ। ਤਾਂ ਆਹ ਸੀ ਹੈ, ਇੱਥੇ ਬੀ ਹੋਊਗਾ ਕਿਤੇ, ਇੱਥੇ ਆਪਾਂ ਇਹ ਚੂਜ਼ ਕਰ ਲੈਂਦੇ ਹਾਂ ਏ ਬੀ ਸੀ, ਜਾਂ ਫਿਰ ਇੱਥੇ ਬੀ, ਜੋ ਮਰਜ਼ੀ ਜਿਵੇਂ ਮਰਜ਼ੀ ਚੂਜ਼ ਕਰ ਲਓ। ਠੀਕ ਹੈ, ਆ ਲਾਈਨ ਥਰੂ ਦਾ ਮਿਡ ਪੁਆਇੰਟ ਐਮ ਆਫ ਹਾਈਪੋਟੇਨਸ ਏ ਬੀ ਹਾਈਪੋਟੇਨਸ ਆ, ਉਹਦੇ ਮਿਡ ਪੁਆਇੰਟ ਐਮ ਤੋਂ ਇੱਕ ਲਾਈਨ ਥਰੂ ਹੋ ਰਹੀ ਹੈ। ਠੀਕ ਹੈ, ਥਰੂ ਏ ਬੀ ਐਂਡ ਪੈਰਲਰ ਟੂ ਬੀ ਸੀ। ਇਹ ਜਿਹੜੀ ਲਾਈਨ ਹੈ ਨਾ, ਇਹ ਬੀ ਸੀ ਲਾਈਨ ਦੇ ਕੀ ਆ, ਪੈਰਲਰ ਆ, ਬੀ ਸੀ ਲਾਈਨ ਦੇ ਪੈਰਲਰ ਆ, ਅਤੇ ਇੰਟਰਸੈਕਟ ਕਰਦੀ ਹੈ ਏ ਸੀ ਲਾਈਨ ਨੂੰ ਐਟ ਪੁਆਇੰਟ ਡੀ। ਸ਼ੋ ਕਰਨਾ ਡੀ ਇਜ਼ ਦਾ ਮਿਡ ਪੁਆਇੰਟ ਆਫ ਏ ਸੀ। ਸਿੰਪਲ ਚੀਜ਼ ਆ, ਦੇਖੋ ਆਪਾਂ ਨੂੰ ਕੀ ਦਿੱਤਾ ਹੋਇਆ, ਐਮ ਇਜ਼ ਅ ਮਿਡ ਪੁਆਇੰਟ ਆਫ ਏ ਬੀ। ਐਮ ਕੀ ਆ, ਏ ਬੀ ਦਾ ਮਿਡ ਪੁਆਇੰਟ ਆ, ਅਤੇ ਐਮ ਡੀ ਜਿਹੜੀ ਲਾਈਨ ਆ, ਐਂਡ ਐਮ ਡੀ ਜਿਹੜੀ ਲਾਈਨ ਆ ਉਹ ਪੈਰਲਰ ਕਿਹਦੀ ਆ, ਬੀ ਸੀ। ਇੱਕ ਸਾਈਡ ਦਾ ਮਿਡ ਪੁਆਇੰਟ ਗਿਵਨ ਹੋਵੇ ਅਤੇ ਉਸ ਮਿਡ ਪੁਆਇੰਟ 'ਚੋਂ ਪਾਸ ਹੁੰਦੀ ਲਾਈਨ ਦੂਜੀ ਸਾਈਡ ਦੇ ਪੈਰਲਰ ਹੋਵੇ, ਤਾਂ ਇਹ ਜਿੱਥੇ ਇੰਟਰਸੈਕਟ ਕਰਦੀਆਂ ਨੇ ਉਹ ਪੁਆਇੰਟ ਆ। ਦੇਅਰਫੋਰ ਜਿਹੜਾ ਡੀ ਆ ਉਹ ਬਾਈਸੈਕਟ ਕਰਦਾ ਹੁੰਦਾ ਸਾਈਡ, ਥਰਡ ਸਾਈਡ ਨੂੰ। ਥਰਡ ਸਾਈਡ ਕਿਹੜੀ ਹੈ, ਏ ਸੀ। ਬਾਈਸੈਕਟ ਕਰਨ ਦਾ ਮਤਲਬ ਕੀ ਆ, ਡੀ ਇਜ਼ ਅ ਮਿਡ ਪੁਆਇੰਟ ਆਫ ਏ ਸੀ। ਇਹ ਪ੍ਰੋਪਰਟੀ ਦੇ ਥਰੂ ਆਪਾਂ ਇੱਥੇ ਡਾਇਰੈਕਟਲੀ ਲਿਖ ਸਕਦੇ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਅਗਲੀ ਚੀਜ਼ ਕੀ ਹੈ, ਐਮ ਡੀ ਇਜ਼ ਪਰਪੈਂਡੀਕੂਲਰ ਔਨ ਏ ਸੀ। ਆਪਾਂ ਸ਼ੋਅ ਕਰਨਾ ਵਾ ਵੀ ਐਮ ਡੀ ਵੀ ਕੀ ਆ, ਪਰਪੈਂਡੀਕੂਲਰ ਆ ਏ ਸੀ ਦੇ ਉੱਪਰ। ਦੇਖੋ ਰਾਜੀ, ਇਫ ਟੂ ਲਾਈਨਸ ਆਰ ਪੈਰਲਰ, ਇੱਥੇ ਆਪਾਂ ਸੈਕਿੰਡ ਪਾਰਟ ਦੇ ਵਿੱਚ ਕੀ ਲਿਖਾਂਗੇ, ਸਿੰਸ ਬੀ ਸੀ ਜਿਹੜੀ ਹੈ ਉਹ ਪਰਪੈਂਡੀਕੂਲਰ ਆ ਏ ਸੀ ਦੇ ਉੱਪਰ, ਐਂਡ ਜਿਹੜਾ ਐਮ ਡੀ ਆ ਉਹ ਪੈਰਲਰ ਕਿਹਦੀ ਹੈ, ਬੀ ਸੀ ਦੀ। ਦਿਸ ਇੰਪਲਾਈਜ਼ ਐਮ ਡੀ ਵੀ ਕੀ ਹੋਊਗਾ, ਪਰਪੈਂਡੀਕੂਲਰ ਔਨ ਏ ਸੀ। ਸੋ ਆਪਾਂ ਇਹ ਵੀ ਪ੍ਰੂਵ ਕਰਤਾ ਵੀ ਇਹ ਐਂਗਲ ਵੀ ਕਿੰਨਾ ਵਾ, 90 ਡਿਗਰੀ। ਹੁਣ ਆਪਾਂ ਇਹ ਪ੍ਰੂਵ ਕਰਨਾ ਵੀ ਸੀ ਐਮ ਜਿਹੜੀ ਹੈ ਉਹ ਐਮ ਏ ਦੇ ਇਕੁਅਲ ਹੈ, ਇਹ ਚੀਜ਼ ਪ੍ਰੂਵ ਕਰਨੀ ਹੈ। ਅਤੇ ਇਹ ਦੋਨੋਂ ਲਾਈਨਸ ਆਪਸ 'ਚ ਕੀ ਆ, ਹਾਫ ਆਫ ਏ ਬੀ ਦੇ ਇਕੁਅਲ। ਮਤਲਬ ਸੀ ਤੋਂ ਇੱਕ ਐਮ ਤੱਕ ਦੀ ਲਾਈਨ ਲਗਾ ਲਓ, ਉਹਨੂੰ ਆਪਾਂ ਐਮ ਏ ਦੇ ਕੀ ਇਕੁਅਲ ਕਰਨਾ ਵਾ, ਸ਼ੋਅ ਕਰਨਾ ਇਕੁਅਲ। ਇਹਨੂੰ ਸ਼ੋਅ ਕਰਨ ਦੇ ਲਈ ਹੁਣ ਆਪਣੇ ਕੋਲੇ ਦੋ ਟਰਾਇੰਗਲਸ ਨੂੰ ਆਪਾਂ ਕੀ ਪ੍ਰੂਵ ਕਰਾਂਗੇ, ਕੌਨਗਰੂਐਂਟ। ਫਿਰ ਆਪਾਂ ਕਹਿ ਦਾਂਗੇ ਵੀ ਆਹ ਸਾਈਡ ਇਹਦੇ ਇਕੁਅਲ ਹੈ, ਅਤੇ ਐਮ ਮਿਡ ਪੁਆਇੰਟ ਆ, ਇਸ ਲਈ ਏ ਐਮ ਜਿਹੜਾ ਹੈਗਾ ਹਾਫ ਆਫ ਏ ਬੀ ਹੈ, ਤਾਂ ਆ ਵੀ ਹਾਫ ਆਫ ਏ ਬੀ ਦੇ ਇਕੁਅਲ ਆਊਗਾ। ਥਰਡ ਪਾਰਟ ਦੇ ਵਿੱਚ ਹੁਣ ਆਪਾਂ ਕੋਲ ਦੋ ਟਰਾਇੰਗਲਸ ਕੌਨਗਰੂਐਂਟ ਪ੍ਰੂਵ ਕਰਨੀ ਹੈ। ਕਿਵੇਂ ਕਰੋਗੇ, ਇਨ ਟਰਾਇੰਗਲ ਏ ਸੀ ਐਮ, ਇਨ ਟਰਾਇੰਗਲ ਏ ਸੀ ਐਮ, ਇਸ ਟਰਾਇੰਗਲ ਦੇ ਵਿੱਚ ਰਿਜ਼ਲਟ ਕੀ ਇੰਪਲਾਈਜ਼ ਹੋ ਰਿਹਾ ਵਾ, ਐਮ ਡੀ ਇਜ਼ ਇਕੁਅਲ ਟੂ ਐਮ ਡੀ। ਪਹਿਲਾਂ ਤਾਂ ਕਾਮਨ ਆ ਗਈ। ਦੂਜੀ ਚੀਜ਼ ਕੀ ਆ ਵੀ ਏ ਡੀ ਜਿਹੜੀ ਹੈਗੀ ਆ ਉਹ ਡੀ ਸੀ ਦੇ ਇਕੁਅਲ ਆ। ਤੀਸਰੀ ਚੀਜ਼ ਕਿਹੜੀ ਆ ਗਈ, 90-90 ਦੇ ਐਂਗਲਸ। ਐਂਗਲ ਦੇਖੋ ਏ ਸੀ ਐਮ ਟਰਾਇੰਗਲ ਆ ਨਾ, ਇਹਨੂੰ ਆਪਾਂ ਦੋ ਪਾਰਟਸ ਡਿਵਾਈਡ ਕੀਤਾ, ਕਿਹੜੀ ਇਨ ਟਰਾਇੰਗਲ ਏ ਡੀ ਐਮ ਐਂਡ ਟਰਾਇੰਗਲ ਐਮ ਡੀ ਸੀ। ਆਹ ਦੋ ਟਰਾਇੰਗਲਸ ਦੇ ਉੱਪਰ ਰਿਜ਼ਲਟ ਇੰਪਲਾਈਜ਼ ਹੋ ਰਿਹਾ ਆਪਣਾ। ਠੀਕ ਹੈ, ਤਾਂ ਐਂਗਲ ਕਿਹੜਾ ਵਾ, ਏ ਡੀ ਐਮ ਇਜ਼ ਇਕੁਅਲ ਟੂ ਐਂਗਲ ਸੀ ਡੀ ਐਮ। ਇਹ ਦੋਨੋਂ ਐਂਗਲਸ ਕਿੰਨੇ ਨੇ, 90 ਡਿਗਰੀ। ਤਾਂ ਤਿੰਨ ਚੀਜ਼ਾਂ ਹੋਲਡ ਹੋ ਗਈਆਂ,
right hand side criteria implies triangle ADM is to be congruent with triangle MDC। ਜੇ ਦੋ triangles congruent ਨੇ this implies CM ਜੋ ਹੈ ਉਹ AM ਦੇ ਕੀ ਹੋ ਜਾਊਗਾ equal, but AM ਕੀ ਆ, AM ਹੈਗੀ ਆ ਆਪਣੇ ਕੋਲ ਹਾਫ ਆਫ AB ਦੇ equal, ਤਾਂ ਇਹਦਾ ਮਤਲਬ CM ਵੀ ਹਾਫ ਆਫ ਕਿਹਦੇ equal ਆਊਗੀ AB ਦੇ। So here your third part is completed as well as this chapter is to be completed. So students, after this chapter we will do in the next video chapter number 10 that is based on the circles. Ninth chapter is not in your syllabus, so afterwards chapter number 10 ਕਰਾਂਗੇ ਜਿਹੜਾ ਕਿ ਸਰਕਲਸ ਆ, ਸਰਕਲਸ ਦੇ ਉੱਪਰ ਬੇਸਡ ਆ, ਉਹਦੀਆਂ ਸਿਰਫ 2-3 ਐਕਸਰਸਾਈਜ਼ਸ ਹੀ ਨੇ, ਉਹਦੇ ਲਈ you have to wait for my next video. Till the time, thank you and have a wonderful day.